बोले सोने हाल सासरी अकाल। ਸਤਿ ਸ਼੍ਰੀ ਅਕਾਲ। ਮੈਂ ਜਸਪਾਲ ਜਾਲੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਸਪੈਸ਼ਲ ਡਾਕਟਰ ਬੈਂਸ ਦੇ ਨਾਲ, ਰਾਜ ਬੈਂਸ ਦੇ ਨਾਲ ਸ਼ੋਅ ਹੁੰਦਾ ਹੈ ਬ੍ਰਿਟਿਸ਼ ਦੇ ਮਾਰਨਿੰਗ 11 ਤੋਂ 12। ਸਾਰੀ ਦੁਨੀਆ ਇੰਤਜ਼ਾਰ ਕਰਦੀ ਹੈ ਕਿਤੋਂ ਕਿਤੋਂ। ਹੁਣ ਕਾਫੀ ਸਾਨੂੰ ਕੰਟੈਕਟ ਯੂਰਪ ਤੇ ਆਉਂਦੇ ਨੇ, ਇੰਡੀਆ ਤੋਂ ਵੀ ਲੋਕ ਕਾਫੀ ਮੈਸੇਜ ਆਉਂਦੇ ਨੇ, ਇਨਫੈਕਟ ਅਮਰੀਕਾ ਵੱਲੋਂ ਵੀ ਕਾਫੀ ਲੋਕ ਜੁੜ ਰਹੇ ਨੇ। ਅੱਛਾ ਲੱਗਦਾ ਕਿ ਅਕਾਲ ਚਲਾਣ ਦੀ ਦੁਨੀਆ ਹਰ ਮੁਲਕਾਂ ਵਿੱਚ ਦੇਖਦੇ ਨੇ। ਤੇ ਚਲੋ ਮੈਂ ਟਾਈਮ ਜਾਰੀ ਨਹੀਂ ਕਰਦਾ, ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਅਸੀਂ ਸ਼ੋਅ ਬਾਰੇ ਅੱਗੇ ਗੱਲ ਕਰਦੇ ਹਾਂ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ ਭਾਜੀ ਥੈਂਕ ਯੂ ਭਾਜੀ। ਇੰਨੀ ਦੂਰੋਂ ਆਉਂਦੇ ਨੇ, ਸੱਚੀ ਕਹਿੰਦਾ ਘੰਟਾ ਸਵਾ ਘੰਟਾ ਲੱਗ ਜਾਂਦਾ ਹੈ ਨਾ ਲੱਗ ਘੱਟੋ ਜਾਂਦਾ ਇਹਨਾਂ ਉਹ ਵੀ ਜੇ ਟ੍ਰੈਫਿਕ ਨਾ ਹੋਵੇ, ਨਹੀਂ ਤਾਂ 1.5-2 ਘੰਟਾ। ਹਾਂਜੀ ਲੱਕਲੀ ਟ੍ਰੈਫਿਕ ਕੁਝ ਘੱਟ ਹੁੰਦੀ ਹੈ ਇਸ ਵੇਲੇ ਤੇ ਸਵਾ ਘੰਟਾ ਲੱਗ ਹੀ ਜਾਂਦਾ ਤੇ ਬਿਲਕੁਲ ਬਹੁਤ ਅੱਛੇ। ਡਾਕਟਰ ਸਾਹਿਬ ਅੱਜ ਕੀ ਹੈ, ਮੈਂ ਥੋੜ੍ਹਾ ਜਿਹਾ ਡਾਕਟਰ ਸਾਹਿਬ ਨੂੰ ਪੁੱਛਿਆ ਸੀਗਾ ਕੀ ਟੌਪਿਕ ਹੈ, ਕਹਿੰਦੇ ਨਹੀਂ ਅੱਜ ਦੱਸਣਾ ਨਹੀਂ, ਤੈਨੂੰ ਸਰਪ੍ਰਾਈਜ਼ ਹੈ। ਮੈਨੂੰ ਕੁਝ ਨਹੀਂ ਪਤਾ ਕੀ ਟੌਪਿਕ ਹੈ ਕੀ ਨਹੀਂ। ਕੁਝ ਵੀ ਹੋਏਗਾ, ਬਿਮਾਰੀ ਦਾ ਹੋਏਗਾ, ਆਪਣੀ ਬੋਡੀ ਨਾਲ ਹੋਏਗਾ ਤਾਂ ਸਭ ਚੱਲੇਗਾ। ਹਾਂਜੀ ਕੋਈ ਟੌਪਿਕ ਵਧੀਆ ਹੋਊਗਾ ਭਾਜੀ ਤੇ ਤੁਸੀਂ ਅੱਜ ਬੁੱਝਣਾ ਹੋਊਗਾ ਵੀ ਕੀ ਟੌਪਿਕ ਹੈ। ਮੈਂ ਤੁਹਾਨੂੰ ਥੋੜਾ ਜਿਹਾ ਕਲੂ ਦਿੰਦਾ। ਇਹ ਗੱਲ ਹੈ, ਅਸੀਂ ਡਾਇਬੀਟੀ ਗੱਲ ਕਰ ਚੁੱਕੇ ਆ, ਹੋਰ ਅਸੀਂ ਟੈਨਸ਼ਨ ਦੀ ਗੱਲ ਚੁੱਕੇ ਆ, ਕਾਫੀ ਗੱਲਾਂ। ਹੋਰ ਕੀ ਹੋ ਸਕਦਾ? ਕੋਲੇਸਟ੍ਰੋਲ ਦੀ ਵੀ ਕਰ ਲਈ ਆ। ਹੈ ਕੋਲੇਸਟ੍ਰੋਲ ਦੀ ਵੀ ਕੀਤੀ, ਲਾਸਟ ਵੀਕ ਕੀਤੀ ਸੀ ਅਸੀਂ। ਹਾਂਜੀ ਚਲੋ ਮੈਂ ਤੁਹਾਨੂੰ ਕਲੂ ਦਿੰਦਾ ਵੀ ਇੱਕ ਸਬਸਟੈਂਸ ਆ ਤੇ ਉਹਦਾ ਰੰਗ ਚਿੱਟਾ ਆ ਤੇ ਜਦੋਂ ਉਹ ਤੁਹਾਡੇ ਅੰਦਰ ਜਾਂਦਾ ਆ ਤੁਹਾਡੇ ਬ੍ਰੇਨ ਵਿੱਚ ਐਕਚੁਅਲੀ ਜਿਹੜਾ ਪਲੇਜ਼ਰ ਸੈਂਟਰ ਆ ਉਹ ਐਕਟੀਵੇਟ ਕਰਦਾ ਆ। ਕੀ ਹੋ ਸਕਦਾ ਜੀ? ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਸ਼ਾਇਦ ਮੈਂ ਕੁਝ ਗਲਤ ਕਹਿ ਦਾਂਗਾ ਕਿਉਂਕਿ ਜਿਹੜੇ ਲੋਕੀ ਬ੍ਰੇਨ ਨੂੰ ਆਪਣਾ ਕੰਮ ਕਰਦੇ ਨੇ, ਬੜੀਆਂ ਤਰ੍ਹਾਂ ਦੀ ਚੀਜ਼ਾਂ ਖਾਂਦੇ ਨੇ, ਪਰ ਮੈਂ ਗੈਸ ਨਹੀਂ ਕਰਾਂਗਾ। ਹਾਂਜੀ ਚਲੋ ਇਹੀ ਤੁਹਾਡੇ ਦਿਮਾਗ ਚ ਆਉਂਦਾ ਹੋਊਗਾ ਵੀ ਇਹ ਕੋਈ ਨਸ਼ਾ ਹੋਣਾ ਨਾ। ਹਾਂ ਸੱਚੀ ਗੱਲ ਹੈ। ਮੈਂ ਚਲੋ ਤੁਸੀਂ ਕਹਿੰਦਾ ਠੀਕ ਹੈ, ਕਿਉਂਕਿ ਆਮ ਡਰੱਗ ਹੀ ਹੁੰਦਾ, ਕੋਈ ਨਾ ਕੋਈ ਬੰਦਾ ਲੈਂਦਾ ਹੈ। ਉਹ ਤੁਸੀਂ ਡਰੱਗਾਂ ਦੇ ਵਿੱਚੋਂ ਪੈਰਾਸੀਟਾਮੋਲ ਦੀ ਗੱਲ ਕਰ ਰਹੇ ਹੋ, ਲੋਕਾਂ ਨੂੰ ਉਹਦੇ ਨਾਲ ਹੀ ਬੜੀ ਸ਼ਾਂਤੀ ਆ ਜਾਂਦੀ ਹੈ। ਬਿਲਕੁਲ ਜੀ। ਸੋ ਮੈਂ ਹੁਣ ਤੁਹਾਨੂੰ ਦੱਸਦਾ ਵੀ ਇਹ ਨਸ਼ਾ ਕਿਹੜਾ ਆ। ਇਹ ਐਕਚੁਅਲੀ ਸ਼ੂਗਰ ਆ ਜੀ। ਰੀਅਲੀ ਸ਼ੂਗਰ? ਹਾਂਜੀ। ਤੇ ਹੁਣ ਇੰਨੇ ਐਕਸਪੈਰੀਮੈਂਟ ਇੱਥੇ ਹੋ ਚੁੱਕੇ ਆ ਵੀ ਜਿਹੜੀ ਸ਼ੂਗਰ ਆ ਚੀਜ਼ ਇਹ ਤੋਂ ਐਡਿਕਟਿਵ ਆ। ਇੱਕ ਤਰ੍ਹਾਂ ਦਾ ਨਸ਼ਾ ਆ ਤੁਹਾਡੇ ਬ੍ਰੇਨ ਲਈ। ਭਾਜੀ ਹੈ ਪੱਕੀ ਗੱਲ ਹੈ? ਪੱਕੀ ਗੱਲ ਆ ਭਾਜੀ। ਹਾਂਜੀ MRI ਸਕੈਨ ਹੋ ਚੁੱਕੇ ਆ ਬ੍ਰੇਨ ਦੇ। ਜਦੋਂ ਤੁਸੀਂ ਸ਼ੂਗਰ ਖਾਂਦੇ ਆ ਵੀ ਕੀ ਹੁੰਦਾ ਬ੍ਰੇਨ ਵਿੱਚ, ਤੇ ਉਹੀ ਸੈਂਟਰ ਜਿੱਥੇ ਜੇ ਕੋਈ ਨਸ਼ਾ ਖਾਵੇ ਹਨਾ ਉਹ ਬ੍ਰੇਨ ਦੇ ਸੈਂਟਰ ਐਕਟੀਵੇਟ ਹੁੰਦੇ ਆ, ਉਹੀ ਸੈਂਟਰ ਸ਼ੂਗਰ ਦੇ ਨਾਲ ਐਕਟੀਵੇਟ ਹੁੰਦੇ ਭਾਜੀ। ਭਾਜੀ ਨੇ ਕਿਹਾ ਸੀ ਸਰਪ੍ਰਾਈਜ਼ ਰੱਖਣਾ, ਵਾਕਈ ਸਰਪ੍ਰਾਈਜ਼ ਦਾ ਬੜੀ ਵੱਡੀ ਸ਼ੌਕਿੰਗ ਨਿਊਜ਼ ਹੈਗੀ ਆ। ਤੁਸੀਂ ਕਦੇ ਵੀ ਸ਼ੂਗਰ ਨੂੰ ਬ੍ਰੇਨ ਦੇ ਨਾਲ ਭਾਜੀ ਲਿੰਕ ਨਹੀਂ, ਪਹਿਲਾਂ ਤੁਸੀਂ ਕਿੰਨਾ ਕਰੋਗੇ ਡਾਇਬੀਟੀਜ਼ ਦੇ ਨਾਲ। ਹਾਂਜੀ ਸਿੰਪਲ। ਹਾਂਜੀ ਫਿਰ ਸ਼ੂਗਰ ਵੱਧ ਜਾਂਦੀ ਆ ਤੇ ਡਾਇਬੀਟੀਜ਼ ਹੋ ਜਾਂਦੀ ਹੈ। ਪਰ ਇਹ ਚੀਜ਼ ਜਿਹੜੀ ਆ ਇਹ ਐਕਚੁਅਲੀ ਐਡਿਕਟਿਵ ਚੀਜ਼ ਆ ਇਹ ਜੀ। ਇੱਥੇ ਉਹ ਤਾਂ ਮੈਂ ਮੰਨਦਾ ਡੈਫੀਨਿਟਲੀ ਹੈ। ਕਈ ਦਫਾ ਡਾਕਟਰ ਸਾਹਿਬ ਜਦੋਂ ਤੁਸੀਂ ਨਾ ਕਹਿੰਦੇ ਹੋ ਡਾਇਬੀਟੀਜ਼ ਹੋ ਗਈ, ਬੰਦਾ ਡਾਕਟਰ ਕਹਿੰਦਾ ਕਿ ਤੁਹਾਡੀ ਸ਼ੂਗਰ ਘੱਟ, ਬੰਦਾ ਕਹਿੰਦਾ ਮੈਂ ਕਿੱਦਾਂ ਕਰਾਂਗਾ, ਮੈਂ ਤਾਂ ਚਾਹ ਹੀ ਨਹੀਂ ਪੀਂਦਾ ਉਹਦੇ ਬਿਨਾਂ। ਇਹ ਆਦਤ ਹੈ। ਆਦਤ ਹੈ ਜਿੱਧਰ ਮਰਜ਼ੀ ਤੁਸੀਂ ਮੋਲਡ ਕਰ ਲਓ। ਹਾਂਜੀ ਹੁਣ ਕੱਲ ਹੀ ਫੋਨ ਆਇਆ ਸੀ ਮੈਨੂੰ ਲੇਡੀ ਦਾ, ਤੇ ਉਹ ਕਹਿੰਦੀ ਪਈ ਮੈਂ ਡਾਇਬੈਟਿਕ ਆ ਤੇ ਹੁਣ ਮੇਰੀ ਜਿਹੜੀ ਸ਼ੂਗਰ ਹੈ ਕੰਟਰੋਲ 'ਚ ਨਹੀਂ ਰਹਿੰਦੀ ਹੈਗੀ, ਤੇ ਉਹ ਕਹਿੰਦੇ ਹੁਣ ਤੈਨੂੰ ਟੀਕੇ ਲਾਉਣੇ ਪੈਣੇ ਗੋਲੀਆਂ ਦੇ ਬਜਾਏ। ਤੇ ਮੈਂ ਟੀਕਿਆਂ ਤੇ ਜਾਣਾ ਨਹੀਂ ਚਾਹੁੰਦੀ। ਤੇ ਮੈਂ ਕਿਹਾ ਫਿਰ ਤੁਸੀਂ ਸ਼ੂਗਰ ਆਪਣੀ ਬੰਦ ਕੀਤੀ ਹੋ? ਕਹਿੰਦੇ ਮੈਂ ਸ਼ੂਗਰ ਨਹੀਂ ਬੰਦ ਕਰ ਸਕਦੀ। ਦੈਟਸ ਦ ਹੋਲ ਪ੍ਰੋਬਲਮ ਹੈ ਨਾ। ਸ਼ੂਗਰ ਜਿਹੜੀ ਹੈ ਇਹ ਐਡਿਕਸ਼ਨ ਆ ਤੇ ਉਹ ਤੁਹਾਡਾ ਸ਼ੂਗਰ ਛੱਡਣ ਨੂੰ ਦਿਲ ਹੀ ਨਹੀਂ ਕਰਦਾ। ਡਾਕਟਰ ਸਾਹਿਬ ਜਿਹੜੀ ਤੁਸੀਂ ਟੀਕਿਆਂ ਦੀ ਗੱਲ ਕਰਦੇ ਹੋ, ਬੜੇ ਲੋਕ ਤੇ ਬੜੇ ਡਿਪਰੈਸ਼ਨ ਚਲੇ ਜਾਂਦੇ ਜਦੋਂ ਟੀਕਿਆਂ ਤੇ ਗੱਲ ਪਹੁੰਚ ਜਾਂਦੀ ਹੈ। ਹਾਂਜੀ ਬਿਕੋਜ਼ ਉਹ ਬੜਾ ਅਨੋਇੰਗ, ਬੜਾ ਤੁਹਾਨੂੰ ਹਰ ਜਗ੍ਹਾ ਤੇ ਤੁਸੀਂ ਜਾਂਦੇ ਉਹਨੂੰ ਨਾਲ ਲੈ ਕੇ ਜਾਂਦੇ ਹੋ, ਹਰ ਜਗ੍ਹਾ ਦੇ ਉੱਪਰ ਉਹਨੂੰ 3 ਦਫਾ ਲਗਾ ਲਓ, 3 ਦਫਾ ਦਿਨ ਦੇ ਵਿੱਚ, ਐਂਡ ਕੋਈ ਪੇਟ ਤੇ ਲਗਾਉਂਦੇ, ਕੋਈ ਕਿਤੇ ਲਗਾਉਂਦੇ ਨੇ। ਇਟਸ ਨੋਟ ਵੈਰੀ ਕੰਫਰਟੇਬਲ। ਬਹੁਤ ਟੈਨਸ਼ਨ ਦੀ ਗੱਲ ਹੈਗੀ ਹੈ। ਹਾਂਜੀ ਪਹਿਲਾਂ ਤਾਂ ਬੜਾ ਔਖਾ ਲੱਗਦਾ ਟੀਕਾ ਲਾਉਣਾ। ਬਿਲਕੁਲ ਤੇ ਫਿਰ ਤੁਸੀਂ ਟੀਕਾ ਲਾਉਣੇ ਦਰਦ ਵੀ ਤੁਹਾਡੇ ਥੋੜਾ ਜਿਹਾ ਹੁੰਦਾ ਸਕਿਨ ਵਿੱਚ। ਹਾਂਜੀ ਤੇ ਇਦਾਂ ਵੀ ਅਨਕੰਫਰਟੇਬਲ ਹੋ ਜਾਂਦਾ ਬੰਦਾ ਤੇ ਇਨਕਨਵੀਨੀਅੰਸ ਬਹੁਤ ਆ। ਤੁਸੀਂ ਬਾਹਰ ਕਿਤੇ ਗਏ ਉੱਥੇ ਕਿਸੇ ਤੁਸੀਂ ਕਿਤੇ ਚੋਰੀ ਛੱਪੇ ਲੁੱਕ ਕੇ ਟੀਕਾ ਲਾਉਂਗੇ, ਸਾਹਮਣੇ ਤਾਂ ਲਾ ਨਹੀਂ ਸਕਦੇ, ਸੋ ਬਹੁਤ ਇਨਕਨਵੀਨੀਅੰਟ ਹੋ ਜਾਂਦਾ ਆ। ਇਹਦੇ ਨਾਲ ਬੈਟਰ ਆ ਤੁਸੀਂ ਆਪਣੀ ਡਾਈਟ ਨੂੰ ਪੂਰਾ ਕੰਟਰੋਲ ਰੱਖੋ। ਮੈਂ ਤੁਹਾਡਾ ਟੈਲੀਫੋਨ ਰਿਪੀਟ ਕਰ ਦੇਣਾ, ਫਿਰ ਇਹਦੇ ਬਾਰੇ ਗੱਲ ਕਰਦਾ। ਬਹੁਤ ਇੰਟਰਸਟਿੰਗ ਟੈਲੀਫੋਨ ਨੰਬਰ ਜੋ ਸਕਰੀਨ ਤੇ ਵੀ ਆ ਰਿਹਾ ਥੱਲੇ 0121 551 1001। ਪਲੀਜ਼ ਜਦੋਂ ਸ਼ੋਅ ਸਾਡਾ ਦਰਮਿਆਨ ਦੇ ਵਿੱਚ ਕਾਲ ਕਰਿਆ ਕਰੋ। ਬੇਸ਼ੱਕ ਤੁਸੀਂ ਡਾਕਟਰ ਨਾਲ ਗੱਲ ਕਰਨੀ, ਐਟਲੀਸਟ ਜਿਹੜਾ ਤੁਹਾਡਾ ਕਾਲ ਹੈਗਾ ਕਿਊ 'ਚ ਲੱਗ ਜਾਂਦਾ, ਜੋ ਡਾਕਟਰ ਸਾਹਿਬ ਨੂੰ ਬਾਅਦ ਵਿੱਚ ਦਿੱਤਾ ਜਾਂਦਾ।
ਤੇ ਉਹ ਤੁਹਾਨੂੰ ਇੱਕ ਅੱਧੇ 2 ਦਿਨਾਂ 'ਚ ਇੱਕ ਵੀਕ 'ਚ ਕਾਲ ਕਰਦੇ ਨੇ ਡਿਪੈਂਡਿੰਗ ਕਿ ਕਿੰਨੇ ਕਾਲ ਆਉਂਦੇ ਨੇ ਸ਼ੋਅ ਦੇ ਵਿੱਚ ਕੀਪ ਕਾਲਿੰਗ ਹੁਣੇ ਤੁਸੀਂ ਕਾਲ ਕਰਨਾ ਸ਼ੁਰੂ ਕਰੋ ਤੇ ਬਿਹਤਰ ਆ ਤੁਹਾਡੇ ਲਈ ਤੇ ਡਾਕਟਰ ਸਾਹਿਬ ਲਈ ਡਾਕਟਰ ਸਾਹਿਬ ਮੈਂ ਇੱਕ ਹੋਰ ਗੱਲ ਕਰਦਾ ਸੀ ਬਿਮਾਰੀ ਕਰਨ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਡਾਕਟਰ ਸਾਹਿਬ ਇੱਥੇ ਇੱਕ ਰੂਮ ਹੈਗਾ ਸਟੂਡੀਓ ਦੇ ਜਿੱਥੇ ਆਪਣੇ ਪੇਸ਼ੈਂਟ ਨੂੰ ਬੁਲਾ ਕੇ ਉਹਨਾਂ ਨੂੰ ਕੰਸਲਟੇਸ਼ਨ ਕਰਦੇ ਨੇ ਤੇ ਥੋੜੇ ਵੀਕਾਂ 'ਚ ਦੇਖਿਆ ਗਿਆ ਲੋਕਾਂ ਨੇ 2-3 ਫੈਮਿਲੀ ਮੈਂਬਰ ਨੇ ਬੁਕਿੰਗ ਕਰਕੇ ਨਹੀਂ ਪਹੁੰਚੇ ਤੇ ਪਲੀਜ਼ ਮੈਂ ਰਿਕੁਐਸਟ ਕਰਾਂਗਾ ਕਿ ਤੁਸੀਂ ਇੱਦਾਂ ਨਾ ਕਰੋ ਭਲਾ ਉਹਨਾਂ ਦਾ ਪ੍ਰੈਸ਼ੀਅਸ ਟਾਈਮ ਹੁੰਦਾ ਦੂਰੋਂ ਆਉਂਦੇ ਨੇ ਫਿਰ ਉਹਨਾਂ ਨੇ ਵਾਪਸ ਜਾਣਾ ਹੁੰਦਾ ਅਗਰ ਜਿਹੜੀ ਤੁਸੀਂ ਅਪਾਇੰਟਮੈਂਟ ਕੈਂਸਲ ਕਰਦੇ ਹੋ ਉਹ ਕਿਸੇ ਹੋਰ ਨੂੰ ਦਿੱਤੀ ਜਾ ਸਕਦੀ ਹੈ ਜਿਹੜਾ ਕਿ ਬਹੁਤ ਜ਼ਰੂਰੀਮੰਦ ਹੋਏਗਾ ਥੋੜੀ ਰਿਸਪੈਕਟ ਕਰੋ ਚੀਜ਼ਾਂ ਨੂੰ ਨਾ ਤੁਹਾਡਾ ਟਾਈਮ ਖਰਾਬ ਹੋਵੇ ਨਾ ਡਾਕਟਰ ਦਾ ਅਗਰ ਜੇ ਡਾਕਟਰ ਜੀ ਅਪਾਇੰਟਮੈਂਟ ਦੇ ਕੇ ਕੈਂਸਲ ਕਰਨ ਤਾਂ ਫਿਰ ਡਾਕਟਰ ਦਾ ਨਾਮ ਹੋਏਗਾ ਕਿ ਡਾਕਟਰ ਜੀ ਵਾਅਦਾ ਕਰਕੇ ਪਹੁੰਚਦੇ ਨਹੀਂ ਹੈ ਹਾਂਜੀ ਬਿਲਕੁਲ ਸਾਡੇ ਤੇ ਦੋਸ਼ ਲੱਗ ਜਾਂਦਾ ਨਾ ਪਲੀਜ਼ ਥੋੜਾ ਧਿਆਨ ਰੱਖਿਆ ਕਰੋ ਜੇ ਅਪਾਇੰਟਮੈਂਟ ਤੁਸੀਂ ਲਿੱਤੀ ਹੈ ਅਗਰ ਨਹੀਂ ਵੀ ਆ ਸਕਦੇ ਕਿਸੇ ਵੀ ਕਾਰਨ ਤੁਸੀਂ ਕਾਲ ਕਰ ਦਿਓ ਤਾਂ ਕਿ ਰਿਲੀਜ਼ ਕਰੋ ਆਪਣੀ ਅਪਾਇੰਟਮੈਂਟ ਉਹ ਕਿਸੇ ਹੋਰ ਨੂੰ ਦਿੱਤੀ ਜਾਵੇ ਜੀ ਡਾਕਟਰ ਸਾਹਿਬ ਹੁਣ ਤੁਸੀਂ ਮੈਨੂੰ ਦੱਸੋ ਇਹ ਕਿੱਥੋਂ ਮੈਂ ਬਿਲਕੁਲ ਨਵੀਂ ਗੱਲ ਸੁਣੀ ਹੈ ਸ਼ੂਗਰ ਦੀ ਤੇ ਇਹ ਕਿਸ ਤਰ੍ਹਾਂ ਟੈਸਟ ਕਿੱਦਾਂ ਦੱਸੋ ਸਮਝਾਓ ਇਹਦੇ ਬਾਰੇ ਥੋੜਾ ਹਾਂਜੀ ਸੋ ਐਕਚੁਅਲੀ ਇਹ ਹਿਊਮਨਸ ਤੇ ਵੀ ਟੈਸਟ ਕੀਤਾ ਗਿਆ MRI ਸਕੈਨ ਜਿਹੜਾ ਹੁੰਦਾ ਹੈ ਉਹਨਾਂ ਦੇ ਬ੍ਰੇਨ ਦਾ ਸਕੈਨ ਕੀਤਾ ਬਿਫੋਰ ਈਟਿੰਗ ਸ਼ੂਗਰ ਆਫਟਰ ਈਟਿੰਗ ਸ਼ੂਗਰ ਹਾਂਜੀ ਤੇ ਉਹਨੇ ਇਹ ਦੇਖਿਆ ਵੀ ਜਿਹੜੇ ਸੈਂਟਰ ਆ ਪਲੇਜ਼ਰ ਸੈਂਟਰ ਆ ਜਿਹੜੇ ਕੋਕੇਨ ਸਟਿਮੂਲੇਟ ਕਰਦੇ ਆ ਇਦਾਂ ਦੇ ਨਸ਼ੇ ਸਟਿਮੂਲੇਟ ਕਰਦੇ ਆ ਉਹੀ ਸੈਂਟਰ ਬ੍ਰੇਨ ਦੇ ਸ਼ੂਗਰ ਦੇ ਨਾਲ ਵੀ ਸਟਿਮੂਲੇਟ ਹੁੰਦੇ ਆ ਹਾਂਜੀ ਸੋ ਇਹ ਡੈਫੀਨਿਟ ਗੱਲ ਬਣ ਗਈ ਆ ਕਿ ਸ਼ੂਗਰ ਐਡਿਕਟਿਵ ਸਬਸਟੈਂਸ ਹੈਗਾ ਆ ਹਾਂਜੀ ਤੇ ਇਹ ਕਿਸ ਤਰ੍ਹਾਂ ਫਿਰ ਬ੍ਰੇਨ ਨੂੰ ਕੀ ਕਰਦਾ ਕੰਮ ਕਰਦਾ ਕਿ ਵਾਟ ਡਸ ਇਟ ਡੂ ਐਕਚੁਅਲੀ ਹਾਂਜੀ ਉਹ ਤੁਹਾਨੂੰ ਪਲੇਜ਼ਰ ਮਿਲਦਾ ਆ ਹਾਂਜੀ ਜਿੱਦਾਂ ਨਸ਼ੇ ਨਾਲ ਤੁਹਾਨੂੰ ਪਲੇਜ਼ਰ ਗੁੱਡ ਫੀਲਿੰਗ ਆਉਂਦਾ ਹੈ ਨਾ ਫੀਲ ਗੁੱਡ ਫੀਲਿੰਗ ਕਹਿੰਦੇ ਹੁੰਦੇ ਨਾ ਉਹੀ ਫੀਲਿੰਗ ਤੁਹਾਨੂੰ ਮਿਲਦਾ ਆ ਹਾਂਜੀ ਤੇ ਉਹ ਜਿਹੜਾ ਪਲੇਜ਼ਰ ਹੁੰਦਾ ਜਦੋਂ ਲੋਕੀ 3-3 ਚਮਚੇ ਇੱਕ ਕੱਪ ਚ ਪੀਂਦੇ ਨੇ ਚਾਹ ਦਾ ਨਾ ਤੇ ਜਦੋਂ ਪੀਂਦੇ ਨੇ ਨਾ ਤੇ ਉਹ ਜਿੱਦਾਂ ਉਹ ਪੀਂਦੇ ਨੇ ਉੱਥੋਂ ਹੀ ਉਹਨਾਂ ਦਾ ਪਲੇਜ਼ਰ ਸ਼ੁਰੂ ਹੋ ਜਾਂਦਾ ਦੈਟਸ ਰਾਈਟ ਹਾਂਜੀ ਤੇ ਇਹ ਫਿਰ ਤੁਹਾਡਾ ਮੰਗ ਜਿਹੜਾ ਹੈ ਬੋਡੀ ਦਾ ਉਹ ਵੱਧਦਾ ਵੀ ਰਹਿੰਦਾ ਆ ਜਿੱਦਾਂ ਨਸ਼ੇ ਵੱਧਦੇ ਰਹਿੰਦੇ ਹਨ ਵੀ ਹੁਣ ਥੋੜਾ ਨਸ਼ਾ ਖਾਂਦੇ ਆ ਫਿਰ ਹੌਲੀ ਹੌਲੀ ਉਹ ਜ਼ਿਆਦਾ ਬੋਡੀ ਚਾਹੁੰਦੀ ਆ ਜੇ ਵੱਧਦਾ ਰਹਿੰਦਾ ਇਦਾਂ ਹੀ ਸ਼ੂਗਰ ਆ ਭਾਜੀ ਬੋਡੀ ਜ਼ਿਆਦਾ ਸ਼ੂਗਰ ਫਿਰ ਮੰਗਣ ਲੱਗ ਪੈਂਦੀ ਆ ਤੁਸੀਂ ਇੰਡੀਆ ਵਿੱਚ ਦੇਖਿਆ ਕਿੰਨਾ ਸ਼ੂਗਰ ਪਾਉਂਦੇ ਆ ਚਾਹ ਵਿੱਚ ਹਾਂਜੀ ਡਾਕਟਰ ਸਾਹਿਬ ਹੁਣ ਕਈ ਬੰਦੇ ਸਿਆਲੇ ਨੇ ਉਹ ਸੋਚਦੇ ਕਿ ਜਿੱਦਾਂ ਕੋਈ ਕਹਿੰਦਾ ਤੁਹਾਡੇ ਸੂਏ ਲੱਗ ਰਹੇ ਕਹਿੰਦਾ ਮੈਂ ਸ਼ੂਗਰ ਨਹੀਂ ਛੱਡਣੀ ਇਹ ਤੇ ਗਲਤ ਗੱਲ ਹੈ ਨਾ ਹਾਂਜੀ ਉਹ ਤਾਂ ਛੱਡਣੀ ਪਊਗੀ ਪਰ ਹੈਗੀ ਤੁਹਾਨੂੰ ਉਹਦਾ ਚੋਇਸ ਹੀ ਨਹੀਂ ਹੈਗੀ ਚੋਇਸ ਹੀ ਨਹੀਂ ਹੈਗਾ ਚੋਇਸ ਨਹੀਂ ਹੈ ਨਹੀਂ ਤਾਂ ਫਿਰ ਸਿਹਤ ਜ਼ਿਆਦਾ ਖਰਾਬ ਕਰ ਲਓ ਬਿਮਾਰੀਆਂ ਵਧੇਗੀ ਕੋਈ ਜਾਂ ਤੁਸੀਂ ਆਪਣੇ ਆਪ ਨੂੰ ਫੋਰਸ ਕਰੋ ਹਨਾ ਪਰ ਇਹਦੇ ਸਾਡੇ ਕੋਲ ਦਵਾਈਆਂ ਵੀ ਕੁਝ ਹੈਗੀਆਂ ਜਿਹਦੇ ਨਾਲ ਅਸੀਂ ਇਹ ਸ਼ੂਗਰ ਦਾ ਐਡਿਕਸ਼ਨ ਖਤਮ ਕਰ ਸਕਦੇ ਹਾਂ ਅੱਛਾ ਐਡਿਕਸ਼ਨ ਖਤਮ ਹੋ ਜਾਂਦੀ ਹਾਂਜੀ ਦੱਸ ਪਰ ਡਾਕਟਰ ਸਾਹਿਬ ਕਈ ਲੋਕੀ ਗੁੜ ਪਾ ਲੈਂਦੇ ਥੋੜਾ ਜਿਹਾ ਉਹਦਾ ਨਾਲ ਕੀ ਕੋਈ ਠੀਕ ਹੈਗਾ ਕਿ ਉਹਦਾ ਵੀ ਚਲੋ ਗੁੜ ਥੋੜਾ ਜਿਹਾ ਸ਼ੂਗਰ ਦੇ ਨਾਲੋਂ ਬੈਟਰ ਆ ਕਰਕੇ ਉਹ ਅਨਰਿਫਾਈਨਡ ਹੁੰਦਾ ਰੋ ਹੁੰਦਾ ਨਾ ਤੇ ਉਹਦੇ ਵਿੱਚ ਥੋੜਾ ਜਿਹਾ ਫਾਈਬਰ ਵੀ ਹੁੰਦਾ ਆ ਥੋੜੇ ਜਿਹਾ ਵਿਟਾਮਿਨਸ ਵੀ ਹੋਣਗੇ ਥੋੜੇ ਜਿਹੇ ਮਿਨਰਲਸ ਵੀ ਹੋਣਗੇ ਤੇ ਉਹ ਫਿਰ ਜਿਹੜਾ ਸ਼ੂਗਰ ਜਾਂ ਤੁਹਾਡੀ ਬਲੱਡ ਸਟ੍ਰੀਮ 'ਚ ਇੰਨੀ ਜਲਦੀ ਨਹੀਂ ਪਹੁੰਚਦਾ ਸਾਰਾ ਪ੍ਰੋਬਲਮ ਹੈਗਾ ਜਿਹੜੀ ਵਾਈਟ ਸ਼ੂਗਰ ਆ ਇਹਦਾ ਜਿਹੜਾ ਗਲੂਕੋਜ਼ ਬਣਦਾ ਹੈ ਉਹ ਇੱਕਦਮ ਤੁਹਾਡੀ ਬਲੱਡ ਸਟ੍ਰੀਮ 'ਚ ਪਹੁੰਚ ਜਾਂਦਾ ਸਪਾਈਕ ਹੋ ਜਾਂਦੀ ਹੈ ਇੱਕਦਮ ਇੱਦਾਂ ਜੇ ਗ੍ਰਾਫ ਪਾਈਏ ਤਾਂ ਇੱਕਦਮ ਸ਼ੂਟ ਅਪ ਹੁੰਦਾ ਬਲੱਡ ਸਟ੍ਰੀਮ ਵਿੱਚ ਤੇ ਫਿਰ ਤੁਹਾਡੀ ਬਾਡੀ ਨੂੰ ਇਨਸੂਲਿਨ ਰਿਲੀਜ਼ ਕਰਨਾ ਪੈਂਦਾ ਹੈ ਹਾਂਜੀ ਉਹਨੂੰ ਕੰਟਰੋਲ ਕਰਨ ਲਈ ਤੇ ਇਨਸੂਲਿਨ ਬੜਾ ਪਾਵਰਫੁਲ ਇਹ ਹਾਰਮੋਨ ਆ ਤੇ ਇਹ ਫਿਰ ਜਦੋਂ ਐਕਟ ਕਰਦਾ ਤੇ ਇੱਕਦਮ ਸ਼ੂਗਰ ਤੁਹਾਡੀ ਡਾਊਨ ਆ ਜਾਂਦੀ ਆ ਹਾਂਜੀ ਉਹ ਜਿੱਦਾਂ ਉੱਤੇ ਸੀਗਾ ਕੁਇਕਲੀ ਉਹਨਾਂ ਡਾਊਨ ਆ ਜਾਂਦਾ ਕੁਇਕਲੀ ਤੇ ਫਿਰ ਕੀ ਹੁੰਦਾ ਫਿਰ ਤੁਹਾਨੂੰ ਬੂਸਟ ਦੁਬਾਰਾ ਚਾਹੀਦਾ ਹੈ ਕਰਕੇ ਬਾਡੀ ਡਸਨਟ ਫੀਲ ਰਾਈਟ ਹਾਂਜੀ ਇਦਾਂ ਤੁਹਾਡੇ ਮੂਡ ਸਵਿੰਗਸ ਵੀ ਹੋ ਜਾਂਦੇ ਇਦਾਂ ਜਦੋਂ ਤੁਹਾਡੇ ਸ਼ੂਗਰ ਹਾਈ ਹੁੰਦੀ ਆ ਤੁਸੀਂ ਥੋੜੀ ਹਾਈਪਰ ਐਕਟਿਵ ਫੀਲ ਕਰਦੇ ਆ ਹਾਂਜੀ ਤੇ ਜਦੋਂ ਤੁਹਾਡੀ ਸ਼ੂਗਰ ਇੱਕਦਮ ਲੋ ਡਿੱਗ ਪੈਂਦੀ ਆ ਤੁਸੀਂ ਥੋੜਾ ਜਿਹਾ ਡਿਪਰੈਸ ਫੀਲ ਕਰਦੇ ਆ ਫਿਰ ਤੁਸੀਂ ਹੋਰ ਸ਼ੂਗਰ ਖਾਂਦੇ ਆ ਹਾਂਜੀ ਉਹ ਫਿਰ ਇਦਾਂ ਸਪਾਈਕ ਅਪ ਐਂਡ ਡਾਊਨ ਹੁੰਦੇ ਰਹਿੰਦੇ ਆ ਪਰ ਇਹ ਹਾਰਮਫੁਲ ਹੈ ਸਿਸਟਮ ਨੂੰ ਕਿ ਜੇ ਇੰਨੀ ਛੇਤੀ ਉੱਪਰ ਥੱਲੇ ਹੋਣਾ ਕੋਈ ਵੀ ਚੀਜ਼ ਬਿਲਕੁਲ ਹਾਰਮਫੁਲ ਆ ਤੇ ਇਸੇ ਤਰ੍ਹਾਂ ਤੁਹਾਡਾ weight gain ਹੁੰਦਾ ਹੈ ਹਾਂਜੀ ਤੇ ਇਸੇ ਤਰ੍ਹਾਂ ਤੁਹਾਡੀ ਬਾਡੀ ਵਿੱਚ ਕੋਈ ਨਾ ਕੋਈ ਇਨਫਲੇਮੇਸ਼ਨ ਹੁੰਦਾ ਆ ਕਿਉਂਕਿ ਇਹ ਸਾਰੇ ਹਾਰਮੋਨਲ ਕੰਟਰੋਲ ਦੇ ਥੱਲੇ ਆ ਜਦੋਂ ਤੁਹਾਡੀ ਇੱਕਦਮ ਸ਼ੂਗਰ ਡਾਊਨ ਹੋ ਜਾਂਦੀ ਆ ਤੇ ਫਿਰ ਤੁਹਾਡੇ ਬਾਡੀ ਜਿਹੜੀ ਆ 2 ਹਾਰਮੋਨ ਪ੍ਰੋਡਿਊਸ ਕਰਦੀ ਆ ਹਾਂਜੀ ਐਡਰੇਨਾਲਿਨ ਤੇ ਕੋਰਟੀਸੋਲ ਤੇ ਉਹਨਾਂ ਦੀ ਜੌਬ ਹੁੰਦੀ ਹੈ ਜਦੋਂ ਕੋਈ ਸਟ੍ਰੈਸਫੁਲ ਸਿਚੁਏਸ਼ਨ ਹੋਵੇ ਨਾ ਉਹਨੇ ਲਿਵਰ ਵਿੱਚੋਂ ਦਵਾ-ਦਵ ਗਲੂਕੋਜ਼ ਛੱਡ ਦੇਣਾ ਸ਼ੂਗਰ ਛੱਡ ਦੇਣੀ ਹੈ ਬਲੱਡ ਸਟ੍ਰੀਮ 'ਚ ਨੂੰ ਤੇ ਫਿਰ ਬੈਲੈਂਸ ਤੇ ਆ ਜਾਵੇ ਹਾਂਜੀ ਪਰ ਜਿਹੜਾ ਕੋਰਟੀਸੋਲ ਆ ਉਹ ਇਨਫਲੇਮੇਸ਼ਨ ਵੀ ਥੋੜੀ ਜਿਹੀ ਬਾਡੀ ਵਿੱਚ ਕਰਦਾ ਹੈ ਨੋਰਮਲੀ ਇਹ ਇਵੋਲੂਸ਼ਨਰੀ ਰਿਸਪੌਂਸ ਆ ਫਾਈਟ ਐਂਡ ਫਲਾਈਟ ਨਹੀਂ ਹੁੰਦਾ ਨਾ ਤੇ ਜੇ ਤੁਸੀਂ ਖਤਰਨਾਕ ਸਿਚੁਏਸ਼ਨ ਤੁਹਾਡੇ ਅੱਗੇ ਆਵੇ ਕੋਈ ਜਾਨਵਰ ਆ ਜਾਵੇ ਹਨਾ ਤੁਸੀਂ ਉਹ ਮੁਕਾਬਲਾ ਕਰਨਾ ਜਾਂ ਕੇ ਭੱਜਣਾ ਆ ਹਨਾ ਉਹਦੇ ਲਈ ਤੁਹਾਨੂੰ એનર્ਜੀ ਇੱਕਦਮ ਚਾਹੀਦੀ ਸਡਨਲੀ ਬਿਲਕੁਲ ਰਾਈਟ ਸੋ ਕੋਰਟੀਸੋਲ ਐਡਰੇਨਲਿਨ ਦਾ ਇਹ ਜੌਬ ਆ
ਵੀ ਲਿਵਰ ਤੋਂ ਇੱਕਦਮ ਉਹ ਸ਼ੂਗਰ ਰਿਲੀਜ਼ ਕਰ ਦੇਣੀ ਬਲੱਡ ਸਟਰੀਮ ਵਿੱਚ, ਹਾਂਜੀ। ਪਰ ਕੋਰਟੀਜ਼ੋਲ ਜਿਹੜੀ ਚੀਜ਼ ਆ ਇਹ ਥੋੜ੍ਹੀ ਜਿਹੀ ਇਨਫਲੇਮੇਸ਼ਨ ਵੀ ਬਾਡੀ ਵਿੱਚ ਕਰਦੀ ਆ। ਸੋ ਵਾਰ-ਵਾਰ ਜੇ ਤੁਸੀਂ ਇਹ ਕਰੀ ਜਾਂਦੇ ਆ ਤੇ ਤੁਹਾਡੀ ਬਾਡੀ ਵਿੱਚ ਕੋਈ ਨਾ ਕੋਈ ਬਿਮਾਰੀ ਪੈਦਾ ਹੋ ਜਾਂਦੀ ਆ। ਤੇ ਹੁਣ ਅੱਜ ਕੱਲ੍ਹ ਚਲੋ ਇਦਾਂ ਦਾ ਸਿਚੁਏਸ਼ਨ ਤਾਂ ਨਹੀਂ ਆਉਂਦਾ ਹੈਗਾ ਵੀ ਤੁਸੀਂ ਕਿਸੇ ਖਤਰਨਾਕ ਸਿਚੁਏਸ਼ਨ ਵਿੱਚ ਆ ਜਾਂ ਕੋਈ ਜਾਨਵਰ ਤੁਹਾਡੇ ਮੂਹਰੇ ਆ ਗਿਆ। ਹੁਣ ਸਾਨੂੰ ਉੱਦਾਂ ਜਿਹੜੀ ਸਟ੍ਰੈਸ ਰਹਿੰਦੀ ਆ, ਫੈਮਿਲੀ ਸਟ੍ਰੈਸ, ਬਿਜ਼ਨਸ ਸਟ੍ਰੈਸ, ਵਰਕ ਸਟ੍ਰੈਸ, ਹੈ ਨਾ, ਉਹਦਾ ਵੀ ਇਫੈਕਟ ਭਾਜੀ ਇਹੀ ਪੈਂਦਾ ਆ। ਐਡਰੇਨਲਿਨ ਤੇ ਕੋਰਟੀਸੋਲ ਬਾਡੀ ਰਿਲੀਜ਼ ਕਰਦੀ ਆ ਬਿਕਾਜ਼ ਇਸ ਰਿਐਕਸ਼ਨ ਟੂ ਸਟ੍ਰੈਸ, ਹੈ ਨਾ, ਉਹਦੇ ਨਾਲ ਫਿਰ ਤੁਹਾਡੀ ਬਾਡੀ ਵਿੱਚ ਇਨਫਲੇਮੇਸ਼ਨ ਹੋਣ ਲੱਗ ਪੈਂਦੀ ਆ, ਰਾਈਟ। ਤੇ ਇਹੀ ਕੋਜ਼ ਆ ਜਿਹੜੀ ਡਾਇਬੀਟੀਜ਼ ਸ਼ੁਰੂ ਹੋਣ ਦਾ ਆ, ਤੇ ਹੋਰ ਕਈ ਬਿਮਾਰੀਆਂ ਇੱਥੋਂ ਸ਼ੁਰੂ ਹੁੰਦੀਆਂ। ਸੋ ਜਿਹੜੀ ਸ਼ੂਗਰ ਆ ਇਹ ਸਿਰਫ ਡਾਇਬੀਟੀਜ਼ ਨਹੀਂ ਪ੍ਰੋਬਲਮ ਕਰਦੀ, ਹੋਰ ਬਹੁਤ ਕੁਝ ਕਰਦੀ ਆ, ਹਾਂਜੀ। ਸੋ ਤੁਹਾਡਾ ਡਿਪਰੈਸ਼ਨ, ਮੂਡ ਸਵਿੰਗਸ, ਹਾਂਜੀ, ਤੇ ਮਿਊਕਸ ਪ੍ਰੋਡਕਸ਼ਨ, ਤੇ ਤੁਹਾਡੇ ਜੋੜਾਂ ਤੇ ਵੀ ਅਸਰ ਹੁੰਦਾ ਹੈ, ਤੇ ਹੋਰ ਕਈ ਚੀਜ਼ਾਂ ਅਸਰ ਹੁੰਦਾ ਹੈ। ਤੇ ਫੰਗਲ ਇਨਫੈਕਸ਼ਨਸ, ਕਈਆਂ ਨੂੰ ਫੰਗਲ ਇਨਫੈਕਸ਼ਨ ਹੋਏ ਰਹਿੰਦੇ ਆ, ਹਾਂਜੀ ਹਾਂਜੀ। ਤੁਹਾਡੀ ਸਕਿਨ ਤੇ ਕਈਆਂ ਦੇ ਮੁੱਕਦੇ ਨਹੀਂ ਫੰਗਲ ਇਨਫੈਕਸ਼ਨ, ਕਈਆਂ ਦੇ ਪਤਾ ਪੈਰਾਂ ਦੇ ਨੋਹ ਹੁੰਦੇ ਆ, ਖਰਾਬ ਹੋ ਜਾਂਦੇ ਆ, ਉਹਨਾਂ ਦੇ ਵਿੱਚ ਉਹ ਬ੍ਰਿਟਲ ਜਿਹੇ ਹੋ ਜਾਂਦੇ ਆ, ਭੁਰਨ ਲੱਗ ਪੈਂਦੇ ਆ ਥੱਲੇ, ਉਹਨਾਂ ਦੀ ਫੰਗਲ ਇਨਫੈਕਸ਼ਨ ਹੁੰਦਾ ਹੋਇਆ, ਉਹ ਵੀ ਸ਼ੂਗਰ ਕਰਕੇ ਹੁੰਦਾ ਭਾਜੀ। ਸੋ ਮੈਨੀ ਥਿੰਗਸ, ਹਾਂਜੀ, ਇਟ ਇਫੈਕਟਸ। ਪਰ ਜੀ ਇਹ ਗੱਲ ਦਾ ਪਤਾ ਨਹੀਂ ਲੱਗਦਾ। ਇੱਕ ਮੈਨੂੰ ਤੁਸੀਂ ਹੋਰ ਦੱਸੋ, ਤੁਹਾਨੂੰ ਪਤਾ ਬੜੀ ਪੁਰਾਣੀ ਆਪਣੀਆਂ ਜਿਹੜੀਆਂ ਲੇਡੀ ਬਜ਼ੁਰਗ ਹੁੰਦੀਆਂ ਸੀ, ਸਾਡੀਆਂ ਮਾਵਾਂ ਭੈਣਾਂ ਵੀ ਸਾਰੀਆਂ, ਇਹ ਜਦੋਂ ਨਾ ਕਿਤੋਂ ਬਾਹਰ ਮੈਂ ਥੱਕ ਗਈ, ਮੈਂ ਥੋੜਾ ਜਿਹਾ ਨਾ ਭਾਰਾ ਸੀ ਨਾ, ਮੈਨੂੰ ਚਾਹ ਬਣਾ ਦੇ, ਹਾਂਜੀ ਹਾਂਜੀ। ਇਹ ਫਰਕ ਪੈਂਦਾ ਕਿ ਮਾਈਂਡ 'ਚ ਹੀ ਇਹ ਸਾਰਾ ਕੁਝ ਹੈ? ਦੋਨੇ ਆ ਭਾਜੀ। ਇੱਕ ਤਾਂ ਸਾਈਕੋਲੋਜੀਕਲ ਇਫੈਕਟ ਹੋ ਜਾਂਦਾ ਹੈ, ਅਸੀਂ ਗਰਮ ਕੁਝ ਪੀਣਾ ਆ, ਉਹਨਾਂ ਅਸੀਂ ਬੈਟਰ ਫੀਲ ਕਰਾਂਗੇ। ਤੇ ਥੋੜਾ ਜਿਹਾ ਹੁੰਦਾ ਹੈ ਚਾਹ ਦੇ ਵਿੱਚ ਜਿਹੜੀ ਕੈਫੀਨ ਹੁੰਦੀ ਆ, ਕੈਫੀਨ ਵੀ ਸਟਿਮੂਲੈਂਟ ਆ, ਬ੍ਰੇਨ ਨੂੰ ਸਟਿਮੂਲੇਟ ਕਰ ਦਿੰਦੀ ਆ। ਤੇ ਬਾਕੀ ਜਿਹੜਾ ਸ਼ੂਗਰ ਆ ਉਹ ਹੈਗਾ ਹੀ ਸਟਿਮੂਲੈਂਟ ਆ, ਹਾਂਜੀ। ਤੇ ਇਹ ਤਾਂ ਹੁਣ ਪਤਾ ਲੱਗਿਆ ਜਦੋਂ ਨਹੀਂ ਪ੍ਰੋਪਰ ਸਾਇੰਟੀਫਿਕ ਸਟੱਡੀਜ਼ ਕੀਤੇ ਵੀ ਐਕਚੁਅਲੀ ਕੀ ਕਰਦਾ ਹੈ ਬ੍ਰੇਨ ਵਿੱਚ। ਪਰ ਨਾ ਦਿਮਾਗ ਇੱਕ ਬੜੀ ਕਮਾਲ ਦੀ ਚੀਜ਼ ਹੈ। ਤੁਸੀਂ ਆਪਣੇ ਦਿਮਾਗ 'ਚ ਕੋਈ ਚੀਜ਼ ਸੋਚਦੇ ਹੋ, ਫਿਰ ਤੁਸੀਂ ਸੋਚੇ ਜੇ ਮੈਨੂੰ ਇਹ ਮਿਲ ਜਾਵੇ ਤਾਂ ਮੈਂ ਠੀਕ, ਤੁਸੀਂ ਉਹ ਪੀ ਕੇ ਠੀਕ ਹੋ ਜਾਂਦੇ ਹੋ। ਹਾਲਾਂਕਿ ਤੁਸੀਂ ਪ੍ਰੋਫੈਸ਼ਨਲ ਹੋਮਿਓਪੈਥ ਦੀ ਜਾਂ ਦੂਜੀ ਦਵਾਈ ਖਾਂਦੇ ਹੋ, ਉਹ ਤੁਸੀਂ ਵੀਕ ਦੇ ਵੀਕ ਖਾਈ ਜਾਂਦੇ ਹੋ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਨੂੰ ਫਰਕ ਨਹੀਂ ਪੈਂਦਾ। ਚਾਹ ਦਾ ਕੱਪ ਪੀ ਕੇ 5 ਮਿੰਟਾਂ 'ਚ ਉਹਨਾਂ ਨੂੰ ਆਰਾਮ ਆ ਜਾਂਦਾ। ਹਾਂਜੀ, ਉਹੀ ਜਿੱਦਾਂ ਤੁਸੀਂ ਗਿੱਝੇ ਹੋ, ਤੁਹਾਡਾ ਬ੍ਰੇਨ ਗਿੱਝਿਆ ਆ, ਉਹ ਸਾਈਕੋਲੋਜੀਕਲ ਇਫੈਕਟ ਹੁੰਦਾ ਹੀ ਹੈ। ਇਹ ਤਾਂ ਹੁਣ ਸਾਇੰਟੀਫਿਕ ਸਟੱਡੀਜ਼ ਹੋ ਚੁੱਕੀਆਂ। ਫੋਕੀਆਂ ਗੋਲੀਆਂ ਦਿੰਦੇ ਕਈ ਵਾਰੀ ਲੋਕਾਂ ਨੂੰ, ਬਿਲਕੁਲ ਫੋਕੀਆਂ ਗੋਲੀਆਂ ਦੇ ਨਾਲ ਉਹ ਕਹਿੰਦੇ ਆਈ ਫੀਲ ਬੈਟਰ, ਕਰਕੇ ਉਹਨਾਂ ਨੂੰ ਲੱਗਦਾ ਹੈ ਵੀ ਉਹੀ ਗੋਲੀ ਹੈ ਜਿਹੜੀ ਮੈਂ ਪਹਿਲਾਂ ਖਾਂਦਾ ਹਾਂ, ਤੇ ਉਹਨਾਂ ਮੈਂ ਬੈਟਰ ਫੀਲ ਕਰਦਾ ਹਾਂ। ਸੋ ਪਲੇਸੀਬੋ ਇਫੈਕਟ ਜ਼ਰੂਰ ਹੁੰਦਾ। ਤੁਹਾਡਾ ਬ੍ਰੇਨ ਜਿਹੜਾ ਬੜੀ ਪਾਵਰਫੁਲ ਚੀਜ਼ ਆ, ਤੁਹਾਡੀ ਬਾਡੀ ਨੂੰ ਬਹੁਤ ਇਫੈਕਟ ਕਰਦਾ। ਇਸੇ ਤਰ੍ਹਾਂ ਜਿੱਦਾਂ ਆਪਾਂ ਪਹਿਲਾਂ ਸਮਝਾ ਚੁੱਕੇ ਹਾਂ ਵੀ ਜਦੋਂ ਕਿਸੇ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ, ਕੋਈ ਸਟ੍ਰੈਸ ਹੁੰਦੀ ਲਾਈਫ ਵਿੱਚ, ਕੋਈ ਟੈਨਸ਼ਨ, ਕੋਈ ਫੈਮਿਲੀ ਪ੍ਰੋਬਲਮ, ਤੇ ਉੱਥੋਂ ਬਿਮਾਰੀ ਸ਼ੁਰੂ ਹੋ ਜਾਂਦੀ ਹੈ ਫਿਜ਼ੀਕਲ ਬਾਡੀ ਦੀ, ਹਾਂਜੀ। ਸੋ ਆਲ ਥੀਸ ਇਮੋਸ਼ਨਲ ਪ੍ਰੋਬਲਮਸ ਜਿਹੜੇ ਆ ਬੜੇ ਇੰਪੋਰਟੈਂਟ ਆ ਇਹ, ਤੇ ਇੱਥੋਂ ਕਈ ਬਿਮਾਰੀਆਂ ਸ਼ੁਰੂ ਹੁੰਦੀਆਂ। ਪਰ ਜੀ ਤੁਹਾਡੇ ਦਿਮਾਗ 'ਚ ਕੋਈ ਵਰੀ ਹੋਵੇ, ਆਪਾਂ ਇਹਦੇ ਕੋਈ ਸ਼ੂਗਰ ਦੇ ਨਾਲ ਕਨੈਕਟ ਰੱਖਦੇ ਹਾਂ ਗੱਲ ਨੂੰ, ਤੁਸੀਂ ਨਾ ਦਿਮਾਗ 'ਚ ਲੈ ਕੇ ਤੁਸੀਂ ਸੌਂਦੇ ਹੋ, ਉਹ ਚੀਜ਼ ਤੁਹਾਨੂੰ ਤੁਸੀਂ ਕੋਸ਼ਿਸ਼ ਕਰਦੇ ਕਿ ਮੈਂ ਇਹਨੂੰ ਦਿਮਾਗ ਨੂੰ ਬੰਦ ਕਰਕੇ ਮੈਂ ਆਪਣੀ ਨੀਂਦ ਪੂਰੀ ਕਰਾਂ, ਹੁੰਦੀ ਹੁੰਦੀ ਕਰਕੇ ਤੁਸੀਂ ਇੰਨਾ ਟੈਨਸ਼ਨ ਲਿਆ, ਉਹ ਟੇਕ ਓਵਰ ਕਰ ਲੈਂਦਾ ਨਾ, ਸਾਰਾ ਟੇਕ ਓਵਰ ਕਰ ਲੈਂਦਾ, ਹਾਂਜੀ, ਦੈਟਸ ਰਾਈਟ, ਯਾ ਟੇਕ ਓਵਰ ਹੋ ਜਾਂਦਾ। ਤੇ ਤੁਸੀਂ ਕਨਸਟੈਂਟਲੀ ਉਹ ਚੀਜ਼ ਬਾਰੇ ਫਿਕਰ ਕਰੀ ਜਾਂਦੇ, ਉਹ ਫਿਰ ਦਿਮਾਗ 'ਚ ਘੁੰਮੀ ਜਾਂਦੀ ਹੈ ਗੱਲ, ਤੇ ਤੁਹਾਨੂੰ ਨੀਂਦ ਨਹੀਂ ਆਉਂਦੀ ਫਿਰ, ਜਾਂ ਤੇ ਰਿਲੈਕਸ ਨਹੀਂ ਹੁੰਦੇ ਸਹੀ, ਹਾਂਜੀ। ਜੀ ਜਿੱਦਾਂ ਹੁਣ ਤੁਸੀਂ ਸ਼ੂਗਰ ਦੀ ਗੱਲ ਕੀਤੀ ਹੈ, ਵਾਈਟ ਸ਼ੂਗਰ ਦੀ, ਵਾਈਟ ਸਾਲਟ ਹੋਇਆ, ਇਹਨੂੰ ਬੜੇ ਸਾਲ ਲੱਗੇ ਪਤਾ ਲੱਗਣ ਨੂੰ ਕਿ ਦੋਨੋਂ ਖਰਾਬ ਚੀਜ਼ਾਂ ਨੇ ਆਪਣੇ ਲਈ, ਨਾ ਤੇ ਸਾਲਟ ਅੱਛਾ, ਚਿੱਟਾ ਸਾਲਟ, ਜਾਂ ਤੁਸੀਂ ਸ਼ੂਗਰ ਦੀ ਗੱਲ ਕਰਦੇ ਹੋ। ਤੇ ਇਨਫੈਕਟ ਹਾਲ ਵੀ ਲੋਕੀ ਬਹੁਤ ਅਵੇਅਰ ਨਹੀਂ ਹੈਗੇ। ਆਮ ਗਲਾਡ ਅਸੀਂ ਤੁਸੀਂ ਸ਼ੋਅ ਕੀਤਾ ਦੇ ਬਾਰੇ ਬੜੀ ਅੱਖਾਂ ਖੁੱਲੀਆਂ। ਇਮੀਡੀਏਟਲੀ ਬੰਦਾ ਪੜ੍ਹਿਆ ਲਿਖਿਆ ਨਾ ਵੀ ਹੋਵੇ, ਤੁਸੀਂ ਸ਼ੂਗਰ ਨੂੰ ਡਾਇਬੀਟੀਜ਼ ਨਾਲ ਲਿੰਕ ਕਰ ਦਿੰਦੇ ਹੋ ਫਟਾਫਟ। ਕਦੀ ਬੰਦਾ ਨਹੀਂ ਸੋਚ ਸਕਦਾ ਕਿ ਉਹ ਬ੍ਰੇਨ ਨੂੰ ਕਿੱਦਾਂ ਅਫੈਕਟ ਕਰਦਾ ਹੈ। ਹਾਂ, ਦੈਟਸ ਰਾਈਟ। ਇਹ ਤਾਂ ਹੁਣ ਨਵੀਂ ਰਿਸਰਚ ਜਿਹੜੀ ਉਹ ਤੋਂ ਪਤਾ ਲੱਗਦਾ ਹੈ। ਤੇ ਇੱਕ ਐਕਸਪੈਰੀਮੈਂਟ ਚੂਹਿਆਂ ਨਾਲ ਵੀ ਕੀਤਾ ਸੀ ਭਾਜੀ। ਇੱਕ ਪਾਸੇ ਉਹਨਾਂ ਨੂੰ ਸ਼ੂਗਰ ਸੋਲੂਸ਼ਨ ਰੱਖ ਦਿੱਤਾ ਪੀਣ ਲਈ, ਇੱਕ ਪਾਸੇ ਕੋਕੇਨ ਦਾ। ਤੁਸੀਂ ਵੱਜੋ ਕਿੱਧਰ ਉਹ ਨਹੀਂ ਪਸੰਦ ਕੀਤਾ, ਕਿੱਧਰ ਜ਼ਿਆਦਾ ਪੀਣ, ਸ਼ੂਗਰ ਵੱਲ ਗਏ। ਆਪਾਂ ਦੀ ਗੱਲ ਕਰਦੇ, ਬੜਾ ਇੰਟਰਸਟਿੰਗ। ਆਪਾਂ ਪਹਿਲਾਂ ਕਾਲ ਲੈ ਲਈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ। ਹੈਲੋ ਜੀ ਭਾਜੀ, ਸਤਿ ਸ਼੍ਰੀ ਅਕਾਲ। ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ ਜੀ? ਅਸੀਂ ਕੌਂਟਰੀ ਚ ਪਹੁੰਚੇ, ਡਾਕਟਰ ਨਾਲ ਗੱਲ ਕਰਨੀ ਹੈ। ਬਿਲਕੁਲ, ਤੁਸੀਂ ਬੋਲੋ, ਡਾਕਟਰ ਸਾਹਿਬ ਸੁਣ ਰਹੇ ਨੇ, ਪੁੱਛੋ ਕੀ ਪੁੱਛਣਾ ਚਾਹੁੰਦੇ ਹੋ। ਉਹ ਗੱਲਾਂ ਕਰਦੇ ਆ ਕਿਸੇ ਨਾਲ? ਨਹੀਂ, ਤੁਸੀਂ ਤੁਹਾਡੇ ਨਾਲ ਗੱਲਾਂ ਕਰਦੇ ਨੇ, ਹੁਣ ਤੁਸੀਂ ਗੱਲਾਂ ਕਰੋ। ਅੱਛਾ, ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਮੈਂ ਤੁਹਾਨੂੰ ਪੁੱਛਣਾ ਸੀਗਾ ਭਈ, ਇੱਕ ਕੁੜੀ ਦੇ ਕੱਛਾਂ ਦੇ ਵਿੱਚ ਕੁਛ ਰਾਰੀਆਂ ਹੁੰਦੀਆਂ ਬਹੁਤ, ਹਾਂਜੀ, ਤੇ ਫਿਰ ਉਹਨਾਂ ਚੋਂ
ਤਿੰਨੇ ਚੌਂ ਵੀ ਕਿ ਫਿਰ ਪਾਣੀ ਬਹੁਤ ਜਾਂਦਾ ਤੇ ਨਾਲੇ ਲਹੂ ਵੀ ਜਾਂਦਾ ਨਾਲ। ਹਾਂਜੀ ਹਾਂਜੀ ਤੇ ਫਿਰ ਇੱਕ ਪੋੜ ਆਇਆ ਧੁੰਨੀ ਦੇ ਥੱਲੇ। ਹਾਂਜੀ ਫਿਰ ਇਹਦਾ ਕੋਈ ਇਲਾਜ ਹੈਗਾ? ਹਾਂਜੀ ਭੈਣ ਜੀ, ਇਦਾਂ ਲੱਗਦਾ ਪਿਆ ਉਹਦੇ ਇਨਫੈਕਸ਼ਨ ਹੋਇਆ ਤੁਸੀਂ ਸਕਿਨ ਬੋਲ ਦੇ। ਥੋੜਾ ਜਿਹਾ ਜ਼ਿਆਦਾ ਕਰੋ, ਮੈਨੂੰ ਸੁਣਦਾ ਨਹੀਂ। ਹਾਂਜੀ ਭੈਣ ਜੀ, ਇਦਾਂ ਲੱਗਦਾ ਪਿਆ ਕੋਈ ਇਨਫੈਕਸ਼ਨ ਹੋਈ ਆ ਉਹਦੇ ਸਕਿਨ ਦੇ ਵਿੱਚ। ਉਹ ਅੱਜ ਦੀ ਨਹੀਂ, ਇਹ ਤਾਂ 15-20 ਸਾਲਾਂ ਦਾ ਆਰਾਮ ਨਹੀਂ ਕਿਤੇ ਆਉਂਦਾ। ਹਸਪਤਾਲ ਵਾਲੇ ਵੀ ਬਹੁਤ ਜ਼ੋਰ ਲਾ ਹਟਿਆ, ਇਹ 2 ਵੀ ਆਪਰੇਸ਼ਨ ਕਰ ਹਟਿਆ, ਉਹ ਇਹ ਆਰਾਮ ਨਹੀਂ ਇਹਨੂੰ ਆਉਂਦਾ। ਹਾਂਜੀ ਕੋਈ ਨਹੀਂ ਭੈਣ ਜੀ, ਹੋ ਜਾਊਗਾ। ਉਹਦਾ ਇਮਿਊਨਿਟੀ ਸਿਸਟਮ ਜਿਹੜਾ ਹੈ ਲੋ ਹੋ ਚੁੱਕਾ ਹੈ। ਹੈ ਇਮਿਊਨ ਸਿਸਟਮ ਜਿਹੜਾ ਪੂਰਾ ਕੰਮ ਨਹੀਂ ਕਰ ਰਿਹਾ। ਥੋੜਾ ਆ ਬੋਲ। ਹਾਂਜੀ ਭਾਜੀ ਪਤਾ ਕੀ ਕਰੋ ਬੈਸਟ, ਕਿਉਂਕਿ ਤੁਹਾਨੂੰ ਆਵਾਜ਼ ਨਹੀਂ ਆ ਰਹੀ ਟੈਲੀਫੋਨ ਦੇ ਵਿੱਚ ਨਹੀਂ, ਸ਼ਾਇਦ ਚੱਲ- ਤੁਸੀਂ- ਹਾਂ ਮੇਰੀ ਗੱਲ ਸੁਣੋ, ਤੁਹਾਡਾ ਟੈਲੀਫੋਨ ਨੰਬਰ ਡਾਕਟਰ ਨੂੰ ਦਵਾਂਗੇ ਤੇ ਡਾਕਟਰ ਸਾਹਿਬ ਤੁਹਾਨੂੰ 1-2 ਦਿਨਾਂ ਦੇ ਵਿੱਚ ਜਾਂ ਵੀਕ ਦੇ ਵਿੱਚ ਕਾਲ ਕਰਨਗੇ, ਫਿਰ ਖੁੱਲ ਕੇ ਗੱਲ ਕਰ ਲਿਓ, ਠੀਕ ਹੈ? ਸ਼ਾਇਦ ਮਤਲਬ ਦਾ ਡ੍ਰੌਪ ਹੋ ਗਈ। ਭੈਣ ਜੀ ਮੈਂ ਦੁਬਾਰਾ ਰਿਪੀਟ ਕਰ ਦਿੰਦਾ, ਤੁਹਾਡੀ ਆਵਾਜ਼ ਦੀ ਤੁਹਾਨੂੰ ਪ੍ਰੋਬਲਮ ਸੀਗੀ, ਤੁਹਾਡੀ ਆਵਾਜ਼ ਬਹੁਤ ਕਲੀਅਰ ਆ ਰਹੀ ਸੀਗੀ। ਤੁਹਾਡਾ ਟੈਲੀਫੋਨ ਨੰਬਰ ਡਾਕਟਰ ਨੂੰ ਦਿੱਤਾ ਜਾਏਗਾ ਤੇ ਇਹ ਤੁਹਾਨੂੰ ਜਦੋਂ ਇਹਨਾਂ ਨੂੰ ਮੌਕਾ ਲੱਗੇਗਾ 2-4 ਦਿਨਾਂ ਜਾਂ ਵੀਕ ਦੇ ਵਿੱਚ ਤੁਹਾਨੂੰ ਕਾਲ ਕਰਨਗੇ, ਫਿਰ ਤੁਸੀਂ ਖੁੱਲ ਕੇ ਆਪਣਾ ਡਾਕਟਰ ਦੀ ਬਿਮਾਰੀ ਸਮਝਾ ਸਕਦੇ ਹੋ ਤੇ ਡਾਕਟਰ ਸਾਹਿਬ ਤੁਹਾਨੂੰ ਦੱਸਣਗੇ ਕੀ ਇਲਾਜ ਉਹਦਾ ਹੈਗਾ। ਤੇ ਇਹ ਕੋਈ ਬੜੀ ਪੁਰਾਣੀ ਗੱਲ ਹੈਗੀ ਹੈ। ਹਾਂਜੀ, ਸੋ ਇੱਕ 15 ਕ੍ਰੋਨਿਕ ਇਨਫੈਕਸ਼ਨ ਹੋ ਗਈ ਸਕਿਨ ਦੇ ਵਿੱਚ ਤੇ ਇਹਦਾ ਇਹੀ ਕਾਰਨ ਆ ਕਿ ਉਹਦੀ ਇਮਿਊਨਿਟੀ ਲੋ ਹੋਈ ਆ ਤੇ ਇਮਿਊਨ ਸਿਸਟਮ ਜਿਹੜਾ ਉਹ ਇਨਫੈਕਸ਼ਨ ਓਵਰਕਮ ਨਹੀਂ ਕਰ ਰਿਹਾ। ਤੇ ਇਹਦਾ ਜਿਹੜੇ ਆਪਾਂ ਗੱਲ ਕਰ ਰਹੇ ਆ ਸ਼ੂਗਰ ਦੀ, ਹੈ ਨਾ, ਹੋ ਸਕਦਾ ਕਿ ਸ਼ੂਗਰ ਕਰਕੇ ਇਹ ਇਨਫੈਕਸ਼ਨ ਹੋਈ ਆ, ਕਿਉਂਕਿ ਇਮਿਊਨਿਟੀ ਵੀ ਤੁਹਾਡੀ ਡਾਊਨ ਹੁੰਦੀ ਹੈ ਸ਼ੂਗਰ ਦੇ ਨਾਲ। ਜ਼ਿਆਦਾ ਸ਼ੂਗਰ ਖਾਣ ਦੇ ਨਾਲ ਇਮਿਊਨ ਸਿਸਟਮ ਵੀ ਇਫੈਕਟ ਪੈਂਦਾ ਭਾਜੀ। ਨਾਟ ਓਨਲੀ ਦੈਟ, ਤੇ ਤੁਹਾਡੇ ਬ੍ਰੇਨ ਤੇ ਜਿਹੜਾ ਇਫੈਕਟ ਪੈਂਦਾ ਹੈ ਨਾ, ਤੇ ਕਈ ਇਦਾਂ ਧੁੰਦਲਾ ਜਿਹਾ ਦਿਮਾਗ ਹੋ ਜਾਂਦਾ ਨਾ, ਵੀ ਤੁਸੀਂ ਕਲੀਅਰ ਨਹੀਂ ਕਈ ਵਾਰੀ ਸੋਚ ਸਕਦੇ। ਬ੍ਰੇਨ ਫੌਗ ਜਿਹਨੂੰ ਕਹਿੰਦੇ ਆ, ਤੇ ਉਹਨੂੰ ਵੀ ਇਫੈਕਟ ਕਰਦੀ ਸ਼ੂਗਰ, ਮੈਮਰੀ ਨੂੰ ਵੀ ਇਫੈਕਟ ਕਰਦੀ ਹੈ। ਹਾਂਜੀ, ਤੇ ਇੱਕ ਨੰਬਰ 3 ਚੀਜ਼ ਆ, ਆਪਾਂ ਲੇਟਰ ਔਨ ਡਿਸਕਸ ਕਰਾਂਗੇ, ਐਲਜ਼ਾਈਮਰਸ ਡਿਜ਼ੀਜ਼, ਡਿਮੈਂਸ਼ੀਆ ਜਿਹੜਾ ਤੇ ਉੱਥੇ ਕੀ ਕਰਦਾ ਇਹ। ਠੀਕ ਹੈ, ਆਪਾਂ ਸ਼ੋਅ ਕਰਾਂਗੇ ਉੱਪਰ ਪ੍ਰੋਡਕਟ ਉਹਦੇ ਉੱਪਰ। ਹਾਂਜੀ ਭਾਜੀ ਇਹ ਜਿਹੜੀਆਂ ਚੀਜ਼ਾਂ ਨੇ, ਦੇਖੋ ਨਕਾਲ ਚੱਲਣ ਤੇ ਤੁਸੀਂ ਇਦਾਂ ਦਾ ਸ਼ੋਅ ਲੈ ਕੇ ਆਉਂਦੇ ਹੋ, ਬੜਾ ਲੋਕੀ ਅਵੇਅਰ ਹੁੰਦੇ ਨੇ, ਲੋਕਾਂ ਨੂੰ ਪਤਾ ਲੱਗਦਾ ਕਿ ਕੀ ਕਰਨਾ ਚਾਹੀਦਾ ਕੀ ਨਹੀਂ। ਅੱਜ ਨੂੰ ਕਿ ਲੋਕੀ ਜਦੋਂ ਡਾਕਟਰ ਸਾਹਿਬ ਗੱਲ ਸੁਣ ਕੇ ਆਪਣੇ ਚ ਚੇਂਜ ਲੈ ਕੇ ਆਉਂਦੇ ਨੇ ਕਿ ਵੇਟ ਕਰਦੇ ਮੈਨੂੰ ਬਿਮਾਰੀ ਹੋਵੇ ਮੈਂ ਫੇਰ ਚੇਂਜ ਕਰਾਂ, ਤੁਹਾਨੂੰ ਕੀ ਲੱਗਦਾ? ਦੈਟਸ ਰਾਈਟ। ਅਸੀਂ ਐਕਚੁਅਲੀ ਅਸੀਂ ਮੈਨੀਪੂਲੇਟ ਹੋ ਰਹੇ ਹਾਂ ਜੀ। ਹਾਂਜੀ, ਪਹਿਲਾਂ ਤਾਂ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀਆਂ ਦਵਾਈਆਂ ਬਣਾਉਣੀਆਂ ਕੰਪਨੀਆਂ, ਉਹ ਸਾਨੂੰ ਮੈਨੀਪੂਲੇਟ ਕਰ ਰਹੇ ਆ। ਹਾਂਜੀ, ਇਸੇ ਤਰੀਕੇ ਨਾਲ ਭਾਜੀ ਜਿਹੜੇ ਫੂਡ ਮੈਨੂਫੈਕਚਰਰਸ ਆ, ਉਹ ਸਾਨੂੰ ਯੂਜ਼ ਕਰ ਰਹੇ, ਕੰਟਰੋਲ ਕਰ ਰਹੇ ਆ। ਹਾਂਜੀ, ਮੈਨੀਪੂਲੇਟ ਕਰ ਰਹੇ ਸਾਨੂੰ। ਤੁਸੀਂ ਦੇਖੋ ਵੀ ਕਈ ਫੂਡ ਹੁੰਦੇ ਆ, ਜਿੱਦਾਂ ਹੋ ਗਿਆ ਟਮਾਟੋ ਕੈਚਅਪ ਹੋ ਗਿਆ, ਬ੍ਰੈਡ ਵੀ ਕਈ ਬ੍ਰਾਂਡਸ ਜਿਹੜੇ ਹੈਗੇ ਆ, ਤੇ ਹੋਰ ਕਈ ਪੈਕੇਟ ਫੂਡਸ, ਉਹਨਾਂ ਦੇ ਵਿੱਚ ਐਡਡ ਸ਼ੂਗਰ ਹੁੰਦੀ ਆ। ਹਾਂਜੀ, ਤੁਹਾਨੂੰ ਪਤਾ ਨਹੀਂ ਲੱਗਦਾ ਵੀ ਸ਼ੂਗਰ ਪਾਈ ਹੋ। ਜੇ ਤੁਸੀਂ ਉਹਦੇ ਪੜੋ ਵੀ ਉੱਤੇ ਇੰਗਰੀਡੀਐਂਟਸ ਨਾ, ਬਹੁਤ ਸਾਰੀ ਬਰੀਕ ਲੈਟਰਸ ਵਿੱਚ ਲਿਖੀ ਹੁੰਦੀ ਆ ਇੰਗਰੀਡੀਐਂਟਸ, ਸ਼ੂਗਰ ਹੁੰਦੀ ਉਹਦੇ ਵਿੱਚ। ਕਈ ਲੋਕ ਖਿਆਲ ਰੱਖਦੇ, ਬਹੁਤ ਰੱਖਦੇ ਵੀ ਨਹੀਂ। ਆਪਾਂ ਇੱਕ ਹੋਰ ਕਾਲ ਲੈਂਦੇ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਭਾਜੀ, ਸਤਿ ਸ਼੍ਰੀ ਅਕਾਲ। ਕੌਣ ਬੋਲਦੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਭਾਜੀ ਅਸੀਂ ਲੰਡਨ ਤੋਂ ਬੋਲ ਰਹੇ ਹਾਂ, ਹਾਂਜੀ। ਸਾਊਥ ਹਾਲ ਤੋਂ। ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹੁੰਦਾ, ਤੁਸੀਂ ਬੜੀ ਮਿਹਨਤ ਕਰਦੇ ਹੋ ਭਾਜੀ। ਕੋਸ਼ਿਸ਼ ਹੁੰਦੀ ਹੈ ਆਪਣੇ ਲੋਕਾਂ ਦਾ ਭਲਾ ਹੋ ਸਕੇ, ਬਸ ਬਿਮਾਰੀਆਂ ਬਹੁਤ ਹੈ। ਡਾਕਟਰ ਸਾਹਿਬ ਦਾ ਪ੍ਰੋਗਰਾਮ ਦੇਖਿਆ ਕਰੋ। ਬਿਮਾਰੀ ਆਉਣ ਤੋਂ ਪਹਿਲਾਂ ਤੁਸੀਂ ਆਪਣਾ ਇਲਾਜ ਕਰੋਗੇ ਤੇ ਪ੍ਰੀਕਾਸ਼ਨ ਕਰੋਗੇ ਤੇ ਚੰਗੀ। ਕੀ ਪੁੱਛਣਾ ਚਾਹੁੰਦੇ ਹੋ? ਮੈਂ ਡਾਕਟਰ ਸਾਹਿਬ ਜੀ ਨਾਲ ਗੱਲ ਕਰਨਾ ਚਾਹਨੀ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ, ਦੱਸੋ ਜੀ ਕੀ ਪੁੱਛਣਾ? ਮੈਂ ਪੁੱਛਣਾ ਸੀ ਕਿ ਮੇਰੀ ਇੱਕ ਕੁੜੀ ਹੈ, ਉਹਦੀ 40 ਸਾਲ ਦੀ ਉਮਰ ਹੈ ਇਸ ਟਾਈਮ। ਹਾਂਜੀ, ਮੈਂ ਪੁੱਛਣਾ ਸੀ ਕਿ ਮੇਰੀ ਕੁੜੀ ਦੀ 40 ਸਾਲ ਉਮਰ ਹੈ। ਹਾਂਜੀ। ਤੇ ਉਹਨਾਂ ਨੂੰ ਨਾ ਬਚਪਨ ਤੋਂ, ਜਿਵੇਂ ਕਿ 10 ਸਾਲ ਦੀ ਸੀ, ਤੇ ਉਹਨਾਂ ਨੂੰ ਨਾ ਕੋਈ ਪਿੰਡੇ ਦੇ ਉੱਤੇ ਅਲਰਜੀ, ਜੇ ਛਾਲੇ ਕੁਚਲੀ ਹੁੰਦੀ ਹੈ, ਐਵੇਂ ਬਣ ਜਾਂਦੇ। ਵੀਕ ਵਿੱਚ 2 ਵਾਰ 3 ਵਾਰ 1 ਵਾਰ ਇਸ ਤਰ੍ਹਾਂ ਦਾ ਉਹਦੇ ਪਿੰਡਾ ਸਾਰਾ ਐਵੇਂ ਛਾਲੇ ਚਿੱਟੇ ਛਾਲੇ ਨਹੀਂ ਹੁੰਦੇ ਜਿਵੇਂ ਚੱਕਲੇ ਕਿਸੇ ਨੇ ਕੱਟੇ ਹੋਵੇ ਕੁਛ, ਉਹਨੂੰ ਅਲਰਜੀ ਹੈ। ਤੇ ਉਹ ਪਤਾ ਨਹੀਂ ਕਿਸੇ ਖਾਣ ਪੀਣ ਦੀ ਪਰਹੇਜ਼ ਨਾਲ ਹੁੰਦਾ ਹੈ, ਕਿਸ ਚੀਜ਼ ਨਾਲ ਹੁੰਦਾ ਹੈ, ਤੇ ਉਹਦਾ ਇਲਾਜ ਕਰਾਉਣਾ ਮੈਂ ਚਾਹੁੰਦੀ ਹਾਂ। ਤੇ ਉਹ ਰਹਿੰਦੀ ਹੈ ਗਲਾਸਕੋ, ਤੇ ਉਹਦੀ ਅਪਾਇੰਟਮੈਂਟ ਬਣਾਉਣੀ ਹੈ, ਫਿਰ ਉਹਨੂੰ ਬੁਲਾਉਣਾ ਹੈ, ਤੁਹਾਡੇ ਨਾਲ ਗੱਲ ਕਰਨੀ ਹੈ। ਠੀਕ ਹੈ ਭੈਣ ਜੀ, ਹੋ ਜਾਊਗਾ। ਅਸੀਂ ਤੁਹਾਨੂੰ ਫੋਨ ਕਰਾਂਗੇ ਤੇ ਅਪਾਇੰਟਮੈਂਟ ਬਣਾ ਕੇ ਪੂਰੀ ਗੱਲ ਕਰਾਂਗੇ ਤੁਹਾਡੀ ਬੇਟੀ ਦੇ ਨਾਲ, ਤੇ ਜ਼ਰੂਰ ਦਵਾਈ ਉਹਨਾਂ ਨੂੰ ਦੇਵਾਂਗੇ। ਠੀਕ ਹੈ ਜੀ?
ਠੀਕ ਹੈ ਭੈਣ ਜੀ, ਸਮਝ ਆ ਗਈ ਤੁਹਾਨੂੰ? ਮੈਨੂੰ ਲੱਗਦਾ ਸ਼ਾਇਦ ਉਹਨੇ ਕਾਲ ਡ੍ਰੌਪ ਕਰ ਲਈ। ਭੈਣ ਜੀ ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਜੋ ਤੁਸੀਂ ਆਪਣੀ ਡਾਕਟਰ ਦੀ ਬਿਮਾਰੀ ਦੱਸੀ ਹੈ ਤੇ ਡਾਕਟਰ ਸਾਹਿਬ ਨੂੰ ਫੋਨ ਦਿੱਤਾ ਜਾਏਗਾ, ਉਹ ਤੁਹਾਨੂੰ ਕਾਲ ਕਰਨਗੇ, ਪਰ ਤੁਸੀਂ ਖੁੱਲ ਕੇ ਬਿਮਾਰੀ ਬਾਰੇ ਸਮਝਾ ਦੇਣਾ, ਜੋ ਔਨ 에ਅਰ ਨਹੀਂ ਹੁੰਦੀ ਗੱਲ ਵਗੈਰਾ, ਤੇ ਤੁਹਾਨੂੰ ਫਿਰ ਇਲਾਜ ਡਾਕਟਰ ਸਾਹਿਬ ਦੱਸ ਸਕਦੇ ਨੇ ਕਿ ਕਿਸ ਤਰ੍ਹਾਂ ਇਲਾਜ ਹੋ ਸਕਦਾ ਉਹਨਾਂ ਦਾ। ਤੁਹਾਨੂੰ ਪੱਕਾ ਡਾਕਟਰ ਸਾਹਿਬ ਟਾਈਮ ਦਾ ਵਾਅਦਾ ਨਹੀਂ ਦਿੰਦੇ, ਵੀਕ ਤੱਕ, 1.5 ਵੀਕ ਤੱਕ ਤੁਹਾਨੂੰ ਜਦੋਂ ਵੀ ਤੁਹਾਡੀ ਟਰਨ ਹੈ ਤੁਹਾਨੂੰ ਕਾਲ ਕਰਨਗੇ। ਥੈਂਕ ਯੂ ਜੀ। ਡਾਕਟਰ ਸਾਹਿਬ ਅਸੀਂ ਉਹਦੀ ਗੱਲ ਕਰਦੇ ਸੀ, ਮੈਂ ਥੋੜਾ ਜਿਹਾ ਤੁਹਾਨੂੰ ਹੋਰ ਪੁੱਛਦਾ, ਇਹ ਜਿਹੜੀ ਮੈਡੀਸਿਨ ਜਦੋਂ ਵੀ ਬਣਦੀ ਹੈ ਮਾਰਕੀਟ ਤੋਂ ਪਹਿਲਾਂ ਉਹ ਜਾਨਵਰਾਂ ਤੇ ਜਿੱਦਾਂ ਚੂਹੇ ਤੇ ਉਹਨੂੰ ਇਸਤੇਮਾਲ ਕੀਤੀ ਜਾਂਦੀ ਹੈ। ਭਾਜੀ ਮੈਨੂੰ ਇੱਕ ਚੀਜ਼ ਸਮਝ ਨਹੀਂ ਪੈਂਦੀ, ਹੁਣ ਉਹਦਾ ਚੂਹੇ ਦਾ ਤੇ ਇਨਸਾਨ ਦਾ ਕੀ ਤਾਲਕ ਹੈ, ਕੀ ਉਹ ਕੰਬੀਨੇਸ਼ਨ ਹੁੰਦੀ ਕਿ ਤੁਸੀਂ ਜੋ ਉੱਥੇ ਕੰਮ ਕੀਤਾ ਤੁਹਾਡੇ ਵੀ ਕਰੇਗਾ? ਹਾਂ ਦੱਸ ਰਹੀ, ਜ਼ਰੂਰੀ ਨਹੀਂ ਹੈਗਾ ਪਰ ਤੁਹਾਡੇ ਤੇ ਵੀ ਸੇਮ ਇਫੈਕਟ ਹੋਏਗਾ। ਸਮਝ ਗਏ ਨਾ? ਹਾਂ, ਪਰ ਇਹਨਾਂ ਦਾ ਪ੍ਰੋਟੋਕਾਲ ਬਣਿਆ ਹੈ ਨਾ, ਵੀ ਜਦੋਂ ਦਵਾਈ ਟੈਸਟ ਕਰਨੀ ਆ ਪਹਿਲਾਂ ਇਹ ਛੋਟੇ ਛੋਟੇ ਜਾਨਵਰਾਂ ਤੇ ਟੈਸਟ ਕਰਦੇ ਆ ਤੇ ਉਹ ਦੇਖਦੇ ਪਈ ਲੀਥਲ ਡੋਜ਼ ਕਿੰਨਾ ਹੁੰਦਾ ਹੈ। ਹਾਂਜੀ, ਫਿਰ ਚਲੋ ਜੇ ਚੂਹਾ ਮਰ ਗਿਆ ਤਾਂ ਕੋਈ ਨਹੀਂ, ਬੰਦਾ ਨਾ ਮਰੇ, ਹੈ ਨਾ। ਪਰ ਹੈਗਾ ਤਾਂ ਸਿਸਟਮ ਇਹ ਗਲਤ ਹੀ ਆ, ਪਰ ਫਿਰ ਵੀ ਨਹੀਂ ਆਪਣਾ ਇਹ ਪ੍ਰੋਸੀਜਰ ਇੱਕ ਬਣਾਇਆ ਵੀ ਪਹਿਲਾਂ ਛੋਟੇ ਜਾਨਵਰਾਂ ਤੇ ਟੈਸਟ ਕਰੋ ਦਵਾਈ। ਭਾਜੀ ਜਾਸੀ ਚੂਹੇ ਤੇ ਮੌਂਕੀਜ਼ ਦੇ ਉੱਪਰ ਇਦਾਂ ਦੇ ਜਾਨਵਰਾਂ ਤੇ ਜ਼ਿਆਦਾ ਕਰਦੇ ਨੇ? ਹਾਂਜੀ ਜ਼ਿਆਦਾ ਕਰਦੇ ਆ, ਪਹਿਲਾਂ ਚੂਹਿਆਂ ਤੇ ਕਰਦੇ ਆ, ਫਿਰ ਕੁੱਤਿਆਂ ਤੇ ਜਾਂ ਬਾਂਦਰਾਂ ਤੇ ਕਰਦੇ ਆ। ਤੇ ਪਰ ਹੈਗਾ ਤਾਂ ਇਹ ਜ਼ੁਲਮ ਕਰ ਰਹੇ ਜਿਹਨਾਂ ਉਹਨਾਂ ਤੇ ਟੈਸਟ ਕਰ ਰਹੇ ਇਦਾਂ ਦੀਆਂ ਦਵਾਈਆਂ, ਪਰ ਉਹਨਾਂ ਦਾ ਹੁਣ ਸਿਸਟਮ ਬਣਿਆ ਪਈ ਨੈਸੈਸਿਟੀ ਹੈ, ਇਸੇ ਤਰੀਕੇ ਨਾਲ ਅਸੀਂ ਕਰਨਾ ਹੈ ਟੈਸਟ। ਪਰ ਇੱਕ ਗੱਲ ਹੋਰ ਵੀ ਹੈਗੀ ਡਾਕਟਰ ਸਾਹਿਬ, ਜੇ ਇਦਾਂ ਨਾ ਕਰਨ ਤੇ ਫਿਰ ਤਾਂ ਮਾਰਕੀਟ ਚਾਲਣਾ ਮੁਸ਼ਕਿਲ ਹੈ, ਕੁਝ ਤਾਂ ਉਹਨਾਂ ਨੂੰ ਟੈਸਟ ਕਰਨਾ ਪੈਂਦਾ ਹੈ ਨਾ? ਉਹ ਕਰਨਾ ਤਾਂ ਪੈਂਦਾ ਹੀ ਆ। ਹਾਂਜੀ, ਉਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦੀ ਬਿਜ਼ਨਸ ਆ ਇੱਕ, ਹਾਂਜੀ, ਤੇ ਪੈਸੇ ਕਮਾਉਣ ਦਾ ਤਰੀਕਾ ਆ। ਤੇ ਇਦਾਂ ਵੀ ਹੈਗਾ ਵੀ ਦੇਖੋ ਹੁਣ ਇਹ ਦਵਾਈਆਂ ਜਿਹੜੀਆਂ ਬਿਮਾਰੀ ਨੂੰ ਕੰਟਰੋਲ ਵੀ ਕਰਦੀਆਂ, ਜੇ ਤੁਸੀਂ ਹੁਣ ਆਪਣੀ ਦਵਾਈ ਕੋਈ ਲੌਂਗ ਟਰਮ ਖਾਂਦੇ ਆ, ਤੁਸੀਂ ਇੱਕਦਮ ਛੱਡ ਦਿਓ ਤਾਂ ਤੁਹਾਡੀ ਬਿਮਾਰੀ ਆਊਟ ਆਫ ਕੰਟਰੋਲ ਹੋ ਜਾਊਗੀ। ਹਾਂਜੀ, ਤੇ ਤੁਸੀਂ ਹਸਪੀਟਲ ਪਹੁੰਚ ਜਾਓਗੇ। ਸੋ ਇਸੇ ਕਰਕੇ ਮੈਂ ਹਰੇਕ ਨੂੰ ਕਹਿੰਦਾ ਹੁੰਦਾ ਵੀ ਤੁਸੀਂ ਜਿਹੜੀਆਂ ਆਲਰੇਡੀ ਦਵਾਈਆਂ ਖਾਂਦੇ ਆ ਇੱਕਦਮ ਕਦੇ ਵੀ ਛੱਡੋ ਨਾ। ਹਾਂਜੀ, ਬਿਲਕੁਲ ਤੁਸੀਂ ਪ੍ਰੋਫੈਸ਼ਨਲ ਐਡਵਾਈਸ ਲਓ, ਕਿਉਂਕਿ ਤੁਹਾਡਾ ਉਹ ਦਵਾਈ ਚਲੋ ਤੁਹਾਨੂੰ ਕਿਉਰ ਤਾਂ ਨਹੀਂ ਕਰ ਰਹੀ, ਪਰ ਫਿਰ ਵੀ ਤੁਹਾਡੀ ਬਿਮਾਰੀ ਨੂੰ ਕੰਟਰੋਲ ਤਾਂ ਕਰਦੀ ਆ। ਹਾਂਜੀ, ਸੋ ਤੁਸੀਂ ਹਰ ਵੇਲੇ ਆਪਣੀ ਬਿਮਾਰੀ ਨੂੰ ਕੰਟਰੋਲ 'ਚ ਰੱਖੋ, ਆਊਟ ਆਫ ਕੰਟਰੋਲ ਨਾ ਹੋਣ ਦਿਓ। ਪਰ ਡਾਕਟਰ ਸਾਹਿਬ ਇਹ ਵੀ ਹੁੰਦਾ ਨਾ, ਬੇਸ਼ੱਕ ਦੀ ਮੈਡੀਸਿਨ ਜਦੋਂ ਬਾਹਰ ਮਾਰਕੀਟ ਜਾਂਦੀ ਹੈ ਟੈਸਟ ਕੀਤਾ ਜਾਂਦਾ, ਜਾਨਵਰਾਂ ਤੇ ਟੈਸਟ ਕੀਤਾ ਜਾਂਦਾ, ਜ਼ਰੂਰੀ ਨਹੀਂ ਕਿ ਇਨਸਾਨ ਜਿਹੜਾ ਲੈ ਰਿਹਾ ਉਹਨੂੰ ਬਿਮਾਰੀ ਉਹਨੂੰ ਫਰਕ ਪਏਗਾ, ਕਿਉਂਕਿ ਉਹਦੇ 'ਚ ਵੀ ਬੜੀ ਕੰਪਲਿਕੇਸ਼ਨ ਹੁੰਦੀ ਹੈ, ਉਹਦੇ ਇਮਿਊਨ ਸਿਸਟਮ ਦੀ ਹੁੰਦੀ ਹੈ, ਉਹਦੀ ਬੋਡੀ ਦੇ ਬਿਲਟ ਦੀ ਹੁੰਦੀ ਹੈ, ਉਹਦੀ ਡਾਈਟ ਦੀ ਗੱਲ ਹੁੰਦੀ ਹੈ, ਤੇ ਹਰ ਦਵਾ ਤਾਂ ਨਹੀਂ ਨਾ ਕੰਮ ਕਰੇਗੀ। ਨਹੀਂ, ਤੁਹਾਡੀ ਗੱਲ ਠੀਕ ਆ। ਹੁਣ ਕਈ ਲੋਕੀ ਬਲੱਡ ਪ੍ਰੈਸ਼ਰ ਦੀ ਦਵਾਈ ਤੇ ਲੱਗ ਜਾਂਦੇ ਆ, ਪਰ ਉਹ ਨਹੀਂ ਕੰਮ ਕਰਦੀ ਹੈਗੀ, ਕੋਈ ਇਫੈਕਟ ਨਹੀਂ ਪੈਂਦਾ ਬਲੱਡ ਪ੍ਰੈਸ਼ਰ ਨੂੰ, ਤੇ ਫਿਰ ਉਹਨਾਂ ਨੂੰ ਬਦਲਣੀ ਪੈਂਦੀ ਹੈ ਜਾਂ ਉਹਦੇ ਨਾਲ ਹੋਰ ਜੋੜ ਦਿੰਦੇ ਆ। ਸੋ ਹਰੇਕ ਇਨਸਾਨ ਦਾ ਰਿਐਕਸ਼ਨ ਡਿਫਰੈਂਟ ਆ, ਤਾਂ ਹਰੇਕ ਦੀ ਬੋਡੀ ਥੋੜੀ ਜਿਹੀ ਡਿਫਰੈਂਟ ਆ, ਤੇ ਕਈ ਦਵਾਈਆਂ ਕਿਸੇ ਤੇ ਉਹਨਾਂ ਨੂੰ ਸਾਈਡ ਇਫੈਕਟ ਹੋ ਜਾਂਦੇ, ਕਈਆਂ ਨੂੰ ਨਹੀਂ ਵੀ ਹੁੰਦੇ। ਸੋ ਐਵਰੀਬਾਡੀ ਇਜ਼ ਡਿਫਰੈਂਟ। ਲਾਸਟ ਟਾਈਮ ਡਾਕਟਰ ਸਾਹਿਬ ਨੇ ਕੋਲੈਸਟਰੋਲ ਦੀ ਗੱਲ ਕੀਤੀ ਸੀ, ਬਹੁਤ ਇੰਟਰਸਟਿੰਗ, ਕਾਫੀ ਲੋਕਾਂ ਦੇ ਫੋਨ ਆਏ ਕਿ ਕਈ ਲੋਕ ਹੈਗੇ ਨੇ ਅਸੀਂ ਨਾ ਕੁਝ ਐਕਸਟ੍ਰੀਮਲੀ ਵਰੀਡ ਹੋ ਜਾਂਦੇ ਆ ਕੋਲੈਸਟਰੋਲ ਪਿੱਛੇ ਜਾਂ ਕਿਸੇ ਚੀਜ਼ ਪਿੱਛੇ ਵੀ, ਤੇ ਨਹੀਂ ਕੇਅਰਫੁਲ ਹੋਵੋ, ਲੇਕਿਨ ਇੰਨਾ ਉਹਨੂੰ ਦਿਮਾਗ 'ਚ ਬੋਝ ਪਾ ਕੇ ਰੱਖਣ ਦੀ ਲੋੜ ਨਹੀਂ ਹੈ। ਕਿਉਂਕਿ ਜਿੱਦਾਂ ਤੁਸੀਂ ਕਹਿੰਦੇ ਹੋ ਡਾਕਟਰ ਸਾਹਿਬ, ਜਦੋਂ ਵੀ ਤੁਹਾਨੂੰ ਕੋਈ ਬਿਮਾਰੀ ਹੁੰਦੀ ਹੈ ਸਡਨਲੀ ਤਾਂ ਹੁੰਦੇ ਨਹੀਂ ਹੈ, ਉਹਨੂੰ ਟਾਈਮ ਲੱਗਦਾ, ਅੰਦਰ ਤੁਹਾਡੇ ਹੁੰਦੀ ਹੈ, ਉਹਨੂੰ ਮਹੀਨਾ 2 ਮਹੀਨੇ ਵੀਕ ਜਿੰਨਾ ਵੀ ਲੱਗਦਾ, ਉਹ ਆਸਤੇ ਆਸਤੇ ਤੁਹਾਡੀ ਬੋਡੀ ਨੂੰ ਪਤਾ ਲੱਗ ਜਾਂਦਾ ਕਿ ਮੈਨੂੰ ਕੁਝ ਖਰਾਬੀ ਹੈ ਮੇਰੀ ਬੋਡੀ ਦੀ। ਹਾਂਜੀ, ਹਮੇਸ਼ਾ ਬਿਮਾਰੀ ਹੌਲੀ ਹੌਲੀ ਪੈਦਾ ਹੁੰਦੀ ਹੈ, ਬਹੁਤ ਘੱਟ ਸਿਚੁਏਸ਼ਨ ਜਿੱਥੇ ਇੱਕਦਮ ਹੋ ਜਾਂਦੀ ਹੈ, ਤੇ ਤੁਸੀਂ ਆਪਣੀ ਬੋਡੀ ਨੂੰ ਨੋਟਿਸ ਕਰਨਾ ਚਾਹੀਦਾ ਹੈ ਵੀ ਮੇਰੀ ਕੀ ਫੀਲਿੰਗ ਹੈ, ਅੱਜ ਮੈਂ ਠੀਕ ਮਹਿਸੂਸ ਕਰਦਾ ਜਾਂ ਕਿ ਨਹੀਂ। ਜੇ ਤੁਸੀਂ ਨਹੀਂ ਮਹਿਸੂਸ ਕਰਦੇ ਪਏ ਮੈਂ ਠੀਕ ਨਹੀਂ ਅੱਜ ਹੈਗਾ, ਤਾਂ ਫਿਰ ਤੁਸੀਂ ਉਹਦਾ ਵਜ੍ਹਾ ਲੱਭਣਾ ਚਾਹੀਦਾ ਵੀ ਕੱਲ ਮੈਂ ਕੀ ਖਾਧਾ ਸੀ, ਕੀ ਪੀਤਾ ਸੀ, ਹਾਂਜੀ ਕੀ ਕੀਤਾ ਸੀ, ਕਿਸੇ ਨਾਲ ਆਰਗੂਮੈਂਟ ਹੋਈ ਸੀ ਮੇਰੀ, ਤੇ ਜੋ ਕੁਝ ਵੀ ਹੋਇਆ ਉਹਦਾ ਤੁਸੀਂ ਕਾਜ਼ ਲੱਭੋ ਤੇ ਉਹਦਾ ਫਿਰ ਹੱਲ ਲੱਭੋ। ਭਾਜੀ ਇੱਕ ਕਿਸੇ ਦੇ ਬੰਦੇ ਦਾ ਜਿਹਦਾ ਕਹਿੰਦੇ ਕਿ ਬੰਦੇ ਆਪਣੀ ਬੋਡੀ ਤੇ ਧਿਆਨ ਨਹੀਂ ਦਿੰਦੇ, ਤੇ ਉਹਦੇ ਨਾ ਗੋਡਿਆਂ ਤੇ ਬੜਾ ਦਰਦ ਸੀਗਾ ਬਹੁਤ ਜ਼ਿਆਦਾ, ਤੇ ਉਹਦਾ ਨਾ ਕੁਝ ਉਹਦਾ ਇੱਥੋਂ ਵੇਸਟ ਤੋਂ ਲੈ ਕੇ ਢਿੱਡ ਬਹੁਤ ਵੱਡਾ ਸੀਗਾ, ਐਕਸੈਸਿਵਲੀ ਵੱਡਾ। ਹੁਣ ਜਿਹੜੇ ਵੀ ਜਿਹੜਾ ਤੁਹਾਡੇ ਕਾਰ 'ਚ ਸਪਰਿੰਗ ਹੁੰਦੇ ਨੇ ਉਹਦੇ 'ਚ ਤੁਸੀਂ ਸਰਟਨ ਅਮਾਊਂਟ ਦਾ weight ਪਾ ਸਕਦੇ ਹੋ, ਐਕਸੈਸਿਵ weight ਨਹੀਂ ਲੋਡ ਕਰ ਸਕਦੇ ਉਹਦੇ ਉੱਪਰ। ਇਹੀ ਤਾਂ ਤੁਹਾਡੇ ਗੋਡਿਆਂ ਦਾ ਜਿਸਮ ਦਾ ਹਾਲ ਹੁੰਦਾ ਹੈ, ਤੁਸੀਂ ਐਡਾ ਵੱਡਾ ਢਿੱਡ ਉਹਦੇ ਉੱਪਰ ਰੱਖਿਆ ਹੋਇਆ, ਭਾਜੀ ਗੋਡੇ ਦੁਖਲੇ ਨਹੀਂ ਤੇ ਕੀ ਹੋਏਗਾ? ਇਹ ਤਾਂ ਸਿੰਪਲ ਗੱਲਾਂ ਖੁਦ ਬੰਦੇ ਨੂੰ ਪਤਾ ਹੋਣਾ ਚਾਹੀਦਾ ਯਾਰ, ਮੇਰੀ ਜਿਹੜੇ ਲੱਤਾਂ ਦਾ ਸਟਰਕਚਰ ਹੈਗਾ, ਜਿਹੜਾ ਬੋਨ ਹੈਗਾ,
ਉਹ ਇੰਨਾ weight ਨਹੀਂ ਲੈ ਸਕਦਾ। ਦੈਟਸ ਰਾਈਟ ਸੋ ਇਹੀ ਜ਼ਰੂਰੀ ਆ ਕਿ ਜਿਨ੍ਹਾਂ ਦੇ ਗੋਡੇ ਦੁਖਦੇ ਆ ਜੇ ਉਹਨਾਂ ਦਾ ਓਵਰਵੇਟ ਹੈਗੇ ਤਾਂ ਉਹਨਾਂ ਦਾ ਭਾਰ ਘਟਾਉਣਾ ਤਾਂ ਜ਼ਰੂਰੀ ਹੈ ਸਭ ਤੋਂ ਪਹਿਲਾਂ ਦੈਟਸ ਰਾਈਟ ਬੇਸ਼ੱਕ ਦੀ ਉਹਦਾ ਫਰਕ ਪਵੇ ਨਾ ਪਵੇ ਲੇਕਿਨ ਸ਼ੋਰ ਕੁਝ ਤਾਂ ਫਰਕ ਪਏਗਾ ਹੀ ਨਾ। ਕੁਝ ਨਾ ਫਰਕ ਡੈਫੀਨਿਟ ਪਏਗਾ ਕਿਉਂਕਿ ਜਿਹੜਾ ਓਵਰਵੇਟ ਆ ਇਹ ਸਿਰਫ ਗੋਡਿਆਂ ਨਹੀਂ ਹੋਰ ਕਿੰਨੀਆਂ ਬਿਮਾਰੀਆਂ ਪੈਦਾ ਹੁੰਦੀਆਂ ਓਵਰਵੇਟ ਹੋਣ ਕਰਕੇ। ਓਵਰਵੇਟ ਹੋਣ ਕਰਕੇ ਤੁਹਾਨੂੰ ਡਾਇਬੀਟੀਜ਼ ਹੁੰਦੀ ਆ, ਹਾਰਟ ਡਿਜ਼ੀਜ਼ ਹੁੰਦੀ ਆ, ਹਾਂਜੀ, ਕਿਡਨੀ ਪ੍ਰੋਬਲਮ ਪੈਂਦੇ ਆ, ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ। ਹੁਣ ਕੈਂਸਰ ਵੀ ਕਹਿੰਦੇ ਜੇ ਇਫ ਯੂ ਓਵਰਵੇਟ ਤੇ ਤੁਹਾਡਾ ਕੈਂਸਰ ਹੋਣ ਦਾ ਚਾਂਸ ਵੀ ਵੱਧ ਜਾਂਦਾ ਹੈ, ਹਾਂਜੀ। ਤੇ ਇੱਕ ਹੋਰ ਇੱਥੋਂ ਹੁਣ ਆਪਾਂ ਗੱਲ ਬੜੀ ਇੰਟਰਸਟਿੰਗ ਹੋਰ ਹੈਗੀ ਆ ਵੀ ਜਿਨ੍ਹਾਂ ਦੀ ਹਾਈ ਸ਼ੂਗਰ ਡਾਇਟ ਆ ਉਹਨਾਂ ਦਾ ਕੈਂਸਰ ਦਾ ਰਿਸਕ ਵੱਧ ਜਾਂਦਾ ਭਾਜੀ। ਅੱਛਾ ਵੱਧ ਜਾਂਦਾ ਵੱਧ ਜਾਂਦਾ ਡੈਫੀਨਿਟਲੀ। ਤੇ ਜਿਨ੍ਹਾਂ ਦੀ ਹਾਈਟ ਕਮ ਹੈ ਨਹੀਂ ਸ਼ੂਗਰ ਜਿਹੜੇ ਸ਼ੂਗਰ ਜ਼ਿਆਦਾ ਖਾਂਦੇ ਆ। ਅੱਛਾ ਜਾਸਤੀ ਖਾਂਦੇ ਹਾਂਜੀ ਕਿਉਂਕਿ ਜਿਹੜੇ ਕੈਂਸਰ ਸੈਲਸ ਆ ਉਹ ਸ਼ੂਗਰ ਤੇ ਹੀ ਜੀਂਦੇ ਆ, ਹਾਂਜੀ। ਉਹਨਾਂ ਦੀ ਰੈਸਪੀਰੇਸ਼ਨ ਆਕਸੀਜਨ ਨਾਲ ਨਹੀਂ ਹੁੰਦਾ ਜਿੱਦਾਂ ਨੋਰਮਲ ਸੈਲਸ ਦੀ ਹੁੰਦੀ ਆ। ਕੈਂਸਰ ਸੈਲਸ ਦੀ ਰੈਸਪੀਰੇਸ਼ਨ ਐਨਐਰੋਬਿਕ ਰੈਸਪੀਰੇਸ਼ਨ ਕਹਿੰਦੇ ਉਹਨੂੰ, ਉਹ ਬਿਨਾਂ ਆਕਸੀਜਨ ਤੋਂ ਉਹ ਜੀਂਦੇ ਆ, ਹਾਂਜੀ। ਤੇ ਉਹਨਾਂ ਦਾ ਫੂਡ ਸਬਸਟੈਂਸ ਕੀ ਆ? ਸ਼ੂਗਰ, ਗਲੂਕੋਜ਼। ਡਾਕਟਰ ਸਾਹਿਬ ਮਾਫੀ ਚਾਹਾਂਗਾ ਟਾਈਮ ਬੜੀ ਫਾਸਟ ਜਾ ਰਿਹਾ, ਥੋੜੀ ਜਿਹੀ ਸਾਨੂੰ ਬ੍ਰੇਕ ਲੈਣੀ ਪਏਗੀ। ਪਲੀਜ਼ ਡੋਂਟ ਗੋ ਟੂ ਫਾਰ। ਮੈਂ ਟੈਲੀਫੋਨ ਨੰਬਰ ਫਿਰ ਰਿਪੀਟ ਕਰ ਦੇਣਾ 0121551101 ਤੇ ਕਾਲ ਕਰੋ। ਮੈਂ ਹਮੇਸ਼ਾ ਕਹਿੰਦਾ ਪਲੀਜ਼ ਜਰਾ ਸ਼ੋਅ ਦੇ ਦਰਮਿਆਨ ਕਾਲ ਕਰਿਆ ਕਰੋ ਤਾਂ ਕਿ ਸਾਡਾ ਸਿਸਟਮ ਅਗਰ ਕਾਲ ਸੈਂਟਰ ਤੁਹਾਡੇ ਕਾਲ ਲੈਂਦੇ ਨੇ ਤੇ ਡਾਕਟਰ ਨੂੰ ਦਿੱਤਾ ਜਾਏਗਾ। ਤੇ ਜਦੋਂ ਮੈਂ ਕਹਿ ਕੇ ਹਟਿਆ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਡੋਂਟ ਗੋ ਟੂ ਫਾਰ। ਸਤਿ ਸ਼੍ਰੀ ਅਕਾਲ ਜੀ। बोले सोने हाल सास भी अकाल। Back in the second part, अगर ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ, ਮੇਰਾ ਨਾਮ ਡਾਕਟਰ ਰਾਜ ਬੈਂਸ। ਬਹੁਤ ਡਿਫਰੈਂਟ ਬਿਮਾਰੀਆਂ ਦੀ ਗੱਲਾਂ ਕਰਦੇ ਹਾਂ। ਅੱਜ ਅਸੀਂ ਸ਼ੂਗਰ ਬਾਰੇ ਗੱਲ ਕੀਤੀ ਜੋ ਬੜਾ ਸ਼ੌਕਿੰਗ ਨਿਊਜ਼ ਡਾਕਟਰ ਨੇ ਦੱਸੀ ਹੈ। ਮੈਂ ਹੋਰ ਦੱਸਦਾ ਚਾਹਾਂ, ਦੇਖੋ ਅਕਾਲ ਚੈਨਲ ਤੇ ਜਿਹੜੇ ਇੱਦਾਂ ਦੇ ਪ੍ਰੋਗਰਾਮ ਆਉਂਦੇ ਨੇ ਨਾ ਕਿ ਸਿਰਫ ਸਿੱਖ ਕਮਿਊਨਿਟੀ ਦੇਖਦੀ ਹੈ, ਵਾਈਡਰ ਕਮਿਊਨਿਟੀ ਵੀ ਇਹ ਪ੍ਰੋਗਰਾਮ ਦੇਖਦੀ ਹੈ। ਮੈਡੀਕਲ ਹੈਗੀ ਹੈ, ਇਹ ਨਹੀਂ ਕਿ ਕਿਸੇ ਜਾਤ ਪਾਤ ਨੂੰ, ਅਮੀਰ ਗਰੀਬ ਨੂੰ ਹੁੰਦੀ ਹੈ, ਇਹ ਹਰ ਬੰਦੇ ਨੂੰ ਹੋ ਸਕਦੀ ਹੈ। तो बड़ा अच्छा लगता है कि बड़े डिफरेंट जातां दे भी ये प्रोग्राम देखते हैं और बड़ी वाइडर कम्यूनिटी अकाल चैनल नाल कनेक्ट हो रही है। एंड साढ़े पास आई थिंक वी गॉट अ गेस्ट ऑन द लाइन एंड उन्होंने नाल गलबात करके असीं देखते हैं कि उन्होंने की कहना। हेलो हेलो मैडम, गुड मॉर्निंग, वेलकम यू ऑन द शो। Yeah, good morning. Tell us your name, where are you from? I'm from London, in the UK. What's your name, madam? My name is Paulina. Okay, what would you like to say? I just wanted to tell my story and how Dr. Baines helped me. I have lung fibrosis, and 2 years ago they told me that I needed to have a double lung transplant. So basically my lungs were so bad that I needed to make a transplant for both lungs. Okay. And the doctor were giving me all the treatment to have the operation to have a transplant. And then they discovered that I wasn't compatible, so there was a very high risk that the transplant will fail. Okay. So then I went and I started working with Dr. Baines. And it was thanks to him that I was able to heal. And my lungs starting getting better. He explained to me how my body works and all the reason of my illness. We explored methods to make me feel better. And now I can say that I'm much better. I went from not being able to breathe. I needed to have oxygen 24 hours a day. Do you still use that or you've given that up? No, I don't use the oxygen. Oh, that's nice. Since how long you been doctor's patient, Dr. Baines patient? A year and a half. Year and a half. Yes. And you've been taking the medication since then, or you started recently, like not too long ago? No, I've been taking the medicine, and then there was a period that I was feeling better, and then I stopped, and then I got bad again. So I went back to him, and we started again, and I've been taking the medicine. So yes, I feel quite well. I have to say, in the last few months, I stopped using the oxygen around 3 months ago. That's wonderful. That's wonderful. Let Dr. Raj say whatever he wants to say to you. Stay on the line.
Yeah, thank you Yeah. so much, Paulina, for coming on the line. And also, I thank you for persevering with the homeopathic treatment. Because, Thank you. yeah, so I'm very appreciative of you to, you know, say what you have experienced. And obviously, it's nice for everybody else to hear that, you know, homeopathy can treat very serious conditions as long as the patient perseveres, you know, with the treatment. Yes. Yes, absolutely. It's very important to continue, and even when you're feeling slightly better, you have to continue, because then things go back again. Like I did. I was feeling better and I stopped, and then it got worse. But then I come back and now I'm better, so yes. You sound better. You sound very happy. Yeah, because I'm not using the oxygen. Oh, that's nice. Wonderful. God bless you, Pauline. And I pray for your long life and keep in touch. Thank you so much for calling us. Thank you. Thank you. Goodbye. You take care. Thank you, Bye-bye. Paulina. Bye-bye. Picture ਦਿਖਾ ਲੈਣੀ ਸੀ ਇਹਦੀ ਹੈਂ? ਪਿਕਚਰ ਇਹਦੀ ਹਾਂ ਪਿਕਚਰ ਦਿਖਾਈ ਸੀ ਉਹਨਾਂ ਦੀ, ਹਾਂ ਨਹੀਂ ਦਿਖਾਈ ਸੀਗੀ Okay, ਪਿਕਚਰ okay, ਇਹਨਾਂ ਦੇ ਕੀ ਡਬਲ ਲੰਗ ਦਾ ਡਬਲ ਲੰਗਸ ਟ੍ਰਾਂਸਪਲਾਂਟ ਹੋਣਾ ਸੀ ਡਬਲ ਲੰਗ ਪ੍ਰੋਬਲਮ ਦਾ ਹੋਣਾ ਸੀ ਹਾਂਜੀ। ਹੈ Yeah. ਤੇ ਉਹ ਉਹਨਾਂ ਨੂੰ ਦੇਖੋ ਜਦੋਂ ਮਿਲਿਆ ਵੀ ਡੋਨਰ ਵਗੈਰਾ ਤੇ ਉਹ ਕਹਿੰਦੇ ਸਰਜਨਸ ਵਗੈਰਾ ਕਿ ਨਹੀਂ ਹੈ ਕਿ ਕੰਪੈਟੀਬਲ ਨਹੀਂ ਹੈ, ਮੇਬੀ ਉਹ ਸੂਟ ਨਹੀਂ ਕਰੇਗਾ ਤੇ ਉਹ ਨਹੀਂ ਫਿੱਟ ਹੋਏਗਾ। ਫਿਰ ਬਾਕੀ ਮੈਂ ਤੁਹਾਨੂੰ ਦਿਖਾਣਾ ਉਹਨਾਂ ਦੀ ਪਿਕਚਰ ਦੁਬਾਰਾ, ਬੜਾ ਇੰਟਰਸਟਿੰਗ ਦੇਖੇ ਤੁਸੀਂ ਦੇਖ ਰਹੇ ਹੋ ਪਿਕਚਰ ਹੁਣ ਪਰਮਾਨੈਂਟ ਉਹਨਾਂ ਨੂੰ ਆਕਸੀਜਨ ਬਰੀਥ ਕਰਨੀ ਪੈਂਦੀ ਸੀਗੀ ਉਹਦੇ ਥਰੂ ਡਾਕਟਰ ਜੀ ਦੇ ਨਾਲ ਇਲਾਜ ਕਰਕੇ ਸ਼ੀ ਸੋ ਹੈਪੀ। ਤੁਸੀਂ ਖੁਦ ਸੁਣਿਆ ਉਹਨਾਂ ਨੇ ਇੰਗਲਿਸ਼ ਦੱਸਿਆ ਕਿ ਹੁਣ ਆਕਸੀਜਨ ਨਹੀਂ ਯੂਜ਼ ਕਰਦੀ ਔਰ ਸ਼ੀ ਇਜ਼ ਫੀਲਿੰਗ ਬੈਟਰ ਵਿਦਆਊਟ ਦੀ ਆਪਰੇਸ਼ਨ। ਡਾਕਟਰ ਸਾਹਿਬ ਦਿਸ ਇਜ਼ ਵੰਡਰਫੁਲ, ਇਟਸ ਰੀਲੀ ਵੰਡਰਫੁਲ, ਰੀਅਲੀ ਵੰਡਰਫੁਲ। ਯੂ نو ਕਿੰਨੀ ਦੁਆ ਦਿੰਦੀ ਔਰਤ, ਕਿੰਨਾ ਉਹ ਬੈਟਰ ਫੀਲ ਕਰਦੀ ਹੋਏਗੀ। ਬਿਲਕੁਲ ਇਹਦਾ ਲਾਈਫ ਚੇਂਜ ਹੋ ਗਿਆ ਜੀ, ਬਿਲਕੁਲ ਇਹਦਾ ਲਾਈਫ ਸੇਵ ਹੋ ਗਿਆ ਕਰਕੇ ਇਹਦਾ ਇੰਨਾ ਵੱਡਾ ਹਾਈ ਰਿਸਕ ਸੀਗਾ ਆਪਰੇਸ਼ਨ ਦਾ ਵੀ ਉਹ ਕਾਮਯਾਬ ਨਹੀਂ ਹੋਣਾ ਹੈਗਾ। ਤੇ ਇੰਨੀਆਂ ਸਟਰੋਂਗ ਦਵਾਈਆਂ ਇਹਨੂੰ ਸਟੈਰੋਇਡਸ ਵਗੈਰਾ ਦੇ ਰਹੇ ਸੀਗੇ ਹਨਾ, ਵੀ ਉਹ ਹੋਰ ਬਾਡੀ ਨੂੰ ਖਰਾਬ ਕਰ ਰਹੀਆਂ ਸੀਗੀਆਂ ਸਾਈਡ ਇਫੈਕਟਸ ਦੇ ਨਾਲ। ਤੇ ਇਹ ਮਸ਼ੀਨ ਹਰ ਵੇਲੇ ਆਪਣੇ ਹੈਂਡ ਬੈਗ ਦੇ ਵਿੱਚ ਰੱਖਦੇ ਸੀ, ਆਕਸੀਜਨ ਵਾਲੀ ਮਸ਼ੀਨ, ਤੇ ਉਹ 24 ਆਵਰਸ ਚੱਲੀ ਜਾਂਦੀ ਸੀ, ਇਹਨੂੰ ਆਕਸੀਜਨ ਮਿਲੀ ਜਾਂਦੀ ਸੀ ਜਿੱਦਾਂ ਤੁਸੀਂ ਦੇਖਿਆ ਨਾ ਟਿਊਬ ਦੇ ਰਾਹ। ਤੇ ਇਹ ਹੁਣ ਕੰਮ ਤੇ ਵੀ ਚੱਲੀ ਗਈ ਮੁੜ ਕੇ, ਤੇ ਇਹ ਮਸ਼ੀਨ ਵੀ ਛੱਡ ਦਿੱਤੀ ਆਕਸੀਜਨ ਦੀ, ਬੜਾ ਸੋਹਣਾ ਇਹਨੂੰ ਨੈਚੁਰਲੀ ਸਾਹ ਆਉਣ ਲੱਗ ਪਿਆ। ਡਾਕਟਰ ਸਾਹਿਬ ਬੜੇ ਵੱਡੇ ਵੱਡੇ ਡਾਕਟਰ ਸਰਜਨਸ ਵਗੈਰਾ फेल, मैं नहीं कहूँगा कि फेल हो गए, बट फेल इन द सेंस दे वर सेइंग कि कंपैटिबल नहीं होएगा, ਸਕਸੈਸਫੁਲ ਨਹੀਂ ਹੋਏਗਾ ਤੇਰਾ ਆਪਰੇਸ਼ਨ, ਤੇ ਉਹਨੂੰ ਉੱਥੇ ਹੀ ਛੱਡ ਦਿੱਤਾ। ਹੁਣ ਤੁਸੀਂ ਐਡਾ ਕ੍ਰਿਟੀਕਲ, ਦਿਸ ਇਜ਼ ਅ ਕ੍ਰਿਟੀਕਲ ਕੰਡੀਸ਼ਨ ਤੋਂ ਤੁਸੀਂ ਉਹਨੂੰ ਬਾਹਰ ਕੱਢ ਕੇ ਇੱਕ ਇਨਸਾਨ ਨੂੰ ਨਾਰਮਲ ਲਾਈਫ ਦਿੱਤੀ ਹੈ। ਭਾਜੀ ਹਾਊ ਡੂ ਯੂ ਫੀਲ ਅਬਾਊਟ ਦੈਟ? ਆਈ ਫੀਲ ਫੈਂਟੈਸਟਿਕ, ਫੈਂਟੈਸਟਿਕ। ਜਦੋਂ ਮੈਂ ਦੇਖਦਾ ਕੋਈ ਪੇਸ਼ੈਂਟ ਠੀਕ ਹੋ ਜਾਵੇ ਹੈ ਨਾ, ਮੈਨੂੰ ਇੰਨਾ ਵੱਡਾ ਬੂਸਟ ਖੁਦ ਆਪਣੇ ਆਪ ਨੂੰ ਮਿਲਦਾ ਆ, ਬਹੁਤ ਖੁਸ਼ੀ ਹੁੰਦੀ ਮੈਨੂੰ। ਰੀਅਲੀ ਇਸੇ ਕਰਕੇ ਤਾਂ ਮੈਂ ਇਹ ਕੰਮ ਕਰੀ ਜਾਂਦਾ ਭਾਜੀ। ਹਾਂਜੀ, ਜਦੋਂ ਵੀ ਪੇਸ਼ੈਂਟ ਮੈਨੂੰ ਕਹਿੰਦਾ ਦੇਖੋ ਜੀ ਮੈਂ ਇੰਨੇ ਚਿਰ ਬਾਅਦ ਠੀਕ ਹੋ ਗਿਆ ਨਾ, ਮੈਨੂੰ ਬਿਮਾਰੀ ਇੱਕ ਠੀਕ ਨਾ ਸੀ ਹੁੰਦੀ, ਮੈਂ ਠੀਕ ਹੋ ਗਿਆ, ਮੈਨੂੰ ਇੱਕ ਨਸ਼ਾ ਮਿਲਦਾ ਹੈ, ਸਮਝ ਲਓ। ਸ਼ੂਗਰ ਜਿੱਦਾਂ ਸ਼ੂਗਰ ਦਾ ਨਸ਼ਾ ਮਿਲਦਾ, ਮੈਨੂੰ ਇਦਾਂ ਨਸ਼ਾ ਮਿਲਦਾ ਭਾਜੀ। ਪਰ ਭਾਜੀ ਜ਼ਰੂਰੀ ਗੱਲ ਹੈ ਨਾ, ਤੁਸੀਂ ਜੋ ਵੀ ਗੱਲ ਕਰਦੇ ਹੋ ਉਹਦੇ 'ਚ ਤੁਹਾਨੂੰ ਕੋਈ ਐਪਰੀਸੀਏਸ਼ਨ ਮਿਲਦੀ, ਤੁਸੀਂ ਕਾਮਯਾਬ ਹੁੰਦੇ ਹੋ, ਨੈਚੁਰਲ ਹੈ, ਤੁਹਾਡੀ ਬੋਡੀ, ਤੁਹਾਡਾ ਬ੍ਰੇਨ ਉਹ ਫੀਲ ਕਰਦਾ ਹੈ। ਮੈਂ ਇੱਕ ਬੜੀ ਇੰਟਰਸਟਿੰਗ ਗੱਲ ਮੈਂ ਦੱਸਦਾ, ਥੋੜਾ ਬਾਹਰ ਨਹੀਂ ਜਾਂਦਾ। ਯੂ نو ਜਿਹੜੀ ਉਹ ਹੁੰਦੀ ਹੈ ਡਾਲਫਿਨ ਵਗੈਰਾ, ਉਹਦੇ ਤੋਂ ਪਲੇ ਕਰਾਉਂਦੇ ਨੇ ਸਵਿਮਿੰਗ ਪੂਲ ਦੇ ਵਿੱਚ, ਹੈ ਜਾਨਵਰ ਹੈ, ਤੁਸੀਂ ਦੇਖੋ ਬੜਾ ਸਮਝਦਾਰ, ਬੜਾ ਉਹਦਾ ਬ੍ਰੇਨ ਹੈ, ਸ਼ਾਰਪ ਉਹਦਾ। ਤੇ ਉਹ ਜਦੋਂ ਆਪਣਾ ਸਟੰਟ ਕਰਕੇ ਪੂਲ ਦੇ ਵਿੱਚ ਵਾਪਸ ਆਉਂਦੀ ਹੈ, ਉਹਦੇ ਜਿਹੜਾ ਟ੍ਰੇਨਰ ਹੁੰਦਾ ਉਹ ਉਹਨੂੰ ਫਿਸ਼ ਦਿੰਦਾ ਖਾਣ ਨੂੰ, ਉਹ ਕਲੈਪ ਕਰਦੀ ਹੈ, ਇਹਦਾ ਐਪਰੀਸੀਏਸ਼ਨ। ਇਹ ਜਿਹੜਾ ਬੰਦਾ ਇਦਾਂ ਦੇ ਕੰਮ ਕਰਦਾ ਉਹਨੂੰ ਐਪਰੀਸੀਏਸ਼ਨ ਚਾਹੀਦੀ ਹੈ, ਖੁਰਾਕ ਹੈ ਤੁਹਾਡੀ ਇਹ। ਦੈਟਸ ਰਾਈਟ, ਐਪਰੀਸੀਏਸ਼ਨ ਚਾਹੀਦੀ ਹਰੇਕ ਨੂੰ। ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਆ ਤਾਂ ਕੋਈ ਐਪਰੀਸ਼ੀਏਟ ਕਰਦਾ ਆ, ਤੇ ਤੁਹਾਨੂੰ ਫਿਰ ਉਹਦਾ ਫਲ ਮਿਲਦਾ ਹੈ ਜ਼ਰੂਰ, ਡੈਫੀਨਿਟਲੀ। ਭਾਜੀ ਬਹੁਤ ਹਮੇਸ਼ਾ ਪ੍ਰੇ ਕਰਾਂਗੇ ਰੱਬ ਤੁਹਾਡੀ ਏਦਾਂ ਮਿਹਰ ਰੱਖੇ, ਤੁਹਾਡੀ ਲੰਬੀ ਉਮਰ ਆ ਤੇ ਲੋਕਾਂ ਦੀ ਲੰਬੀ ਉਮਰ ਹੋਏਗੀ ਤੁਹਾਡੇ ਨਾਲ ਦੀ ਨਾਲ। ਹਾਂਜੀ ਹਾਂਜੀ, ਮੈਂ ਇਹੀ ਹਮੇਸ਼ਾ ਸਮਝਾਉਣਾ ਲੋਕਾਂ ਨੂੰ ਵੀ ਜੇ ਤੁਹਾਨੂੰ ਹੁਣ ਮੈਡੀਕਲ ਸਿਸਟਮ ਨੇ ਕਹਿ ਦਿੱਤਾ ਵੀ ਤੇਰਾ ਕੋਈ ਇਲਾਜ ਨਹੀਂ ਹੈਗਾ, ਇਹਦਾ ਇਹ ਨਹੀਂ ਮਤਲਬ ਹੈ ਵੀ ਕਿਸੇ ਤਰ੍ਹਾਂ ਦਾ ਵੀ ਨਹੀਂ ਇਲਾਜ ਹੈਗਾ। ਵੈਰੀ ਇੰਟਰਸਟਿੰਗ। ਇਟ ਜਸਟ ਮੀਨਸ ਵੀ ਉਹਨਾਂ ਦਾ ਮੈਡੀਕਲ ਸਿਸਟਮ ਜਿਹੜਾ ਆ ਉਹਦੇ ਵਿੱਚ ਇਲਾਜ ਉਹਨਾਂ ਕੋਲ ਹੈ ਨਹੀਂਗਾ, ਦੈਟਸ ਆਲ। ਪਰ ਹੋਰ ਰਸਤੇ ਬਹੁਤ ਹੈਗੇ, ਹੋਰ ਰਸਤੇ ਹੈਗੇ, ਹੋਰ ਇੰਨੇ ਸਿਸਟਮ ਹੈਗੇ ਆ ਨੈਚੁਰਲ ਹੀਲਿੰਗ ਦੇ, ਤੁਸੀਂ ਉਹ ਐਕਸਪਲੋਰ ਕਰੋ, ਆਪਣੇ ਆਪ ਲੱਭੋ, ਹੈ ਨਾ, ਫਾਈਂਡ ਆਊਟ ਕਰੋ। ਇਦਾਂ ਨਾ ਵੀ ਤਾਂ ਆਸ ਛੱਡ ਕੇ ਬੈਠ ਜਾਓ, ਬਸ ਉਹਨੇ ਕਹਿ ਦਿੱਤਾ ਇਹਦਾ ਕੋਈ ਇਲਾਜ ਨਹੀਂ ਹੈ, ਦੈਟ ਮੀਨਸ ਇਹਦਾ ਕੋਈ ਇਲਾਜ ਬਹੁਤ ਅੱਛਾ। ਤੁਸੀਂ ਜਾਰੀ ਰੱਖਦੇ, ਮੈਂ ਕੁਝ ਹੋਰ ਕਹਿਣਾ ਚੱਲਿਆ ਤੇ ਬਾਰੇ ਪਹਿਲਾਂ ਆਪਾਂ ਕਾਲ ਲੈਂਦੇ ਹਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਭੈਣ ਜੀ ਸਵਾਗਤ ਕਰਦੇ ਹਾਂ। ਕੌਣ ਬੋਲਦੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਦਰਬੀ ਤੋਂ ਬੋਲਦੇ, ਰਾਜਵਿੰਦਰ ਕੌਰ। ਬਿਲਕੁਲ ਸਵਾਗਤ ਹੈ ਜਿੰਦਰ ਜੀ। ਕੀ ਪੁੱਛਣਾ ਚਾਹੁੰਦੇ ਹੋ ਡਾਕਟਰ ਨੂੰ? ਪੁੱਛਣਾ ਚਾਹੁੰਦੀ ਕਿ 4 ਵੀਕਾਂ ਹੋ ਗਈਆਂ, ਮੇਰੇ 에ਅਰ ਪ੍ਰੋਬਲਮ ਹੈ, 에ਅਰ ਜਿਹੜਾ ਰਾਈਟ 에ਅਰ ਆ ਬਲੌਕ ਆ, ਉਹਦੇ ਨਾਲ ਚੱਕਰ ਆਉਂਦੇ, ਉਲਟੀਆਂ ਆਉਂਦੀਆਂ।
ਹਾਂਜੀ ਉਲਟੀਆਂ ਹੁਣ ਠੀਕ ਆ ਹਾਂ ਪਰ ਚੱਕਰ ਸਟਿਲ ਆਉਂਦੇ ਆ ਪਾਰਟੀ ਕੋ ਕਹਿੰਦੇ ਆ ਡਾਕਟਰ ਨੂੰ। ਹਾਂਜੀ ਭੈਣ ਜੀ। ਸੋ ਭੈਣ ਜੀ ਇੱਦਾਂ ਤੁਹਾਡੇ ਕੰਨ ਦੇ ਇਨਰ ਪਾਰਟ ਵਿੱਚ ਹੈ ਨਾ ਕੁਝ ਫਲੂਇਡ ਹੁੰਦੀ ਆ ਤੇ ਫਲੂਇਡ ਕੈਨਲ ਉਹਦੇ ਵਿੱਚ ਕੈਲਸ਼ੀਅਮ ਦੇ ਕ੍ਰਿਸਟਲ ਹੁੰਦੇ ਆ ਤੇ ਜਾਂ ਇਨਫੈਕਸ਼ਨ ਹੋ ਜਾਂਦਾ ਜਾਂ ਤੁਸੀਂ ਇੱਦਾਂ ਉੱਚ ਮੂੰਦੇ ਹੋਣ ਨਾਲ ਜਾਂ ਕੁਛ ਨਾ ਕੁਛ ਉਹ ਥੋੜ੍ਹੇ ਜਿਹੇ ਕ੍ਰਿਸਟਲ ਜਿਹੜੇ ਆ ਇੱਕ ਥਾਂ ਲੌਜ ਹੋ ਜਾਂਦੇ, ਇੱਕ ਥਾਂ ਜੰਮ ਜਾਂਦੇ ਆ ਤੇ ਉਹ ਫਿਰ ਤੁਹਾਡਾ ਜਿਹੜਾ ਬੈਲੈਂਸ ਆ ਨਾ ਸਹੀ ਨਹੀਂ ਹੁੰਦਾ, ਤੁਹਾਨੂੰ ਚੱਕਰ ਆਉਣ ਲੱਗ ਪੈਂਦੇ, ਉਲਟੀਆਂ ਵੀ ਆ ਸਕਦੀਆਂ ਹਾਂਜੀ। ਤੇ ਇਹਦਾ ਇੱਕ ਟੈਕਨੀਕ ਵੀ ਹੈਗਾ ਆ, ਤੁਸੀਂ YouTube ਤੇ ਦੇਖ ਸਕਦੇ ਆ ਤੇ ਈਜ਼ੀ ਆ ਲੱਭਣਾ ਤੇ ਉਹ ਤੁਹਾਡੇ ਡਾਕਟਰ ਵਿੱਚ ਕਈ ਵਾਰੀ ਉੱਥੇ ਨਰਸ ਵੀ ਰੱਖਦੇ ਜਿਹੜੇ ਉਹ ਤੁਹਾਡੇ ਟੈਕਨੀਕ ਇਹ ਕਰ ਸਕਦੀ ਹੈ, ਉਹਦੇ ਨਾਲ ਕ੍ਰਿਸਟਲ ਜਿਹੜੇ ਆ ਦੁਬਾਰਾ ਬੈਲੈਂਸ ਹੋ ਜਾਂਦੇ ਆ ਤੇ ਜੇ ਇਹ ਨਾ ਕਾਮਯਾਬ ਹੋਵੇ ਫਿਰ ਅਸੀਂ ਹੋਮਿਓਪੈਥੀ ਦਵਾਈ ਟਰਾਈ ਕਰ ਸਕਦੇ ਹਾਂ। ਓਕੇ ਠੀਕ ਹੈ। ਐਕਸਰਸਾਈਜ਼ ਕਹਿੰਦੇ ਤੁਸੀਂ? ਹਾਂਜੀ ਭੈਣ ਜੀ ਬੈਸਟ ਹੈਗਾ ਤੁਹਾਡਾ ਜਿਹੜਾ ਟੈਲੀਫੋਨ ਨੰਬਰ ਡਾਕਟਰ ਨੂੰ ਦੇਵਾਂਗੇ ਤੇ ਜਿੱਦਾਂ ਮੈਂ ਹਮੇਸ਼ਾ ਕਹਿ ਦਿੰਦਾ ਕਿ ਖੁੱਲ ਕੇ ਗੱਲ ਨਹੀਂ ਹੁੰਦੀ ਲਾਈਵ ਸ਼ੋਅ ਦੇ ਵਿੱਚ ਤੇ ਡਾਕਟਰ ਦੇ ਤੁਸੀਂ ਕਾਲ ਦਾ ਵੇਟ ਕਰੋ, ਫਿਰ ਤੁਸੀਂ ਖੁੱਲ ਕੇ ਗੱਲ ਕਰਿਓ, ਤੁਹਾਨੂੰ ਦੱਸਣਗੇ ਕਿ ਕੀ ਕਰ ਸਕਦੇ ਹੋ। ਠੀਕ ਹੈ ਜੀ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਤੁਹਾਡੇ ਕਾਲ ਕਰਨ ਦਾ। ਪਲੀਜ਼ ਇਸੇ ਤਰ੍ਹਾਂ ਦੇਖਦੇ ਰਹੋ, ਟੈਲੀਫੋਨ ਨੰਬਰ ਸਕਰੀਨ ਤੇ ਆ ਰਿਹਾ, ਮੈਂ ਫਿਰ ਵੀ ਰਿਪੀਟ ਕਰ ਦਿੰਦਾ 0121551101 ਤੇ ਕਾਲ ਕਰੋ। ਕਿਸੇ ਵੀ ਤਰ੍ਹਾਂ ਦੀ ਮੈਂ ਹਮੇਸ਼ਾ ਇਹ ਵੀ ਕਹਿੰਦਾ ਹੁੰਦਾ ਕਿ ਮੈਂ ਨਾਮ ਪੁੱਛਣਾ ਮੇਰਾ ਫਰਜ਼ ਬਣਦਾ ਹੈ, ਅਗਰ ਤੁਸੀਂ ਨਹੀਂ ਦੱਸਣਾ ਚਾਹੁੰਦੇ ਅਸੀਂ ਕੋਈ ਉਹਦੇ ਜ਼ਬਰਦਸਤੀ ਨਹੀਂ ਹੈ, ਗੱਲ ਹੈਗੀ ਕਿ ਤੁਹਾਨੂੰ ਇਲਾਜ ਹੋ ਜੇ, ਇਹ ਬਹੁਤ ਵੱਡੀ ਗੱਲ ਹੈਗੀ ਹੈ ਜੀ। ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀ, ਸੋ ਆਪਾਂ ਗੱਲ ਕਹਿ ਰਹੇ ਸੀ ਵੀ ਮੈਡੀਕਲ ਸਿਸਟਮ ਜੇ ਕਹਿੰਦਾ ਵੀ ਇਹ ਇਨਕਿਊਰੇਬਲ ਡਿਜ਼ੀਜ਼, ਤੁਹਾਨੂੰ ਇਹ ਹੁਣ ਜਾਂ ਅਸੀਂ ਕੁਝ ਨਹੀਂ ਤੁਹਾਡੇ ਲਈ ਹੋਰ ਕੁਝ ਕਰ ਸਕਦੇ ਜਾਂ ਇਹ ਦਵਾਈਆਂ ਹੈਗੀਆਂ ਤੁਹਾਨੂੰ ਇਹੀ ਖਾਣੀਆਂ ਪੈਂਦੀਆਂ, ਇਹ ਹਰ ਵੇਲੇ ਇਹ ਡੈਫੀਨਿਟ ਨਹੀਂ ਹੈਗੀ। ਤੇ ਹੁਣ ਜਿੱਦਾਂ ਐਕਸਮਾ ਆ, ਲੋਕਾਂ ਦੀ ਸਕਿਨ ਤੇ ਹੋ ਜਾਂਦੀ ਬਿਮਾਰੀ, ਉਹਨਾਂ ਨੂੰ ਕਹਿੰਦੇ ਆ ਤੁਸੀਂ ਕਰੀਮ ਲਾਈ ਜਾਓ, ਬਸ ਇਹਦਾ ਕੋਈ ਇਲਾਜ ਨਹੀਂ ਹੈਗਾ। ਅਸੀਂ ਪਤਾ ਨਹੀਂ ਕਿੰਨੇ 100 ਐਕਸਮਾ ਦਾ ਕੇਸ ਠੀਕ ਕੀਤਾ ਹੋਣਾ ਜੀ 40 ਸਾਲਾਂ ਵਿੱਚ। ਹਾਂਜੀ, ਸੋਰਾਇਸਿਸ ਆ, ਉਹਨੂੰ ਕਹਿੰਦੇ ਇਹਦਾ ਕੋਈ ਇਲਾਜ ਨਹੀਂ ਹੈਗਾ, ਟਿਊਬ ਲਾਈ ਜਾਓ, ਤੇ ਉਹਦਾ ਸੋਰਾਇਸਿਸ ਠੀਕ ਕੀਤਾ ਸੀ। ਐਸਥਮਾ ਜਿਹੜਾ ਦਮਾ ਉਹਦਾ ਕਹਿੰਦੇ ਪਈ ਨਹੀਂ ਜੀ ਇਹਦਾ ਕੋਈ ਇਲਾਜ ਨਹੀਂ ਹੈਗਾ, ਹੁਣ ਤੁਸੀਂ ਆ ਇਨਹੇਲਰ ਲਈ ਜਾਓ, ਟੈਬਲੇਟ ਖਾਈ ਜਾਓ, ਐਸਥਮਾ ਦੇ ਕੇਸ ਅਸੀਂ ਠੀਕ ਕੀਤੇ ਆ। ਸੋ ਬਹੁਤ ਸਾਰੀਆਂ ਬਿਮਾਰੀਆਂ ਇੱਦਾਂ ਦੀਆਂ ਜਿਨ੍ਹਾਂ ਨੂੰ ਕਹਿੰਦੇ ਪਈ ਇਹਦਾ ਇਲਾਜ ਨਹੀਂ ਹੈਗਾ, ਤੁਸੀਂ ਬਸ ਦਵਾਈਆਂ ਵਰਤੀ ਜਾਓ, ਪਰ ਅਸੀਂ ਕੀਤੇ ਆ ਕਿਉਰ ਉਹਨਾਂ ਦੇ। ਸੋ ਕਿਉਰ ਹੈਗੇ ਆ, ਤੁਸੀਂ ਖੁਦ ਲੱਭੋ, ਤੁਹਾਡੇ ਏਰੀਆ ਵਿੱਚ ਕੋਈ ਨਾ ਕੋਈ ਨੈਚੁਰਲ ਹੀਲਰ ਹੋਊਗਾ। ਨੈਚੁਰਲ ਸਿਸਟਮਸ ਬਹੁਤ ਆ ਹਾਂਜੀ, ਆਯੁਰਵੈਦਿਕ ਹੈਗਾ ਆ, ਐਕਿਊਪੰਕਚਰ ਹੈਗਾ, ਹੋਮਿਓਪੈਥੀ ਹੈਗੀ ਆ। ਸੋ ਤੁਸੀਂ ਜ਼ਰੂਰ ਇਨਵੈਸਟੀਗੇਟ ਕਰੋ। ਪਰ ਡਾਕਟਰ ਸਾਹਿਬ ਦੇਖਿਏ ਤੁਸੀਂ ਗੱਲ ਬੜੀ ਸਿਆਣੀ ਗੱਲ ਕੀਤੀ ਹੈ। ਹੁਣ ਕਈ ਬਜ਼ੁਰਗ ਹੈਗੇ, ਇਨਸਾਨ ਜਦੋਂ ਬਿਮਾਰ ਹੁੰਦਾ ਬੜਾ ਡਿਪਰੈਸ ਹੁੰਦਾ, ਕੋਈ ਹੈਲਪ ਨਹੀਂ ਹੁੰਦੀ ਫੈਮਿਲੀ 'ਚ, ਕੋਈ ਬੱਚੇ ਆਪਣੇ ਕੰਮਾਂ 'ਚ ਜੇ ਬੱਚੇ ਹੈਗੇ ਨੇ, ਆਪਣੇ ਬਜ਼ੁਰਗ ਬੜੇ ਬੜੇ ਲੋਨਲੀ ਹੈਗੇ ਨੇ, ਉਹ ਵਿਚਾਰੇ ਕਿੱਥੋਂ ਨਹੀਂ ਲੱਭ ਸਕਦੇ ਨਾ ਕਿ ਕਿੱਦਾਂ ਕਰਨਾ ਕੀ ਨਹੀਂ ਕਰਨਾ। ਹੁਣ ਇੱਕ ਸਿਰਫ ਇੱਦਾਂ ਦੇ ਸ਼ੋਅ ਅਕਾਲ ਚੈਨਲ ਤੇ ਆਉਂਦੇ ਨੇ ਔਰ ਮੈਂ ਹਮੇਸ਼ਾ ਉਮੀਦ ਕਰਦਾ ਕਿ ਪਲੀਜ਼ ਤੁਸੀਂ ਹਰ ਦਫਾ ਤੁਸੀਂ ਦੇਖਿਆ ਕਰੋ ਪ੍ਰੋਗਰਾਮ ਅਕਾਲ ਚੈਨਲ 'ਚ। ਤਰ੍ਹਾਂ ਤਰ੍ਹਾਂ ਦੇ ਸਾਡੇ ਰਿਲੀਜੀਅਸ ਪ੍ਰੋਗਰਾਮ ਆਉਂਦੇ, ਸਵੇਰ ਸ਼ਾਮ ਮੈਡੀਕਲ ਆਉਂਦੇ ਨੇ, ਉਹ ਇਮੀਗ੍ਰੇਸ਼ਨ ਦੇ ਸ਼ੋਅ ਆਉਂਦੇ ਨੇ, ਆਪਣੇ ਬਿਲਸ ਵਗੈਰਾ ਆਉਂਦਾ, ਹਰ ਤਰ੍ਹਾਂ ਦੇ ਅਸੀਂ ਸ਼ੋਅ ਕਰਦੇ ਤਾਂ ਕਿ ਸਾਡੀ ਜੋ ਵੀ ਤੁਸੀਂ ਅਕਾਲ ਚੈਨਲ ਵਾਚ ਕਰਦੇ ਤੁਹਾਡੀ ਮਦਦ ਹੋ ਸਕੇ, ਤੁਹਾਨੂੰ ਕਿਤੇ ਲੱਭਣਾ ਨਾ ਪਵੇ, ਜਿਹਦੇ ਪਾਸ ਇੰਟਰਨੈਟ ਨਹੀਂ ਹੈਗੀ, ਤੁਹਾਨੂੰ ਪਤਾ ਨਹੀਂ ਕੀ ਕਰਨਾ, ਅਕਾਲ ਚੈਨਲ ਵਾਚ ਕਰੋ। ਸਾਡੇ ਪਾਸ ਪ੍ਰੋਫੈਸ਼ਨਲਸ ਆਉਂਦੇ ਨੇ, ਉਹ ਜਿਹੜਾ ਮੁੱਦਾ ਅਸੀਂ ਗੱਲ ਕਰਦੇ ਉਹਦੇ ਬਾਰੇ ਤੁਹਾਨੂੰ ਐਡਵਾਈਸ ਕਰ ਸਕਦੇ ਨੇ। ਮੈਂ ਤਾਂ ਹਮੇਸ਼ਾ ਇਹ ਤੁਹਾਨੂੰ ਕਹਿੰਦਾ ਹੁੰਦਾ ਕਿ ਸਪੋਰਟ ਕਰਿਆ ਕਰੋ ਅਕਾਲ ਚੈਨਲ ਨੂੰ ਤਾਂ ਕਿ ਅਸੀਂ ਹੋਰ ਚੜਾਈ ਤੇ ਚੜੀਏ ਤੇ ਇੱਦਾਂ ਦੇ ਪ੍ਰੋਗਰਾਮ ਲੈ ਕੇ ਆਈਏ ਤਾਂ ਕਿ ਤੁਹਾਡਾ ਫਾਇਦਾ ਹੋ ਸਕੇ। ਡਾਕਟਰ ਸਾਹਿਬ ਹੋਰ ਤੁਸੀਂ ਕੀ ਕਹਿਣਾ ਚਾਹੋਗੇ? ਇੱਕ ਇਹ ਵੀ ਸੈਡ ਸਿਚੁਏਸ਼ਨ ਹੈ ਜੋ ਤੁਸੀਂ ਕਹਿ ਰਹੇ ਆ ਭਾਜੀ, ਹੈ ਨਾ ਬਿਲਕੁਲ। ਬਜ਼ੁਰਗ ਚਾਹੁੰਦੇ ਹੁੰਦੇ ਪਏ ਸੀ ਕੋਈ ਇਲਾਜ ਕਰਾਈਏ ਤੇ ਪਰ ਉਹਨਾਂ ਦੇ ਹੁਣ ਪੜ੍ਹੇ ਲਿਖੇ ਬੱਚੇ ਹੁੰਦੇ ਆ ਹਨਾ, ਗਰੋ ਅਪ ਹੋਏ, ਤੇ ਉਹ ਉਹਨਾਂ ਨੂੰ ਕਹਿੰਦੇ ਨਹੀਂ ਇਹ ਤਾਂ ਐਵੇਂ ਹੀ ਆ, ਇਹ ਤੁਸੀਂ ਕੀ ਕਰਨਾ ਹਨਾ। ਬੱਚਿਆਂ 'ਚ ਨਾ ਉਹ ਯਕੀਨ ਹੈ ਨਹੀਂ ਹੈ ਨਾ ਚੀਜ਼ਾਂ ਦੇ ਵਿੱਚ। ਹਾਂਜੀ, ਉਹਨਾਂ ਨੂੰ ਯਕੀਨ ਹੈ ਨਹੀਂ ਗਾ, ਸਿਰਫ ਉਹਨਾਂ ਨੂੰ ਯਕੀਨ ਹੈਗਾ ਆ ਆਪਣੇ ਜੀਪੀ ਤੇ ਜਾਂ ਐਲੋਪੈਥਿਕ ਮੈਡੀਕਲ ਸਿਸਟਮ ਤੇ। ਉਹ ਕਹਿੰਦੇ ਨਹੀਂ ਇਹੀ ਆ ਜੋ ਕੁਛ ਹੈਗਾ ਆ, ਤੁਸੀਂ ਛੱਡੋ ਪਰੇ, ਤੁਸੀਂ ਕਾਹਦੇ ਲਈ ਹਨਾ ਹੋਰ ਕਿਸੇ ਤਰੀਕੇ ਦਾ ਇਲਾਜ ਕਰਾਉਣਾ ਆ। ਸੋ ਉਹ ਕਰਾਉਣਾ ਚਾਹੁੰਦੇ ਹੁੰਦੇ ਬਜ਼ੁਰਗ, ਪਰ ਉਹਨਾਂ ਦੇ ਬੱਚੇ ਜਿਹੜੇ ਉਹਨਾਂ ਨੂੰ ਰੋਕਦੇ ਆ। ਭਾਜੀ ਬੜੀ ਸਹੀ ਗੱਲ ਹੈ, ਬੜੇ ਸਾਲਾਂ ਦੇ ਸ਼ੋਅ ਕਰਦੇ, ਇੱਕ ਬਜ਼ੁਰਗ ਬੜਾ ਰੋ ਰਿਹਾ ਸੀਗਾ ਤੇ ਉਹਨੇ ਦਵਾ ਆਰਡਰ ਕੀਤੀ, ਕਹਿੰਦਾ ਮੇਰੇ ਬੱਚੇ ਨੂੰ ਨਾ ਪਤਾ ਲੱਗੇ ਮੈਨੂੰ ਗੁੱਸੇ ਹੋਏਗਾ। ਦੇਖੋ ਅੱਜ ਕੱਲ ਮਾਂ ਪਿਓ ਬੱਚਿਆਂ ਤੋਂ ਡਰਦੇ ਨੇ, ਉਲਟ ਹੋ ਗਿਆ ਹਿਸਾਬ ਸਾਰਾ। ਉਲਟ ਹੋ ਗਿਆ ਭਾਜੀ, ਉਲਟ ਹੋ ਗਿਆ। ਦੇਖੋ ਸਾਰੀ ਉਮਰ ਤਾਂ ਉਹਨਾਂ ਲਈ ਕੰਮ ਕਰਦੇ ਰਹੇ ਨੇ ਤੇ ਅੱਜ ਕੱਲ ਬੱਚੇ ਸਿਆਣੇ ਹੋ ਗਏ, ਮਾਂ ਪਿਓ ਨਾਲ ਆਪੇ ਕਾਲ ਲੈ ਲੈਂਦੇ, ਫਿਰ ਜ਼ਿਆਦਾ ਸਿਆਣੇ ਹੋ ਗਏ ਆ। ਹਾਂਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਭਾਜੀ ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ ਜੀ? ਮੈਂ ਗੁਰਮੀਤ ਕੌਰ ਬੋਲ ਰਹੀ ਹਾਂ, ਸਾਊਥਹੈਂਪਟਨ ਤੋਂ। ਬਿਲਕੁਲ ਸਵਾਗਤ ਜੀ ਤੁਹਾਡਾ, ਕੀ ਕਹਿਣਾ ਚਾਹੁੰਦੇ? ਡਾਕਟਰ ਸਾਹਿਬ ਸੁਣ ਰਿਹਾ ਤੁਹਾਨੂੰ। ਮੈਂ ਡਾਇਬੀਟਿਕ ਪੇਸ਼ੈਂਟ ਆ ਐਕਚੁਅਲੀ। ਮੈਂ
ਡਾਇਬੀਟਿਕ ਕੰਟਰੋਲ 'ਚ ਰੱਖਦੀ ਹਾਂ। ਵੈਸੇ ਮੇਰੇ ਪੈਰ ਬਹੁਤ ਦੁਖਦੇ ਥੱਲਿਓਂ। ਹਾਂਜੀ ਭੈਣ ਜੀ, ਏਦਾਂ ਲੱਗਦੇ ਜਿੱਦਾਂ ਰੋੜਿਆਂ ਤੇ ਤੁਰਦੀ ਹੁੰਦੀ ਨਾ। ਹਾਂਜੀ ਹਾਂਜੀ। ਸੋ ਭੈਣ ਜੀ, ਇਹ ਹੈਗਾ ਡਾਇਬੈਟਿਕ ਨਿਊਰੋਪੈਥੀ। ਇਹਦਾ ਮਤਲਬ ਇਹ ਹੈਗਾ ਵੀ ਜਿਹੜੀਆਂ ਨਾੜੀਆਂ ਹਨਾ ਪੈਰਾਂ ਦੇ ਵਿੱਚ, ਥੋੜਾ ਜਿਹਾ ਉੱਚੀ ਬੋਲੋਗੇ? ਹਾਂਜੀ ਭੈਣ ਜੀ, ਇਹ ਡਾਇਬੈਟਿਕ ਨਿਊਰੋਪੈਥੀ ਇਹਨੂੰ ਕਹਿੰਦੇ ਆ। ਹਾਂ। ਤੇ ਜਿਹੜੀਆਂ ਤੁਹਾਡੀਆਂ ਨਾੜੀਆਂ ਆ ਖੂਨ ਦੀਆਂ ਤੇ ਨਰਵਸ ਆ ਨਾ ਪੈਰਾਂ ਦੇ ਵਿੱਚ, ਹਾਂ, ਉਹ ਬਹੁਤ ਬਰੀਕ ਹੁੰਦੀਆਂ, ਉਹ ਡੈਮੇਜ ਹੋ ਜਾਂਦੀਆਂ ਸ਼ੂਗਰ ਦੇ ਨਾਲ। ਤੇ ਫਿਰ ਠੀਕ ਹੋ ਸਕਦੀਆਂ? ਠੀਕ ਹੋ ਸਕਦੀਆਂ। ਸਾਡੇ ਕੋਲ ਹੁਣ ਦਵਾਈਆਂ ਹੈਗੀਆਂ ਇਹਦੇ ਲਈ, ਤੇ ਅਸੀਂ ਤੁਹਾਨੂੰ ਕੰਟੈਕਟ ਕਰਕੇ ਤੁਹਾਨੂੰ ਭੇਜ ਦੇਵਾਂਗੇ। ਠੀਕ ਹੈ ਜੀ। ਆਲਰਾਈਟ, ਥੈਂਕ ਯੂ। ਥੈਂਕ ਯੂ ਭੈਣ ਜੀ ਤੁਹਾਡੇ ਕਾਲ ਕਰਨ ਦਾ। ਮੇਰੇ ਪੈਰ ਠਾਰਦੇ ਵੀ ਬਹੁਤ ਆ। ਹਾਂਜੀ, ਇਹ ਉਹੀ ਵਜ੍ਹਾ ਹੈ ਕਿ ਖੂਨ ਦੀਆਂ ਨਾੜੀਆਂ ਡੈਮੇਜ ਹੋਈਆਂ ਕਰਕੇ। ਅੱਛਾ, ਥੈਂਕ ਯੂ ਭੈਣ ਜੀ, ਥੈਂਕ ਯੂ ਕਾਲ ਕਰਨ ਦਾ। ਡਾਕਟਰ ਸਾਹਿਬ ਨੇ ਜਿੱਦਾਂ ਕਿਹਾ ਤੁਹਾਨੂੰ ਕਾਲ ਕਰਨਗੇ, ਉਹਨਾਂ ਦੀ ਕਾਲ ਦੀ ਵੇਟ ਕਰੋ। ਅੱਛਾ, ਬਸ ਆਪਣੀ ਹਿੰਮਤ ਰੱਖੋ। ਹਰ ਚੀਜ਼ਾਂ ਦਾ ਜਦੋਂ ਅਸੀਂ ਗੱਲ ਕਰਦੇ ਹਾਂ, ਕੋਈ ਨਾ ਕੋਈ ਇਲਾਜ ਮਿਲ ਹੀ ਜਾਂਦਾ, ਰੱਬ ਮਿਹਰ ਕਰੇਗਾ। ਓਕੇ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਜੀ ਇਹ ਕਹਿ ਰਹੇ ਸੀ ਕਿ ਮੇਰੇ ਠੰਡੇ ਰਹਿੰਦੇ ਨੇ ਤੇ ਜਾਸੀ ਤਾਂ ਗਰਮ ਹੁੰਦੇ ਨੇ ਪੈਰ। ਹਾਂਜੀ ਹਾਂਜੀ, ਇਦਾਂ ਉਹ ਜਿਹੜੀਆਂ ਨਰਵਸ ਆ ਜਦੋਂ ਡੈਮੇਜ ਹੋ ਜਾਂਦੀਆਂ, ਨਰਵਸ ਵਿੱਚ ਹੁੰਦੀ ਬਰਨਿੰਗ। ਹਾਂਜੀ, ਤੇ ਜਿਹੜੀਆਂ ਖੂਨ ਦੀਆਂ ਨਾੜੀਆਂ ਆ ਉਹ ਜਦੋਂ ਬਲੌਕ ਹੋ ਜਾਂਦੀਆਂ, ਫਿਰ ਖੂਨ ਪਹੁੰਚਦਾ ਨਹੀਂ ਉੱਥੇ। ਹਾਂ, ਤੇ ਉਹ ਫਿਰ ਠੰਡਾ ਫੀਲਿੰਗ ਹੁੰਦਾ ਹੈ। ਸ਼ਾਇਦ ਇੱਕ ਮਿੰਟ ਲੱਗਦਾ ਹੋਰ ਕਾਲ ਆਪਾਂ ਲੈ ਲੈਂਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂ, ਤੇ ਮੈਨੂੰ ਲੱਗਦਾ ਕਾਲ ਡ੍ਰੌਪ ਹੋ ਗਿਆ। ਤੇ ਡਾਕਟਰ ਸਾਹਿਬ, ਤਰ੍ਹਾਂ ਤਰ੍ਹਾਂ ਦੇ ਇਫੈਕਟ ਹੁੰਦੇ ਇਨਸਾਨ ਨੂੰ ਡਾਇਬੀਟੀਜ਼ ਦੇ ਨਾਲ, ਹੈ ਨਾ? ਕੋਈ ਡਿਪੈਂਡ ਕਰਦਾ ਆਪਣੀ ਬਾਡੀ ਦੇ ਉੱਪਰ। ਹਾਂਜੀ ਹਾਂਜੀ, ਕਈਆਂ ਦੇ ਪਰੀਫਰਲ ਨਿਊਰੋਪੈਥੀ ਜਲਦੀ ਹੋ ਜਾਂਦਾ, ਕਈਆਂ ਦੇ ਲੇਟ ਬਹੁਤ ਹੁੰਦਾ ਹੈ, ਕਈਆਂ ਦੇ ਹੋਰ ਕੋਈ ਆਰਗਨ ਡੈਮੇਜ ਹੋਣ ਲੱਗ ਪੈਂਦਾ ਹੈ। ਜਿੱਦਾਂ ਮੈਂ ਦੱਸਿਆ ਕਿ ਸ਼ੂਗਰ ਦੇ ਨਾਲ ਤੁਹਾਡੇ ਬ੍ਰੇਨ ਤੇ ਵੀ ਇਫੈਕਟ ਪੈਂਦਾ ਹੈ। ਹਾਂਜੀ, ਇਹ ਐਲਜ਼ਾਈਮਰਸ ਡਿਜ਼ੀਜ਼ ਜਿਹੜੀ ਆ, ਇਹ ਵੀ ਇੱਕ ਇਨਫਲੇਮੇਸ਼ਨ ਟਾਈਪ ਆ। ਹਾਂਜੀ, ਬ੍ਰੇਨ ਵਿੱਚ ਵੀ ਇਨਫਲੇਮੇਸ਼ਨ ਹੋ ਸਕਦਾ ਹੈ। ਕਈਆਂ ਦੇ ਉਹ ਨਾਲ ਬਲੱਡ ਪ੍ਰੈਸ਼ਰ ਹੁੰਦਾ, ਉਹਨੇ ਕਿਡਨੀ 'ਚ ਪਹਿਲਾਂ ਡੈਮੇਜ ਹੋ ਜਾਂਦੀ ਹੈ। ਸੋ ਲੋਟ ਆਫ ਡਿਫਰੈਂਟ ਇਫੈਕਟਸ। ਹਾਂਜੀ, ਡਿਪੈਂਡਸ ਔਨ ਦੀ ਇੰਡੀਵਿਜੂਅਲ। ਕਹਿ ਨਹੀਂ ਸਕਦੇ ਵੀ ਡੈਫੀਨਿਟਲੀ ਇਹਨੂੰ ਪਹਿਲਾਂ ਇਹ ਬਿਮਾਰੀ ਹੋਊਗੀ। ਪਰ ਜੀ ਬਹੁਤ ਬਹੁਤ ਦੇਖਿਆ ਜਾਂਦਾ ਨੇ ਕਿ ਜਦੋਂ ਅਸੀਂ ਪਹਿਲਾਂ ਵੀ ਗੱਲ ਕਰਕੇ ਹਟਿਆ, ਇਹ ਸਾਈਨ ਹੁੰਦਾ ਬੜੀ ਦੇਰ ਦਾ ਹੁੰਦਾ, ਲੇਕਿਨ ਸਾਡੇ ਪਾਸ ਟਾਈਮ ਨਹੀਂ ਹੈ ਆਪਣੇ ਜਿਸਮ ਨੂੰ ਲੁੱਕ ਆਫਟਰ ਕਰਨ ਦਾ, ਅਸੀਂ ਧਿਆਨ ਨਹੀਂ ਦਿੰਦੇ ਉਧਰ। ਹਾਂਜੀ, ਇਦਾਂ ਹੀ ਹੌਲੀ 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 ਵੱਧਦੀ ਬਿਮਾਰੀ ਜ਼ਿਆਦਾ ਹੋ ਜਾਂਦੀ ਹੈ। ਤੇ ਇਸੇ ਕਰਕੇ ਮੈਂ ਕਹਿੰਦਾ ਹੁੰਦਾ ਵੀ ਤੁਸੀਂ ਆਪਣਾ ਚੈੱਕਅਪ ਜ਼ਰੂਰ ਕਰਾਇਆ ਕਰੋ, ਹੈ ਨਾ? ਤੇ ਐਟਲੀਸਟ ਬਲੱਡ ਪ੍ਰੈਸ਼ਰ ਜਿਹੜਾ ਐਟਲੀਸਟ ਐਵਰੀ 6 ਮੰਥਸ ਦਾ ਚੈੱਕ ਕਰਨਾ ਚਾਹੀਦਾ ਹੀ ਆ। ਤੇ ਤੁਸੀਂ ਫੁੱਲ ਬਲੱਡ ਟੈਸਟ ਕਰਾ ਸਕਦੇ, ਹਰੇਕ 2-3 ਸਾਲ ਬਾਅਦ ਐਟਲੀਸਟ ਤੁਸੀਂ ਜੀਪੀ ਕੋ ਜਾਓ, ਉਹਨਾਂ ਦਾ ਫੁੱਲ ਬਲੱਡ ਟੈਸਟ ਆਪਣਾ ਕਰਾਓ। ਹਾਂਜੀ, ਜੇ ਵੀ ਕੁਝ ਪ੍ਰੋਬਲਮ ਹੋਇਆ ਉਹ ਅਰਲੀ ਤੁਸੀਂ ਫੜ ਲਓਗੇ ਨਾ, ਤਾਂ ਬਿਮਾਰੀ ਵਧੇਗੀ ਨਾ। ਆਪਾਂ ਇੱਕ ਹੋਰ ਕਾਲ ਲੈਂਦੇ ਨੇ ਫਿਰ ਗੱਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲਦੇ ਹੋ ਜੀ? ਮੈਂ ਅਵਤਾਰ ਸਿੰਘ ਬੋਲਦਾ। ਹਾਂਜੀ ਅਵਤਾਰ ਸਿੰਘ ਜੀ, ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਨੂੰ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ। ਜੀ ਹਾਂ, ਹਾਂਜੀ ਬੋਲੋ ਜੀ, ਤੁਹਾਡੀ ਵੇਟ ਕਰ ਰਿਹਾ, ਤੁਸੀਂ ਬੋਲੋ ਕੀ ਪੁੱਛਣਾ ਹੈ। ਅਸੀਂ ਮੈਂ ਪੁੱਛਣਾ ਉਹਨਾਂ ਨੂੰ ਕਿ ਪਾਕਿਸਤਾਨ ਦਾ ਕੋਈ ਹੈਗਾ ਪਾਰਕਿੰਸਨਸ ਡਿਜ਼ੀਜ਼? ਦੇਖੋ ਜੀ, ਬਹੁਤ ਸੀਰੀਅਸ ਬਿਮਾਰੀ ਆ ਇਹ। ਤੇ ਇਹਦੇ ਨਾਲ ਦੇਖੋ ਬ੍ਰੇਨ ਵਿੱਚ ਜਿਹੜੇ ਸੈੱਲ ਆ ਉਹ ਮਰ ਜਾਂਦੇ ਆ। ਠੀਕ ਹੈ, ਤੇ ਉਹਦੇ ਬਾਰੇ ਪੁੱਛਣਾ ਸੀ ਕਿ ਦਵਾ ਹੈਗਾ ਕੋਈ? ਦੇਖੋ ਇਦਾਂ ਨਹੀਂ, ਮੈਂ ਤੁਹਾਨੂੰ ਲਾਈਵ ਸ਼ੋਅ ਤੇ ਨਹੀਂ ਕਹਿ ਸਕਦਾ ਇਹਦਾ ਤੁਸੀਂ ਆਹ ਖਾ ਲਓ ਦਵਾਈ ਪੇ ਇਹਨਾਂ ਤੋਂ ਹੀ ਠੀਕ ਹੋ ਜਾਓਗੇ। ਹਾਂਜੀ, ਅਸੀਂ ਤੁਹਾਨੂੰ ਫੋਨ ਕਰਕੇ ਡਿਸਕਸ ਕਰਾਂਗੇ। ਠੀਕ ਹੈ ਜੀ। ਆਪਣਾ ਟੈਲੀਫੋਨ ਜਿਹੜਾ ਨੰਬਰ ਆਇਆ ਡਾਕਟਰ ਸਾਹਿਬ ਦਾ? ਹਾਂਜੀ ਭਾਜੀ, ਦੇ ਤੁਹਾਡਾ ਨੰਬਰ ਜਿਹੜਾ ਹੈਗਾ ਡਾਕਟਰ ਸਾਹਿਬ ਨੂੰ ਦਿੱਤਾ ਜਾਏਗਾ, ਇਹ ਤੁਹਾਨੂੰ ਕਾਲ ਕਰਨਗੇ। ਤੁਸੀਂ ਇਹਨਾਂ ਦੀ ਕਾਲ ਦੀ ਵੇਟ ਕਰੋ, ਫਿਰ ਖੁੱਲ ਕੇ ਗੱਲ ਕਰਿਓ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ, ਜਦੋਂ ਵੱਡਾ ਕਾਲ ਆਉਂਦੇ ਬੜੇ ਲੋਕ ਕਨਫਿਊਜ਼ ਹੁੰਦੇ ਨੇ। ਆਮ ਗਲੈਡ ਤੁਸੀਂ ਬੜੀ ਹਿੰਮਤ ਕਰਕੇ ਕਾਲ ਕਰਦੇ ਹੋ। ਪਲੀਜ਼ ਜਿੱਥੇ ਵੀ ਤੁਸੀਂ ਸ਼ੋਅ ਦੇਖਦੇ ਹੋ, ਇੱਕ ਦੂਜੇ ਨੂੰ ਦੱਸੋ ਕਿ ਕਾਲ ਚੱਲਣ ਤੇ ਇੱਦਾਂ ਦੇ ਪ੍ਰੋਗਰਾਮ ਆਉਂਦੇ ਨੇ। ਤੇ ਡਾਕਟਰ ਜੀ ਬੈਠੇ ਨੇ ਕਈ ਦਫਾ ਕਈ ਜਗ੍ਹਾ ਤੇ ਬੜੀ ਬਿਮਾਰੀਆਂ ਦਾ ਨਾਂ ਹੋਇਆ ਹੁੰਦਾ ਹੈ। ਅਗਰ ਰੱਬ ਮਿਹਰ ਕਰੇਗਾ ਮੇ ਵੀ ਡਾਕਟਰ ਜੀ ਉਹਦਾ ਇਲਾਜ ਕਰ ਸਕਣਗੇ। ਤੁਸੀਂ ਐਗਜ਼ਾਮਪਲ ਤੁਸੀਂ ਦੇਖਿਆ ਇੱਕ ਲੇਡੀ ਦਾ ਜਿਹਦਾ ਆਇਆ ਥੱਕ ਕੇ ਹਾਰ ਕੇ, ਕੁਝ ਨਹੀਂ, ਵੱਡੇ ਵੱਡੇ ਸਰਜਨਾਂ ਨੇ ਨਾ ਕਰ ਦਿੱਤੀ ਸੀ, ਰਿਸਕ ਨਹੀਂ ਸੀ ਲੈਣਾ ਚਾਹੁੰਦੇ, ਉਹਦਾ ਦੱਸ ਦਿੱਤਾ ਸੀ ਕਿ ਕੀ ਹੋ ਸਕਦਾ ਹੈ ਨੁਕਸਾਨ। ਤੇ ਕਈ ਦਫਾ ਜਦੋਂ ਆਪਰੇਸ਼ਨ ਹੁੰਦੇ ਆ ਉਹਦੀ 50-50 ਵੀ ਚਾਂਸ ਨਹੀਂ ਦੱਸਦੇ, ਉਹ ਕਹਿ ਦਿੰਦੇ ਕਿ ਨਹੀਂ ਸਾਡਾ ਇਹ ਰਿਸਕੀ ਹੈਗਾ। ਹਾਂਜੀ, ਦੈਟਸ ਰਾਈਟ। ਉਹਨਾਂ ਨੂੰ ਜਿੱਦਾਂ ਵੀ ਉਹਨਾਂ ਦਾ ਮੈਡੀਕਲ ਸਿਸਟਮ ਹੈਗਾ, ਉਹਨਾਂ ਨੂੰ ਪਤਾ ਲੱਗਦਾ ਵੀ ਕੀ ਅਸੀਂ ਕਰ ਸਕਦੇ ਹਾਂ ਅੱਗੇ, ਕੀ ਨਹੀਂ ਕਰ ਸਕਦੇ, ਉਹ ਫਿਰ ਸਾਫ਼ ਤੁਹਾਨੂੰ ਦੱਸ ਦਿੰਦੇ ਆ। ਤੇ ਕਈਆਂ ਤੋਂ ਬਿਮਾਰੀ ਇੰਨੀ ਵੱਧ ਜਾਂਦੀ, ਉਹ ਕਹਿੰਦੇ ਸੌਰੀ ਹੋਰ ਕੁਛ ਹੈ ਨਹੀਂ ਗਾ, ਤੁਸੀਂ ਘਰ ਨੂੰ ਜਾਓ ਹੁਣ, ਹੈ ਨਾ? ਬਿਲਕੁਲ ਬਿਲਕੁਲ। ਤੇ ਉਹਨਾਂ ਨੂੰ ਰਾਈਟ ਆਫ ਕਰ ਦਿੰਦੇ ਆ। ਪਰ ਫਿਰ ਵੀ ਮੈਂ ਦੇਖਿਓ ਪੇਸ਼ੈਂਟ ਕਈ ਵਾਰੀ ਰਿਕਵਰ ਕਰ ਜਾਂਦੇ ਭਾਜੀ। ਸੋ ਇਟਸ ਆਲਵੇਸ ਅ ਚਾਂਸ, ਹੈ ਨਾ? ਚਾਂਸ ਆਪਣਾ ਫਿਰ ਵੀ ਲੈਣਾ ਚਾਹੀਦਾ, ਟਰਾਈ ਕਰਨੀ ਚਾਹੀਦੀ ਹੈ। ਜੇ ਤੁਸੀਂ ਸਾਰੀ ਉਮਰ ਪੈਸਾ ਕਮਾਉਂਦੇ ਰਹਿੰਦੇ ਆ
ਤਾਂ ਤੁਸੀਂ ਆਪਣੀ ਸਿਹਤ ਲਈ ਤਾਂ ਪੈਸਾ ਖਰਚੋ। ਪਤਾ ਨਹੀਂ ਅੱਜ ਉਹਨੂੰ ਐਟਲੀਸਟ ਇੱਥੇ ਤਾਂ ਇੰਨੀ ਲੋੜ ਵੀ ਨਹੀਂ ਪੈਂਦੀ ਤੁਹਾਨੂੰ, ਬੜਾ ਕੁਛ ਹੈਗਾ। ਅਗਰ ਨਹੀਂ ਤੁਹਾਡੀ ਆਪਣੀ ਗਵਰਨਮੈਂਟ ਦੀ ਥੋੜਾ ਇਲਾਜ ਹੋ ਰਿਹਾ, ਤੁਸੀਂ ਥੋੜਾ ਬਹੁਤਾ ਜਿੱਦਾਂ ਡਾਕਟਰ ਨੇ ਦੱਸਿਆ ਪੈਸਾ ਖਰਚ ਕੇ ਆਪਣੀ ਜ਼ਿੰਦਗੀ ਦੇ ਨਾਲ ਤੁਸੀਂ ਪੈਸੇ ਨੂੰ ਬੈਲੈਂਸ ਨਹੀਂ ਕਰ ਸਕਦੇ, ਉਹਦੀ ਕੀਮਤ ਨਹੀਂ ਤੁਸੀਂ ਹਿਸਾਬ ਨਹੀਂ ਲਗਾ ਸਕਦੇ। ਹਾਂਜੀ ਦੈਟਸ ਰਾਈਟ। ਨਾ ਹੈਲਥ ਦੀ ਕੀ ਕੀਮਤ ਹੈ? ਹੈਲਥ ਦੇਖੋ ਲਓ ਤੁਸੀਂ ਉਹਦੀ ਹੈਲਥ ਤੋਂ ਬਿਨਾਂ ਤੁਹਾਡਾ ਕੀ ਹੈ? ਕੁਝ ਵੀ ਨਹੀਂ। ਵਿਦਆਊਟ ਹੈਲਥ ਬਿਲਕੁਲ ਨਹੀਂ। ਤੁਹਾਡਾ ਹੈਲਥ ਸ਼ੁੱਡ ਬੀ ਨੰਬਰ 1 ਪ੍ਰਾਇੋਰਟੀ ਤੁਹਾਡਾ ਹੋਣਾ ਚਾਹੀਦਾ ਜ਼ਿੰਦਗੀ 'ਚ, ਯੋਰ ਹੈਲਥ। ਡਾਕਟਰ ਸਾਹਿਬ ਅਸੀਂ ਹੁਣ ਸ਼ੂਗਰ ਦੀ ਗੱਲ ਕੀਤੀ ਹੈ, ਬੜਾ ਇੰਟਰਸਟਿੰਗ ਕਿ ਉਹਦਾ ਬ੍ਰੇਨ ਨੂੰ ਬੜਾ ਇਫੈਕਟ ਪੈਂਦਾ ਉਹਦਾ, ਤੇ ਅਲਜ਼ਾਈਮਰ ਦੀ ਡਿਜ਼ੀਜ਼ ਵੀ ਉਹਦੇ ਨਾਲ ਉਹਨੇ ਡਿਵੈਲਪ ਹੁੰਦੀ ਹੈ। ਇਹ ਅਸੀਂ ਸਪੈਸ਼ਲੀ ਆਪਣੇ ਏਸ਼ੀਅਨ, ਕੋਈ ਵੀ ਹੋਵੇ ਏਸ਼ੀਅਨ ਜਾਤ ਦੇ ਵਿੱਚ, ਮੈਂ ਸਿਰਫ ਸਿੱਖਾਂ ਦੀ ਗੱਲ ਨਹੀਂ ਕਰਦਾ, ਕੋਈ ਵੀ ਬਾਰਡਰ ਕਮਿਊਨਿਟੀ ਲੈ ਲਓ, ਅਸੀਂ ਮਿੱਠੇ ਨੂੰ ਬੜਾ ਟੁੱਟ ਕੇ ਪੈਂਦੇ ਹਾਂ ਹਾਰੇ। ਔਰ ਇਸੇ ਕਰਕੇ ਸਾਡੇ 'ਚ ਡਾਇਬੀਟੀਜ਼ ਨੰਬਰ 1 ਮਤਲਬ ਦਾ ਏਸ਼ੀਅਨ 'ਚ ਜ਼ਿਆਦਾ ਹੈਗੀ ਹੈ, ਏਸ਼ੀਅਨਸ ਵਿੱਚ ਜ਼ਿਆਦਾ ਆ। ਤੇ ਇਹ ਕਹਿੰਦੇ ਵੀ ਕੁਝ ਥੋੜਾ ਜਿਹਾ ਜੈਨੇਟਿਕ ਲਿੰਕ ਵੀ ਹੁੰਦਾ ਆ। ਹੁੰਦਾ ਇਹਦਾ? ਹਾਂ ਥੋੜਾ ਜਿਹਾ ਕਹਿੰਦੇ ਹੈ ਜੈਨੇਟਿਕ ਇਹਦਾ ਇਨਫਲੂਐਂਸ, ਕਿ ਜੇ ਤੁਹਾਡੀ ਫੈਮਿਲੀ 'ਚ ਡਾਇਬੀਟੀਜ਼ ਆ ਤੁਹਾਡਾ ਚਾਂਸ ਵੱਧ ਜਾਂਦਾ ਹੈ ਡਾਇਬੀਟੀਜ਼ ਹੋਣ ਦਾ। ਪਰ ਜ਼ਰੂਰੀ ਨਹੀਂ ਕਿ ਹੋ ਸਕਦਾ, ਜ਼ਰੂਰੀ ਨਹੀਂ ਹੈਗਾ, ਨਹੀਂ ਜ਼ਰੂਰੀ ਨਹੀਂ ਹੈਗਾ, ਸਿਰਫ ਤੁਹਾਡਾ ਥੋੜਾ ਜਿਹਾ ਚਾਂਸ ਇਨਕਰੀਜ਼ ਹੋ ਜਾਂਦਾ, ਰਿਸਕ ਥੋੜਾ ਜਿਹਾ ਵੱਧ ਜਾਂਦਾ ਹੈ। ਤੇ ਹੁਣ ਇਹ ਪਤਾ ਨਹੀਂ ਹੈ, ਐਗਜ਼ੈਕਟਲੀ ਨਹੀਂ ਪਤਾ ਹੈਗਾ ਵੀ ਤੁਹਾਡਾ ਇਹ ਕਰਕੇ ਤੁਸੀਂ ਕੁਝ ਜੀਨਸ ਤੁਹਾਡੇ ਇਨਹੈਰਿਟ ਕੀਤੇ ਮਾਪੇ ਤੋਂ ਉਹਦੇ ਕਰਕੇ ਆ, ਜਾਂ ਕਿ ਉਹਨਾਂ ਦੀ ਜਿੱਦਾਂ ਦੀ ਡਾਈਟ ਉਹਨਾਂ ਦੀ ਸੀ ਉਦਾਂ ਦੀ ਤੁਹਾਡੀ ਡਾਈਟ ਹੋਣੀ ਆ, ਹਨਾ। ਉਹ ਸ਼ੂਗਰ ਜ਼ਿਆਦਾ ਵਰਤਦੇ ਸੀ ਸੋ ਤੁਸੀਂ ਵੀ ਸ਼ੂਗਰ ਜ਼ਿਆਦਾ ਵਰਤਦੇ। ਕੁਡ ਬੀ ਜਸਟ ਦੈਟ, ਕੋਈ ਐਗਜ਼ੈਕਟਲੀ ਨਹੀਂ ਕਿਸੇ ਨੂੰ ਵੀ ਪਤਾ ਡਾਕਟਰ ਸਾਹਿਬ ਜਿਹੜੇ ਬਜ਼ੁਰਗਾਂ ਦੀ ਸਾਡੀ ਅੱਛੀ ਆਦਤਾਂ ਸੀ ਉਹ ਤਾਂ ਅਸੀਂ ਇਨਹੈਰਿਟ ਨਹੀਂ ਕਰਦੇ। ਉਹ ਦੇਖੋ ਨਹੀਂ ਆਉਂਦੀਆਂ ਯਾਰ, ਬਿਲਕੁਲ ਬਹੁਤ ਘੱਟ ਹੈ। ਜੋ ਤੁਹਾਡੇ ਮਾਂ ਪਿਓ ਸੀ ਤੁਸੀਂ ਉਹ ਨਹੀਂ ਬਣ ਸਕਦੇ, ਕਿਸੇ ਹਾਲਤ ਨਹੀਂ ਬਣ ਸਕਦੇ, ਕਿੰਨੀ ਵੀ ਕੋਸ਼ਿਸ਼ ਕਰ ਲਵੋ। ਇਹ ਜਿਹੜੀਆਂ ਚੀਜ਼ਾਂ ਨੇ ਬਗੈਰ ਮੰਗੇ ਤੋਂ ਤੁਸੀਂ ਉਹਨੂੰ ਇਨਹੈਰਿਟ ਕਰ ਲੈਂਦੇ ਹੋ, ਬੜਾ ਜ਼ੁਲਮ ਹੈ ਇਨਸਾਨ ਦੇ ਉੱਪਰ ਇਹ ਚੀਜ਼ਾਂ ਦਾ। ਉਹ ਹੋਰ ਜਨਰੇਸ਼ਨ ਸੀ, ਹਨਾ, ਹੋਰ ਜਨਰੇਸ਼ਨ, ਉਹਨਾਂ ਦੀ ਆਦਤਾਂ ਹੋਰ ਸੀ, ਸਾਡੀ ਭਾਜੀ ਬੜਾ ਫਰਕ ਹੈ। ਅੱਜ ਬੇਸ਼ੱਕ ਕਿੰਨੇ ਵੀ ਸਾਲ ਹੋ ਗਏ, ਮੈਂ ਹੱਥ ਚਾਹਾਂਗੇ ਆਪਣੇ ਮਾਂ ਪਿਓ ਤੁਹਾਡੇ ਜ਼ਿੰਦਾ, ਬੜਾ ਸ਼ੁਕਰ ਕਰੋ ਉਹਨਾਂ ਦਾ, ਹਮੇਸ਼ਾ ਪੈਰੀ ਹੱਥ ਲਾਇਆ ਕਰੋ। ਇਹ ਜਦੋਂ ਬਜ਼ੁਰਗ ਦਾ ਤੁਹਾਡੇ ਸਿਰ ਦੇ ਉੱਪਰ ਹੱਥ ਹੋਵੇ ਬੜੀ ਦੂਰ ਤੱਕ ਇਨਸਾਨ ਪਹੁੰਚ ਸਕਦਾ ਹੈ। ਕੋਈ ਨਾ ਕੋਈ ਜਿਹੜਾ ਮਾਂ ਬਾਪ ਹੁੰਦੇ ਨਾ ਉਹ ਤੁਹਾਡਾ ਆਪਣਾ ਹੁੰਦਾ, ਉਦੋਂ ਦੁਨੀਆ 'ਚ ਕੋਈ ਤੁਹਾਡਾ ਆਪਣਾ ਨਹੀਂ ਹੋ ਸਕਦਾ। ਬਿਲਕੁਲ ਜੀ ਬਿਲਕੁਲ। ਭੈਣ ਹੋਵੇ ਭਰਾ ਹੋਵੇ, ਲੇਕਿਨ ਜੋ ਮਾਂ ਬਾਪ ਹੁੰਦੇ ਨੇ ਕਿਸੇ ਆਪਣੇ ਔਲਾਦ ਦੇ ਵਿੱਚ ਫਰਕ ਨਹੀਂ ਰੱਖਦੇ ਹੋ। ਆਪੇ ਕਾਲ ਲੈ ਲੈਣੇ ਫਿਰ ਗੱਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ ਭਾਜੀ ਇੱਧਰ ਦੇਖੋ, ਮੈਨੂੰ ਲੱਗਦਾ ਸ਼ਾਇਦ ਤੁਸੀਂ ਟੀਵੀ ਦੇਖਦੇ ਹੋ। ਤੁਹਾਡਾ ਸਵਾਗਤ ਕਰਦੇ ਹਾਂ। ਤੁਸੀਂ ਕਿੱਥੋਂ ਬੋਲਦੇ ਹੋ? ਤੁਹਾਡਾ ਨਾਮ ਕੀ ਹੈ ਜੀ? ਅਸੀਂ ਇੱਥੋਂ ਟੈਪਟਨ ਤੋਂ ਬੋਲਦੇ ਹਾਂ। ਅੱਛਾ ਜੀ, ਕੀ ਪੁੱਛਣਾ ਚਾਹੁੰਦੇ ਹੋ ਡਾਕਟਰ ਨੂੰ? ਹਾਂਜੀ ਡਾਕਟਰ ਨੂੰ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ, ਤੁਹਾਨੂੰ ਸੁਣ ਰਹੇ ਹੋ। ਹਾਂਜੀ ਭੈਣ ਜੀ ਦੱਸੋ ਕੀ ਪੁੱਛਣਾ? ਮੈਂ ਡਾਇਬੀਟੀਜ਼ ਦਾ ਪੁੱਛਣਾ ਹੈ। ਹਾਂਜੀ ਦੱਸੋ। ਵੀ ਜਿੱਦਾਂ ਮੈਨੂੰ ਹੈਗੀ ਉਹਦਾ ਇਲਾਜ ਕੋਈ ਕੀ ਹੈਗਾ? ਹਾਂਜੀ ਭੈਣ ਜੀ, ਸਭ ਕੁਝ ਤੁਹਾਨੂੰ ਸਿੰਪਟਮ ਸਾਰੇ ਪੁੱਛ ਕੇ ਫਿਰ ਤੁਹਾਡਾ ਹੋਮਿਓਪੈਥਿਕ ਦਵਾਈਆਂ ਤੇ ਸਪਲੀਮੈਂਟਸ ਦੇ ਨਾਲ ਇਲਾਜ ਤੁਹਾਡਾ ਕਰਾਂਗੇ, ਠੀਕ ਹੈ ਜੀ। ਐਨੀਵੇ ਥੈਂਕ ਯੂ ਭਾਜੀ। ਪਲੀਜ਼ ਜਦੋਂ ਵੀ ਤੁਸੀਂ ਕਾਲ ਕਰਦੇ ਹੋ ਨਾ, ਤੁਹਾਡਾ ਕਾਲ ਸਿੱਧਾ ਜਦੋਂ ਮੈਂ ਆਨਸਰ ਕਰਦਾ, ਡਾਕਟਰ ਜੀ ਵੀ ਸੁਣ ਸਕਦੇ, ਮੈਂ ਵੀ ਸੁਣ ਸਕਦਾ, ਅਸੀਂ ਇਕੱਠੇ ਇੱਕ ਰੂਮ 'ਚ ਬੈਠ ਕੇ ਤੁਹਾਡੇ ਟੈਲੀਫੋਨ ਦਾ ਜਵਾਬ ਕਰ ਰਹੇ ਹਾਂ। ਤੇ ਜਦੋਂ ਵੀ ਤੁਸੀਂ ਫੋਨ ਕਰਦੇ ਹੋ ਪਲੀਜ਼ ਟੀਵੀ ਵੱਲ ਨਾ ਦੇਖੋ, ਟੀਵੀ ਦੇ ਰੂਮ 'ਚੋਂ ਬਾਹਰ ਆ ਜਾਓ ਜਾਂ ਟੀਵੀ ਨੂੰ ਬਿਲਕੁਲ ਬੰਦ ਕਰ ਦਿਓ। ਤੇ ਤੁਸੀਂ ਧਿਆਨ ਦੇ ਨਾਲ, ਬੜਾ ਇੰਪੋਰਟੈਂਟ ਹੁੰਦਾ ਜੋ ਤੁਹਾਨੂੰ ਬਿਮਾਰੀ ਹੈ ਨਾ, ਡਾਕਟਰ ਜੀ ਨੂੰ ਅੱਛੀ ਤਰ੍ਹਾਂ ਪੁੱਛੋ ਤਾਂ ਕਿ ਤੁਹਾਡਾ ਪ੍ਰੋਪਰ ਇਲਾਜ ਹੋ ਸਕੇ। ਥੋੜਾ ਬਹੁਤਾ ਗੱਲ ਪੁੱਛਦੇ ਤੇ ਕਿ ਡਾਕਟਰ ਸਾਹਿਬ ਕੀ ਕਰ ਸਕਦੇ ਨੇ ਕੀ ਨਹੀਂ, ਜੋ ਵੀ ਕਿਸੇ ਨੇ ਤਰੀਕੇ ਦਾ ਤੁਹਾਨੂੰ ਦੱਸਣਗੇ ਕਿੱਦਾਂ ਹੋ ਸਕਦਾ ਤੇ ਕੀ ਹੋ ਸਕਦਾ। ਜ਼ਰਾ ਖੁੱਲ ਕੇ ਗੱਲ ਕਰਿਆ ਕਰੋ, ਛੋਟੀ ਮੋਟੀ ਗੱਲ ਕਰਾਂਗੇ। ਬਾਕੀ ਜਿਹੜਾ ਗੱਲ ਹੁੰਦੀ ਹੈ ਆਫ 에ਅਰ, ਡਾਕਟਰ ਸਾਹਿਬ ਤੁਹਾਨੂੰ ਕਾਲ ਕਰਨਗੇ ਤੇ ਉੱਥੇ ਤੁਸੀਂ ਖੁੱਲ ਕੇ ਡਿਸਕਸ ਕਰ ਸਕਦੇ ਹੋ। ਜੀ ਡਾਕਟਰ ਸਾਹਿਬ। ਹਾਂਜੀ, ਸੋ ਕਈ ਕਹਿੰਦੇ ਵੀ ਸਾਡੇ ਬਜ਼ੁਰਗ ਸੀਗੇ ਉੱਥੇ ਪਿੰਡ ਵਿੱਚ ਬਥੇਰਾ ਮਿੱਠਾ ਖਾਂਦੇ ਸੀ, ਉਹਨਾਂ ਨੂੰ ਤਾਂ ਕੁਝ ਹੋਇਆ ਨਹੀਂ, ਹਨਾ। ਸਹੀ ਗੱਲ ਹੈ। ਪਰ ਉਹ ਜੇ ਤੁਸੀਂ ਦੇਖੋ ਨਾ, ਲਾਈਫ ਸਟਾਈਲ ਉਹਨਾਂ ਦਾ ਬਿਲਕੁਲ ਡਿਫਰੈਂਟ ਸੀ ਤੇ ਉਹਨਾਂ ਦੀ ਬਾਕੀ ਦੀ ਖੁਰਾਕ ਬਹੁਤ ਵਧੀਆ ਸੀ, ਨੈਚੁਰਲ ਸੀ, ਤੇ ਉਹ ਹਾਰਡ ਵਰਕ ਬਹੁਤ ਕਰਦੇ ਸੀ, ਸਖਤ ਕੰਮ ਕਰਦੇ ਸੀ, ਉਹਦੇ ਨਾਲ ਉਹ ਸਭ ਕੁਝ ਹਜਮ ਕਰ ਲੈਂਦੇ ਸੀ। ਤੇ ਹੁਣ ਅਸੀਂ ਖੁਰਾਕ ਉਦਾਂ ਦੀ ਖਾਂਦੇ ਆ, ਮਿੱਠਾ ਉਨਾ ਹੀ ਖਾਂਦੇ, ਪਰ ਅਸੀਂ ਕੁਰਸੀਆਂ ਤੇ ਸਾਰਾ ਦਿਨ ਬੈਠੇ ਰਹਿੰਦੇ ਆ। ਸੋ ਉਹਦਾ ਕੰਪੈਰੀਸਨ ਨਹੀਂ ਰਹਿੰਦਾ। ਭਾਜੀ ਇੱਕ ਗੱਲ ਹੈਗੀ, ਮੈਂ ਥੋੜਾ ਬਾਹਰ ਨਹੀਂ ਜਾ ਰਿਹਾ ਸਬਜੈਕਟ ਤੋਂ, ਆਪਾਂ ਬਜ਼ੁਰਗਾਂ ਦੀ ਗੱਲ ਕਰਦੇ ਸੀਗੇ। ਅਸੀਂ ਆਪਣੇ ਆਪ ਨੂੰ ਵਾਰੀਅਰ ਕਹਿੰਦੇ ਆ, ਅਸੀਂ ਸ਼ੇਰ ਕੌਮ ਕਹਿੰਦੇ ਆ। ਭਾਜੀ ਹੁਣ ਸ਼ੇਰ ਕਿੱਥੇ ਰਹੇ ਨੇ ਆਪਣੇ? ਹੁਣ ਤਾਂ ਉਹ ਗੱਲ ਰਹੀ ਨਹੀਂ ਨਾ। ਤੁਸੀਂ ਦੇਖੋ ਨਾ, ਜਿਹੜੇ ਆਪਣੇ ਸਰਦਾਰ ਹੁੰਦੇ ਸੀ 6-6 ਸਾਢੇ 6 ਫੁੱਟ ਦੇ ਲੰਮੇ,
ਐਡੀ ਜਾਨ, ਇੰਨੀ ਉਹਨਾਂ ਦਾ ਸਰੀਰ, ਬੰਦਾ ਦੇਖ ਕੇ ਪਤਾ ਲੱਗਦਾ ਸੀ ਕਿ ਇਹ 10-15 ਬੰਦਿਆਂ ਤਾਂ ਕੁਝ ਸਮਝੇਗਾ ਵੀ ਨਹੀਂ। ਉਹ ਤੁਸੀਂ ਬੜੇ ਵਾਰ ਵੀ ਸੁਣਦੇ ਆਏ ਆਪਣੇ ਜੋ ਹੁੰਦੀਆਂ ਰਹੀਆਂ ਨੇ ਪੁਰਾਣੇ ਮੁਗਲਾਂ ਦੇ ਟਾਈਮ ਦੇ ਉੱਪਰ, ਕਿੰਨੇ ਸਰਦਾਰਾਂ ਨੇ ਕਿੰਨੇ ਹਜ਼ਾਰਾਂ ਦੇ ਨਾਲ ਲੜਾਈ ਕਰਕੇ ਉਹਨਾਂ ਦੇ ਫਤਿਹ ਹੋਏ ਨੇ ਉੱਤੇ। ਹਾਂਜੀ ਹਾਂਜੀ। ਉਹ ਕਿੱਥੇ ਗਏ ਸਾਰੇ? ਹੁਣ ਤਾਂ ਨਾਮ ਹੀ ਰਹਿ ਗਿਆ ਕੱਲਾ। ਹੁਣ ਤਾਂ ਨਾਮ ਹੀ ਰਹਿ ਗਿਆ ਸਾਡਾ, ਪਰ ਉਦੋਂ ਖੁਰਾਕਾਂ ਵੀ ਸਹੀ ਸੀਗੀਆਂ ਤੇ ਉਹਨਾਂ 'ਚ ਜਿਹੜੇ ਸਪਿਰਿਚੁਅਲਿਟੀ ਸੀ ਨਾ, ਸਪਿਰਿਚੁਅਲ ਐਨਰਜੀ ਸੀ, ਉਹ ਵੀ ਬਹੁਤ ਆ। ਹੁਣ ਸਾਡੇ ਕੋਲ ਸਪਿਰਿਚੁਅਲ ਐਨਰਜੀ ਤਾਂ ਰਹੀ ਨਹੀਂ, ਅਸੀਂ ਲੂਜ਼ ਕਰ ਗਏ ਸਾਰਾ ਕੁਝ, ਸਭ ਕੁਝ ਤੋਂ ਦੂਰ ਚਲੇ ਗਏ ਹਾਂ। ਹਾਂਜੀ, ਤੇ ਜਿਹੜੀ ਗੁਰਬਾਣੀ ਹੈ ਸਾਡੀ ਧਰਮ ਹੈ, ਉਹਦੇ ਵਿੱਚ ਐਨਰਜੀ ਇੰਨੀ ਆ, ਸਾਨੂੰ ਅਸੀਂ ਐਸਟੀਮੇਟ ਨਹੀਂ ਕਰ ਸਕਦੇ ਕਿੰਨੀ ਐਨਰਜੀ ਮਿਲਦੀ ਸਾਨੂੰ ਗੁਰਬਾਣੀ 'ਚੋਂ, ਪਰ ਉਹ ਸਾਡੇ ਵਿੱਚ ਹੈ ਨਹੀਂ ਗੀ ਅੱਜ ਕੱਲ੍ਹ। ਹਾਂਜੀ, ਦੈਟਸ ਅ ਸ਼ੇਮ। ਤੇ ਪਰ ਮੈਂ ਤੁਹਾਨੂੰ ਕਮਿੰਗ ਬੈਕ ਟੂ ਸ਼ੂਗਰ, ਹਾਂਜੀ, ਤੇ ਇਹਦਾ ਥੋੜ੍ਹਾ ਜਿਹਾ ਇਤਿਹਾਸ ਜਿਹੜਾ ਸਮਝਣਾ ਜ਼ਰੂਰੀ ਆ ਵੀ ਕਿੱਦਾਂ ਸ਼ੁਰੂ ਹੋਇਆ। ਤੇ ਪਹਿਲਾਂ ਥਾਊਜ਼ੈਂਡਸ ਆਫ ਈਅਰਸ ਅਗੋ ਸ਼ੂਗਰ ਤਾਂ ਵਰਤੀ ਨਹੀਂ ਸੀ ਜਾਂਦੀ। ਹਾਂਜੀ, ਨੋਬਡੀ ਯੂਜ਼ਡ ਸ਼ੂਗਰ। ਤੇ ਇਹ ਕਿਤੇ ਹੌਲੀ ਹੌਲੀ ਇਹ ਆਈ ਆ ਯੂਜ਼ ਵਿੱਚ। ਤੇ ਉਦੋਂ ਇਹ ਪਹਿਲਾਂ ਲਕਸ਼ਰੀ ਆਈਟਮ ਹੁੰਦਾ ਸੀ। ਹਾਂਜੀ, ਜਿਹੜੇ ਬਹੁਤ ਜ਼ਿਆਦਾ ਅਮੀਰ ਲੋਕ ਸੀ ਉਹੀ ਸਿਰਫ ਅਫੋਰਡ ਕਰ ਸਕਦੇ ਸੀ। ਸ਼ਾਇਦ ਹੌਲੀ ਹੁਣ ਵਾਪਸ ਉੱਦੇ ਹੋ ਜਾਏਗਾ ਜਿੱਦਾਂ ਚੱਲ ਰਿਹਾ ਹੈ। ਹਾਂਜੀ, ਕੋਈ ਪਤਾ ਨਹੀਂ। ਤੇ ਇਹ ਫਿਰ ਇੱਥੇ ਪਹਿਲਾਂ ਇਹ ਮੁਲਕ ਜਿਹੜਾ ਬ੍ਰਿਟਨ ਸੀ ਹੈ ਨਾ, ਖਾਸ ਕਰਕੇ ਇਹਨਾਂ ਨੇ ਹਿੱਸਾ ਪਾਇਆ ਪਈ ਸ਼ੂਗਰ ਅੱਗੇ ਲਿਆਉਣ ਦਾ। ਤੇ ਪਹਿਲਾਂ ਲਿਟਲ ਬ੍ਰਿਟਨ ਸੀ, ਇਹ ਫਿਰ ਗ੍ਰੇਟ ਬ੍ਰਿਟਨ ਕਿੱਦਾਂ ਬਣੀ ਹੈ ਨਾ, ਇਹ ਮੈਂ ਤੁਹਾਨੂੰ ਦੱਸਦਾ ਗ੍ਰੇਟ ਬ੍ਰਿਟਨ ਕਿੱਦਾਂ ਬਣੀ। ਪਹਿਲਾਂ ਤਾਂ ਇਹਨੀ ਜਿਹੜੇ ਬਾਹਰਲੇ ਚਲੋ ਮੁਲਕਾਂ ਤੇ ਹਮਲੇ ਕੀਤੇ ਆ, ਉੱਥੋਂ ਲੁੱਟ ਕੇ ਲਿਆਂਦਾ ਮਾਲ। ਦੂਸਰੀ ਇਹਨੀ ਜਿਹੜੀ ਸਲੇਵ ਟ੍ਰੇਡ ਸ਼ੁਰੂ ਕੀਤੀ ਹੈ ਨਾ, ਅਫਰੀਕਾ ਤੋਂ ਜ਼ਬਰਦਸਤੀ ਕਾਲੇ ਲੋਕਾਂ ਨੂੰ ਫੜ ਕੇ ਉੱਥੇ ਜਮੈਕਾ ਲਿਜਾ ਕੇ ਉਹਨਾਂ ਨੂੰ ਗੰਨੇ ਦਾ ਕੰਮ ਕਰਾਇਆ, ਉੱਥੇ ਸ਼ੂਗਰ ਪ੍ਰੋਡਿਊਸ ਕੀਤੀ। ਨਹੀਂ, ਸ਼ੂਗਰ ਇੱਥੇ ਲਿਆਂਦੀ। ਆ ਜਿਹੜਾ ਬ੍ਰਿਸਟਲ ਆ, ਲਿਵਰਪੂਲ ਆ, ਬੜੇ ਸ਼ਹਿਰ ਸ਼ੂਗਰ ਦੇ ਇਨਕਮ ਤੋਂ ਬਣੇ ਆ ਸਾਰੇ। ਇੱਥੋਂ ਇਹ ਲੰਡਨ ਜਿਹੜੇ ਡੌਕਸ ਆ, ਇੱਥੇ ਸ਼ੂਗਰ ਆਉਂਦੀ ਸੀਗੀ, ਇਹ ਲੰਡਨ ਬਣਿਆ ਉੱਥੋਂ ਹੀ ਆ। ਸਾਰਾ ਪੈਸਾ ਜਿਹੜਾ ਇਸ ਮੁਲਕ ਦਾ ਉਹ ਸਲੇਵ ਟ੍ਰੇਡ ਤੋਂ ਆਇਆ ਔਰ ਸ਼ੂਗਰ ਦੇ ਸਿਰ ਤੇ ਆਇਆ ਭਾਜੀ। ਤੇ ਇਹਨੀ ਇੰਟਰੋਡਿਊਸ ਕੀਤੀ ਹੈ ਸ਼ੂਗਰ ਸਾਰੀ, ਤੇ ਦੁਨੀਆ ਨੂੰ ਸ਼ੂਗਰ ਤੇ ਨਹੀਂ ਲਾਇਆ ਭਾਜੀ। ਰਾਈਟ, ਇਕਨੋਮੀ ਵਧਾ ਦਿੱਤੀ, ਬਿਮਾਰੀ ਦੀ ਮੈਡੀਸਨ ਦੇ ਵਧਾ ਦਿੱਤੀ ਸਾਰੇ। ਤੇ ਹੁਣ ਵੀ ਇਹ ਜਿਹੜੇ ਪੈਕੇਟ ਫੂਡਸ ਆ, ਹਰੇਕ ਵਿੱਚ ਹਿਡਨ ਸ਼ੂਗਰ ਪਾਉਂਦੇ ਆ, ਤੇ ਅਸੀਂ ਵਾਰ-ਵਾਰ ਉਹੀ ਫੂਡਸ ਚਾਹੁੰਦੇ ਖਾਣਾ, ਕਰਕੇ ਉਹ ਐਡਿਕਸ਼ਨ ਹੈਗੀ ਉਹਦੀ, ਸ਼ੂਗਰ ਦੀ ਐਡਿਕਟਿਵ ਪੋਟੈਂਸ਼ੀਅਲ ਹੈ ਉਹਦੀ। ਹਾਂਜੀ, ਸੋ ਦਿਸ ਇਜ਼ ਅ ਬਿਗ ਬਿਜ਼ਨਸ, ਤੇ ਇੱਥੇ ਸਾਨੂੰ ਅਵੇਅਰ ਹੋਣਾ ਚਾਹੀਦਾ ਹੈ। ਬਿਲਕੁਲ ਭਾਜੀ, ਥੈਂਕ ਯੂ। ਮੈਂ ਸੌਰੀ, ਮਾਫੀ ਚਾਹਾਂਗਾ, ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਤੁਹਾਡੇ ਬਹੁਤ ਮਿਹਰਬਾਨੀ, ਤੁਹਾਡੇ ਆਉਣ ਦਾ। ਪਲੀਜ਼ ਐਵਰੀ ਟਿਊਜ਼ਡੇ ਸਾਡੀ ਫਰਜ਼ ਬਣਦਾ, ਰਿਸਪੌਂਸਿਬਿਲਿਟੀ ਬਣਦੀ। ਅੱਧੇ ਅਗਲੇ ਵੀਕ ਮਿਲਾਂਗੇ। ਪਲੀਜ਼ ਇਸੇ ਤਰ੍ਹਾਂ ਪ੍ਰੋਗਰਾਮ ਦੇਖਦੇ ਰਿਹਾ ਕਰੋ। ਐਵਰੀ ਟਿਊਜ਼ਡੇ 11 ਤੋਂ 12 ਬੜੇ ਅੱਛਾ ਬਿਮਾਰੀਆਂ ਡਿਸਕਸ ਕਰਦੇ ਆ। ਇੱਧਰ ਸੁਣ ਕੇ ਅਗਰ ਤੁਸੀਂ ਆਪਣੀ ਜ਼ਿੰਦਗੀ 'ਚ ਸੁਧਾਰ ਲੈ ਕੇ ਆਉਣਾ ਚਾਹੁੰਦੇ ਹੋ, ਉਹਦੀ ਪ੍ਰੀਕਾਸ਼ਨ ਕਰੋ ਪਹਿਲਾਂ ਹੀ, ਤਾਂ ਕਿ ਉਦੋਂ ਨਾ ਹੋਵੇ ਜਦੋਂ ਬਿਮਾਰੀ ਹੋਵੇ। ਤੇ ਨੈਕਸਟ ਵੀਕ ਫਿਰ ਮੁਲਾਕਾਤ ਹੋਵੇਗੀ। ਤੇ ਅਸੀਂ ਫਤਿਹ ਬੁਲਾਇਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।